जस्ट पंजाबी देख रहे हो सारे दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਇੱਕ ਸਪੈਸ਼ਲ ਸੀਰੀਜ਼ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਆਫ ਕੋਰਸ ਇਸ ਮੰਚ ਤੇ ਇਸ ਪ੍ਰੋਗਰਾਮ ਦੇ ਵਿੱਚ ਲਗਾਤਾਰ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੀ ਕੀ ਹਾਲਾਤ ਬਣ ਚੁੱਕੀ ਹੈ, बट जिथे प्रॉब्लम की गल असी करते हैं उत्थे सलूशनस की गल करनी भी बहुत जरूरी होंगी है। तो जो पंजाब दे विच किहो जे प्रॉब्लम्स हैगे उन्हां दी की सलूशनस हो सकते हैं उन्हां दी असी गल करते हैं। तो एक इहो जिहा सलूशन अगे आंदा है जिहदे नाल हरेक प्रॉब्लम इस वेले पंजाब दी हल हो सकती है। एंड अगर असी प्रॉब्लमां दी गल कर रहे हैं ਜ਼ਰੂਰ ਤੁਸੀਂ ਨਿਊਜ਼ ਦੇ ਵਿੱਚ ਇਹ ਵੀ ਦੇਖਿਆ ਹੋਣਾ ਹੈ ਕਿ ਕਿਸ ਤਰ੍ਹਾਂ ਇੱਕ ਵਾਰੀ ਫਿਰ ਜੋ ਇਹ ਬੇਅਦਬੀ ਦਾ ਮੁੱਦਾ ਹੈਗਾ ਕਿੰਨੇ ਵੱਡੇ ਲੈਵਲ ਤੇ ਪਲੇ ਆਊਟ ਹੋ ਰਿਹਾ ਹੈ। ਭਾਵੇਂ ਉਹ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਏ, ਭਾਵੇਂ ਉਹ ਅਟੈਕ ਸਿੱਖਾਂ ਦੇ ਖਿਲਾਫ ਹੋਣ, ਹਾਰਡ ਅਟੈਕ ਜਾਂ ਸੌਫਟ ਅਟੈਕ, ਸਾਡੇ ਇਤਿਹਾਸ ਤੇ ਅਟੈਕ, ਸਾਡੀ ਕੌਮ ਤੇ ਅਟੈਕ, ਇਨ ਸਾਰੀ ਚੀਜ਼ਾਂ ਦਾ ਇੱਕ ਹੱਲ ਹੋ ਸਕਦਾ ਹੈ। ਮੈਂ ਗੱਲ ਕਰ ਰਹੀ ਹਾਂ ਐਜੂਕੇਸ਼ਨ ਦੀ। ਅਗਰ ਤੁਸੀਂ ਪੰਜਾਬ ਨੂੰ ਪੜ੍ਹਾ ਸਕਦੇ ਹੋ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ। ਤੇ ਇਸ ਮੁੱਦੇ ਤੇ ਇੱਕ ਵਾਰੀ ਫਿਰ ਤੁਹਾਡੇ ਨਾਲ ਅੱਜ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪਹੁੰਚੇ ਹਾਂ ਰਿਚਮੰਡ ਹਿੱਲ ਨਿਊਯਾਰਕ ਵਿਖੇ। ਇੱਥੇ ਪੰਜਾਬੀਆਂ ਦਾ ਗੜ ਮੰਨਿਆ ਜਾਂਦਾ ਹੈ। ਜਦੋਂ ਵੀ ਕੋਈ ਨਵੇਂ ਇਮੀਗ੍ਰੈਂਟਸ USA ਪਹੁੰਚਦੇ ਆ ਜ਼ਿਆਦਾਤਰ ਉਹ ਨਿਊਯਾਰਕ ਪਹੁੰਚ ਕੇ ਇੱਥੋਂ ਹੀ ਆਪ ਦੀ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਆ। ਤੇ ਅੱਜ ਅਗਰ ਅਸੀਂ ਇੱਕ ਨਵੇਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਰਿਚਮੰਡ ਹਿੱਲ ਤੋਂ ਤੁਹਾਡੇ ਨਾਲ ਇਹ ਪ੍ਰੋਗਰਾਮ ਪੇਸ਼ ਕਰਦੇ ਹੋਏ ਸਾਡੇ ਨਾਲ ਲਾਈਵ ਆਡੀਅנס ਜੁੜੀ ਹੈ। ਸਾਡੇ ਨਾਲ ਇੱਕ ਬਹੁਤ ਹੀ ਖਾਸ ਸੰਸਥਾ ਦੇ ਸੇਵਾਦਾਰ ਤੇ ਸਪੋਰਟਰ ਜੁੜੇ ਹਨ ਤੇ ਉਮੀਦ ਹੈ ਕਿ ਤੁਸੀਂ ਵੀ ਜ਼ਰੂਰ ਇਸ ਪ੍ਰੋਗਰਾਮ ਦੇ ਨਾਲ ਜੁੜ ਕੇ ਇਸ ਕਾਜ਼ ਨੂੰ ਸਪੋਰਟ ਕਰੋਗੇ। ਮੈਂ ਦੱਸਣਾ ਚਾਹੁੰਦੀ ਹਾਂ ਇੱਕ ਸਪੈਸ਼ਲ ਐਕਸਟੈਂਡਡ ਐਪੀਸੋਡ ਪ੍ਰੋਗਰਾਮ ਦਾ ਤੁਹਾਡੇ ਨਾਲ ਅੱਜ ਪੇਸ਼ ਕਰ ਰਹੇ ਹਾਂ ਬਿਕੋਜ਼ ਇਹ ਮੁੱਦਾ ਇੰਨਾ ਇੰਪੋਰਟੈਂਟ ਹੈਗਾ। ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਹੁਣ ਜੋ ਸਾਡੇ ਪਹਿਲੇ ਪੈਨਲਿਸਟ ਹੈਗੇ ਉਹਨਾਂ ਨੂੰ ਤੁਹਾਡੇ ਨਾਲ ਇੰਟਰੋਡਿਊਸ ਕਰਦੇ ਹੋਏ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਇਸ ਸਪੈਸ਼ਲ ਪ੍ਰੋਗਰਾਮ ਦੇ ਪਹਿਲੇ ਗੈਸਟ। ਸਭ ਤੋਂ ਪਹਿਲੇ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं सारिਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਨਾ ਚਾਹਾਂਗੀ। ਸਭ ਤੋਂ ਪਹਿਲੇ ਰਘਬੀਰ ਸਿੰਘ ਸੁਬਾਨਪੁਰ ਜੀ, ਤੁਸੀਂ ਇੱਥੇ ਦੇ ਮੱਖਣ ਸ਼ਾਹ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰੇ ਦੇ ਸਾਬਕਾ ਪ੍ਰਧਾਨ ਵੀ ਰਹੇ ਹੋ। ਬਟ ਮੈਂ ਕਹਾਂਗੀ ਜਦੋਂ ਸਾਡੀ ਇੱਥੇ ਦੀ ਵਸਦੀ ਕਮਿਊਨਿਟੀ ਦੀ ਗੱਲ ਆਉਂਦੀ ਹੈ ਭਾਵੇਂ ਉਹ ਧਾਰਮਿਕ ਹੋਏ, ਕਮਿਊਨਿਟੀ ਬੇਸਡ ਹੋਏ, ਸੋਸ਼ਲ ਤੇ ਖਾਸ ਕਰਕੇ ਪੋਲੀਟੀਕਲ ਜੋ ਇਨੀਸ਼ੀਏਟਿਵਸ ਪ੍ਰੋਜੈਕਟਸ ਹੋ ਰਹੇ ਹਰੇਕ ਦੇ ਵਿੱਚ ਤੁਸੀਂ ਮੌਜੂਦ ਹੁੰਦੇ ਹੋ। ਤੁਸੀਂ ਬਹੁਤ ਵੱਡਾ ਰੋਲ ਨਿਭਾ ਰਹੇ ਹੋ ਸਾਡੀ ਕੌਮ ਨੂੰ ਅੱਗੇ ਵਧਾਉਣ ਲਈ। ਥੈਂਕ ਯੂ ਸੋ ਮਚ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ। ਸਾਡੇ ਨਾਲ ਪੈਨਲ ਤੇ ਜੁੜੇ ਹਨ ਕਿਰਪਾਲ ਸਿੰਘ ਜੀ ਜੋ ਕਿ ਜਦੋਂ ਐਜੂਕੇਸ਼ਨ ਦਾ ਮਸਲਾ ਆਉਂਦਾ ਹੈ, ਕਿਰਪਾਲ ਜੀ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਤੁਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਨਾਲ ਕਰ ਰਹੇ ਹੋ ਬਿਕੋਜ਼ ਐਜੂਕੇਸ਼ਨ ਨਾ ਕਿ ਜਦੋਂ ਪੰਜਾਬ ਦੇ ਵਿੱਚ 70 ਦੀ ਗੱਲ ਹੈਗੀ ਉੱਥੇ ਤੁਸੀਂ ਕਰ ਰਹੇ ਸੀ ਬਟ ਇੱਥੇ ਵੀ ਤੁਸੀਂ ਐਜੂਕੇਸ਼ਨ ਦੇ ਮਿਸ਼ਨ ਦੇ ਵਿੱਚ ਜੁੜੇ ਹੋਏ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹਾਂ। ਐਂਡ ਆਫ ਕੋਰਸ ਬੜੂ ਸਾਹਿਬ ਕਲਗੀਧਰ ਟਰਸਟ ਸੰਸਥਾ ਵੱਲੋਂ ਸੇਵਾਦਾਰ ਕੈਲੀਫੋਰਨੀਆ ਬੇ ਏਰੀਆ ਦੇ ਵਿੱਚ ਸਿਵਲ ਇੰਜੀਨੀਅਰਿੰਗ ਭਾਵੇਂ ਤੁਹਾਡਾ ਪ੍ਰੋਫੈਸ਼ਨ ਹੈਗਾ ਬਟ ਇਸ ਸੇਵਾ ਦੇ ਵਿੱਚ ਉਸ ਪ੍ਰੋਫੈਸ਼ਨ ਨੂੰ ਨਿਭਾਉਂਦੇ ਹੋਏ ਤੁਸੀਂ ਇਸ ਸੇਵਾ ਦੇ ਵਿੱਚ ਲੱਗੇ ਹੋਏ। ਜਸਪਾਲ ਸਿੰਘ ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਬਿਫੋਰ ਵੀ ਗੈਟ ਟੂ ਦ ਸੋਲੂਸ਼ਨਸ ਥੋੜ੍ਹੀ ਜਿਹੀ ਇਨ ਪ੍ਰੋਬਲਮਾਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਜਸਪਾਲ ਜੀ ਨਿਊਜ਼ ਕਾਫੀ ਚਰਚਾ ਹੋ ਰਹੀ ਹੈ ਭਾਵੇਂ ਉਹ ਬੇਅਦਬੀ ਜੋ ਹੁਣ ਮਸਲੇ ਉੱਠੇ ਹੈ ਭਾਵੇਂ ਅਗਰ ਤੁਸੀਂ ਪੁਰਾਣੇ ਸਮੇਂ 'ਚ ਵੇਖ ਲਓ ਇਹ ਬਹੁਤ ਵੱਡਾ ਮਸਲਾ ਹੈਗਾ। ਇਨਫੈਕਟ ਮੈਂ ਕੁਛ ਨੰਬਰਸ ਵੇਖ ਰਹੀ ਸੀ ਇਟਸ ਲਾਈਕ 308 ਕੇਸਿਸ of sacrilege 300 ਤੋਂ ਵੱਧ ਜੋ ਦਰਜ ਕੀਤੇ ਗਏ ਕੇਸਿਸ। ਇਹ ਤਾਂ ਜੋ ਸਾਨੂੰ ਪਤਾ ਹੈਗੇ ਇਹੋ ਜਿਹੇ ਵੱਖ-ਵੱਖ ਅਟੈਕਸ ਸਿੱਖਾਂ ਤੇ ਸਿੱਖ ਕੌਮ ਦੇ ਖਿਲਾਫ ਹੁੰਦੇ ਰਹਿੰਦੇ ਆ। ਇਹਨਾਂ ਦੇ ਬਾਰੇ ਥੋੜੀ ਜਿਹੀ ਗੱਲ ਕਰਦੇ ਹਾਂ ਫਿਰ ਅਸੀਂ ਗੱਲ ਕਰਾਂਗੇ ਕਿ ਇਹਨਾਂ ਦਾ ਹੱਲ ਹੋ ਸਕਦਾ ਤੇ ਕਿਸ ਤਰ੍ਹਾਂ ਇਹ ਸੰਸਥਾ ਆਲਰੇਡੀ ਕੰਮ ਕਰ ਰਹੀ ਹੈ ਇਸ ਮਿਸ਼ਨ ਤੇ ਲੱਗੀ ਹੋਈ ਹੈ, ਕਿਸ ਤਰ੍ਹਾਂ ਲੋਕੀ ਸਪੋਰਟ ਕਰ ਸਕਦੇ ਆ। ਜਸਪਾਲ ਜੀ। ਅਸ਼ਮਿਤਾ ਜੀ ਥੈਂਕ ਯੂ। ਜਸ TV ਦਾ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਹਮੇਸ਼ਾ ਮੌਕਾ ਦਿੰਦੇ ਨੇ ਕਿ ਅਸੀਂ ਸਾਰੀਆਂ ਸੰਗਤਾਂ ਦੇ ਰੂਬਰੂ ਹੁੰਦੇ ਹਾਂ। ਵਾਰੀ ਅਸੀਂ ਬੜੂ ਸਾਹਿਬ ਦੀ ਆਰਗੇਨਾਈਜੇਸ਼ਨ ਵੱਲੋਂ ਪਲੱਸ ਜੋ ਅੱਜ ਤੁਸੀਂ ਜਿਹੜਾ ਜੋ ਇੰਸਟੈਂਸ ਦੀ ਗੱਲ ਕੀਤੀ ਹੈ ਬੜਾ ਸੈਂਸਿਟਿਵ ਇਸ਼ੂ ਹੈ ਸਿੱਖਾਂ ਦੇ ਲਈ ਬਹੁਤ ਮਤਲਬ ਕਿ ਇਹ ਮੰਦਭਾਗੀ ਘਟਨਾ ਅਤੇ ਮੈਂ ਤਾਂ ਬੜਾ ਹੈਰਾਨ ਹਾਂ ਕਿ 2015 ਤੋਂ ਆਪਾਂ ਪਹਿਲਾਂ ਇਸ ਚੀਜ਼ ਦੇ ਪਿੱਛੇ ਕਿੰਨਾ ਫਾਈਟ ਕੀਤਾ ਪਰ ਕੋਈ ਸਲੂਸ਼ਨ ਨਾ ਨਿਕਲਣ ਕਰਕੇ ਹੁਣ ਜਿਹੜੀਆਂ ਇਹ ਘਟਨਾਵਾਂ ਜਿਹੜੀਆਂ ਵੱਧਦੀਆਂ ਬਰਗਾੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਪਹੁੰਚ ਗਈਆਂ ਨੇ ਇਟਸ ਵੈਰੀ ਅਨਫੋਰਚੂਨੇਟ। ਅਤੇ ਆਪਾਂ ਨੂੰ ਜੋ ਵੀ ਜਿੰਨੀ ਵੀ ਇਹਦੀ ਨਿੰਦਿਆ ਕਰ ਸਕਦੇ ਹਾਂ ਆਪਾਂ ਨੂੰ ਵੱਧ ਤੋਂ ਵੱਧ ਇਸ ਚੀਜ਼ ਦੀ ਨਿਖੇਧੀ ਵੀ ਕਰਦੇ ਹਾਂ। ਸੋ ਇਹ ਇੱਕ ਸਿਰਫ ਇੱਕ ਇਹੀ
ਇਸ਼ੂ ਨਹੀਂ ਹੈ। ਮਤਲਬ ਕਿ ਜੋ ਸਿੱਖਾਂ ਦੇ ਨਾਲ ਜਦੋਂ ਤੋਂ ਆਪਾਂ ਕਹਿ ਲਓ ਵੀ ਆਜ਼ਾਦ ਹੋਏ ਆ, ਜਦੋਂ ਤੋਂ ਪੰਜਾਬ ਬਣਿਆ, ਉਦੋਂ ਤੋਂ ਲੈ ਕੇ ਹੁਣ ਤੱਕ ਮਤਲਬ ਕਿ ਹਰ ਇੱਕ ਤਰੀਕੇ ਦੇ ਨਾਲ ਸਾਡੀ ਕੌਮ ਦੇ ਉੱਤੇ ਕਦੇ ਨਾ ਕਦੇ ਪਾਣੀਆਂ ਦਾ ਮੁੱਦਾ ਹੋ ਗਿਆ, ਕਦੇ ਚੰਡੀਗੜ੍ਹ ਦਾ ਮੁੱਦਾ ਹੋ ਗਿਆ, ਕਦੇ ਕਿਸੇ ਹਰ ਇੱਕ ਡਿਫਰੈਂਟ ਮਤਲਬ ਕਹ ਲਓ ਵੀ ਸਾਡੇ ਕਦੇ ਪੰਜਾਬੀ ਬੋਲੀ ਦਾ ਮੁੱਦਾ ਹੋ ਗਿਆ। ਉਦੋਂ ਤੋਂ ਲੈ ਕੇ ਪੰਜਾਬ ਸਟਰਗਲ ਕਰ ਰਿਹਾ ਹੈ। ਹੁਣ ਵੀ ਦੇਖੋ ਫਾਰਮਰਸ ਦਾ ਜਿਹੜਾ ਸੀਗਾ ਕਿੰਨਾ ਵੱਡਾ ਮਤਲਬ ਕਿ ਇਸ਼ੂ ਸੀ ਉਹ ਸਾਡੇ ਲਈ, ਜੋ ਨਾ ਸੋਲਵ ਹੁੰਦਾ ਤਾਂ ਠੀਕ ਹੈ ਨਾ ਜੀ, ਸਾਡੀ ਹੋਂਦ ਹੀ ਖਤਮ ਹੋ ਜਾਣੀ ਸੀ। ਸੋ ਇਹ ਸਾਰੇ ਜਿਹੜੇ ਹੈ ਨਾ ਡਿਫਰੈਂਟ ਤਰੀਕੇ ਦੇ ਨਾਲ ਸਾਡੇ ਉੱਤੇ ਮਤਲਬ ਕਿ ਅਟੈਕ ਹੋ ਰਹੇ ਨੇ ਉਸ ਚੀਜ਼ ਦੇ ਵਿੱਚ। ਤੇ ਪਰ ਅਸੀਂ ਇੱਕ ਤਾਂ ਮੈਂ ਇਸ ਚੀਜ਼ ਦੇ ਵਿੱਚ ਬੜਾ ਖੁਸ਼ਕਿਸਮਤ ਸਮਝਦਾ ਕਿ ਸਾਡੀ ਸਿੱਖ ਕੌਮ ਜਿਹੜੀ ਹੈਗੀ ਆ, ਉਹ ਬਹੁਤ ਸਾਰੇ ਲੋਕ ਜਿਹੜੇ ਬਾਹਰਲੇ ਕੰਟਰੀ ਦੇ ਵਿੱਚ ਆਏ ਨੇ, ਬੜੇ ਸਕਸੈਸਫੁਲ ਹੋਏ ਨੇ, ਔਰ ਬੜੀ ਵੱਡੀ ਸਪੋਰਟ ਜਿਹੜੀ ਹੈਗੀ ਆ ਅਸੀਂ ਬਾਹਰੋਂ ਬੈਠ ਕੇ ਜਿਹੜੀ ਹੈ ਆਪਣੀ ਕੌਮ ਨੂੰ ਕਰ ਰਹੇ ਹਾਂ। ਹੁਣ ਜਿਹੜਾ ਕਿਸਾਨੀ ਦਾ ਮੁੱਦਾ ਵੀ ਜਿਹੜਾ ਉਹਦੇ ਵਿੱਚ ਮਤਲਬ ਕਿ ਬਾਹਰ ਦੀਆਂ NRI ਸੰਗਤਾਂ ਨੇ ਬੇਹੱਦ ਮਤਲਬ ਕਿ ਆਪਣੀ ਭੂਮਿਕਾ ਨਿਭਾਈ ਹੈ, ਚਾਹੇ ਇੱਥੋਂ ਜਾ ਕੇ, ਚਾਹੇ ਤੋਂ ਫੰਡ ਭੇਜ ਕੇ, ਚਾਹੇ ਲੰਗਰਾਂ ਦੀ ਸੇਵਾ ਕਰਕੇ, ਚਾਹੇ ਮੋਰਲ ਸਪੋਰਟ ਕਰਕੇ, ਚਾਹੇ ਬਾਹਰ ਇੱਥੇ ਐਮਬੈਸੀਆਂ ਦੇ ਵਿੱਚ ਜਾ ਕੇ, ਜਾਂ ਜੋ ਕੋਈ ਪੋਲੀਟੀਕਲ ਲੀਡਰ ਇੰਡੀਆ ਤੋਂ ਆਉਂਦੇ ਸੀ ਉਹਨਾਂ ਦੇ ਅਗੇਂਸਟ ਵਿਦਰੋਹ ਕਰਕੇ। ਮੈਂ ਧੰਨਵਾਦ ਕਰਦਾ NRIs ਦਾ ਕਿ ਉਹਨਾਂ ਨੇ ਇੰਨੀ ਵੱਡੀ ਭੂਮਿਕਾ ਨਿਭਾਈ ਹੈ ਇਹ ਜਿਹੜਾ ਹੁਣ ਅੰਦੋਲਨ ਚੱਲ ਰਿਹਾ ਸੀ। ਸੋ ਇਹ ਸਾਰੇ ਜਿਹੜੇ ਮੁੱਦੇ ਹੈਗੇ ਨੇ, ਜਦੋਂ ਆਪਾਂ ਇਹਨਾਂ ਨੂੰ ਇੱਕ ਐਨਾਲਾਈਜ਼ ਕਰਦੇ ਹਾਂ, ਜਦੋਂ ਇਹਨਾਂ ਦੀ ਰੂਟ ਕਾਜ਼ ਤੇ ਪਹੁੰਚਦੇ ਹਾਂ, ਠੀਕ ਹੈ ਨਾ ਜੀ, ਉਹਦਾ ਸਭ ਤੋਂ ਵੱਡਾ ਰੂਟ ਕਾਜ਼ ਬਣ ਜਾਂਦਾ ਸਾਡੀ ਐਜੂਕੇਸ਼ਨ। ਪੰਜਾਬ ਦੇ ਵਿੱਚ ਐਜੂਕੇਸ਼ਨ ਦੀ ਘਾਟ ਜਿਹੜੀ ਹੈ ਉਹ ਸਾਨੂੰ ਸਕਸੀਡ ਨਹੀਂ ਹੋਣ ਦੇ ਰਹੀ। ਇਟ ਇਜ਼ ਦ ਬਿਗੈਸਟ ਹਰਡਲ ਮਤਲਬ ਕਿ ਜਿੱਦਾਂ, ਠੀਕ ਹੈ ਨਾ ਜੀ, ਕਿਉਂਕਿ ਜਿੱਦਾਂ ਹੁਣ ਬਾਕੀ ਜਿਹੜੀਆਂ ਸਟੇਟਸ ਨੇ ਉਹ ਸਾਡੇ ਨਾਲੋਂ ਬਹੁਤ ਸਾਰੀਆਂ ਅੱਗੇ ਲੰਘ ਚੁੱਕੀਆਂ ਨੇ ਜੀ। ਖਾਸ ਕਰਕੇ ਸਾਊਥ ਦੀ ਸਟੇਟਾਂ ਕਿੰਨੀ ਤਰੱਕੀਆਂ ਕੀਤੀਆਂ ਉਹਨਾਂ ਨੇ, ਕਿੰਨੀਆਂ ਤਰੱਕੀਆਂ ਕੀਤੀਆਂ ਨੇ ਉਹਨਾਂ ਨੇ, ਠੀਕ ਹੈ ਨਾ ਜੀ। ਤੇ ਤੁਸੀਂ ਇੱਥੇ ਦੇਖੋ ਮਤਲਬ ਕਿ ਜੇ ਕੋਈ ਸਾਊਥ ਦਾ ਬੱਚਾ ਆਉਂਦਾ ਤਾਂ ਉਹ ਆਪਣੀ ਟਿਕਟ ਵੀ ਉਹਨੂੰ ਪਹਿਲਾਂ ਮਿਲਦੀ ਹੈ, ਉਹਨੂੰ ਇੱਥੇ ਅਪਾਰਟਮੈਂਟ ਵੀ ਪਹਿਲਾਂ ਮਿਲਦੀ ਹੈ, ਉਹਨੂੰ ਉਹਦਾ ਸਾਰਾ ਅਰੇਂਜਮੈਂਟ ਪਹਿਲਾਂ ਚੰਗੇ ਵੀਜ਼ੇ ਤੇ ਨੌਕਰੀਆਂ ਲੈ ਕੇ ਆਉਂਦੇ ਨੇ। ਤੇ ਸਾਡੇ ਜਿਹੜੇ ਬੱਚੇ ਨੇ ਉਹ ਪਤਾ ਨਹੀਂ ਕਿਹੜੇ ਕੰਟਰੀਆਂ ਦੇ ਵਿੱਚ ਵਿਚਾਰੇ ਧੱਕੇ ਖਾ ਕੇ ਆਉਂਦੇ ਨੇ, ਕਿਵੇਂ ਬਾਰਡਰ ਕ੍ਰਾਸ ਕਰਦੇ ਨੇ, ਫਿਰ ਇਲੀਗਲੀ ਰਹਿ ਕੇ ਇੱਥੇ ਕੰਮ ਕਰਦੇ ਨੇ, ਫਿਰ ਪੱਕੇ ਹੋਣ ਦਾ ਕੋਈ ਯਤਨ ਕਰਦੇ ਨੇ, ਕਦੇ ਰੈਸਟੋਰੈਂਟਾਂ 'ਤੇ ਕੰਮ, ਕਦੇ ਲਿਕਰ ਸਟੋਰਾਂ 'ਤੇ ਕੰਮ, ਉਸ ਤੋਂ ਬਾਅਦ ਜਾ ਕੇ ਫਿਰ ਉਹ ਟਰੱਕ ਚਲਾਉਂਦੇ ਨੇ, ਜਿਹਨੂੰ ਕਿਸ ਮਤਲਬ ਕਿ ਰਸਤੇ ਦੇ ਵਿੱਚੋਂ ਲੰਘਣਾ ਪੈਂਦਾ। ਸਾਡੇ ਪੰਜਾਬੀ ਮੈਂ ਕਹਿਣਾ ਫਿਰ ਵੀ ਧੰਨ ਨੇ, ਮੈਂ ਕਹਿੰਦਾ ਧੰਨਤਾ ਦੇ ਯੋਗ ਨੇ। ਇੰਨੀਆਂ ਸਰਕਮਸਟਾਂਸਿਸ ਦੇ ਵਿੱਚੋਂ ਲੰਘਦੇ ਆ ਕੇ ਫਿਰ ਵੀ ਅੱਜ ਤੁਸੀਂ ਐਨਾਲਾਈਜ਼ ਕਰਕੇ ਦੇਖੋ ਪੰਜਾਬੀਆਂ ਨੇ ਹੱਥ ਤਾਂ ਤੱਕ ਪਾਏ ਹੋਏ ਨੇ। ਮਤਲਬ ਮੈਂ ਇੰਜੀਨੀਅਰਿੰਗ ਡਿਜ਼ਾਈਨ ਕੰਸਟਰਕਸ਼ਨ ਦੇ ਵਿੱਚ ਮੇਰੇ ਕਲਾਇੰਟਸ ਸਾਰੇ ਪੰਜਾਬੀ ਨੇ। ਅੱਜ ਮਤਲਬ ਮੈਂ ਜ਼ਿਆਦਾ ਜਿਹੜੇ ਮੇਰਾ ਜ਼ਿਆਦਾ ਕੰਮ ਹੈ ਜਾਂ ਕਨਵੀਨੀਅੰਸ ਸਟੋਰ ਕੰਸਟਰਕਸ਼ਨ ਕਰਨ ਦਾ ਜਾਂ ਮਤਲਬ ਮੈਰੀਅਟ ਹੋਟਲਸ, ਹੈਮਪਟਨ, ਮੈਂ ਉਹਨਾਂ ਦੇ ਡਿਜ਼ਾਈਨ ਕਰਦਾ। ਔਰ ਮੋਸਟਲੀ ਜਿਹੜੇ ਮੇਰੇ ਕਲਾਇੰਟਸ ਨੇ ਪੰਜਾਬੀ ਨੇ, ਔਰ ਉਹਨਾਂ ਨੇ ਮਤਲਬ ਧੰਨ ਕਰਾਈ ਪਈ ਆ ਵੀ ਇੰਨੇ ਹੋਟਲ ਬਣਾ ਰਹੇ ਨੇ, ਇੰਨੇ ਮਤਲਬ ਬੰਦੇ ਆਪਣੇ ਕੰਮ ਕਰ ਰਹੇ ਨੇ। ਆਰਕੋ ਗੈਸ ਸਟੇਸ਼ਨ, ਸ਼ਾਵਰਨ ਦੇ ਗੈਸ ਸਟੇਸ਼ਨ, ਜਾਂ ਮਤਲਬ ਡਿਫਰੈਂਟ ਵੈਰੀ ਸਕਸੈਸਫੁਲ, ਐਂਡ ਆਈ ਐਮ ਅਮੇਜ਼ਡ ਵਿਦ ਇਟ। ਹਾਂਜੀ, ਸੋ ਇਸ ਕਰਕੇ ਇਹ ਸਾਡਾ ਇੱਕ ਪੋਜ਼ੀਟਿਵ ਪੱਖ ਹੈ। ਪਰ ਸਾਡਾ ਨੈਗੇਟਿਵ ਪੱਖ ਇਹ ਹੈਗਾ ਕਿ ਸਾਡਾ ਜਿਹੜਾ ਪੰਜਾਬ ਹੈ, ਜਿੱਥੋਂ ਅਸੀਂ ਆਏ ਹਾਂ, ਠੀਕ ਹੈ ਨਾ ਜੀ, ਅਸੀਂ ਫਾਰਚੂਨੇਟ ਹਾਂ ਜਿਹੜੇ ਇੱਥੇ ਆ ਗਏ, ਪਰ ਜਿਹੜਾ ਉੱਥੇ ਦੇ ਹਾਲਾਤ ਨੇ ਉਹ ਜੇ ਅੱਜ ਤੋਂ 30 ਸਾਲ ਪਹਿਲਾਂ ਜਿੱਥੇ ਸੀਗੇ ਉਦੋਂ ਖਰਾਬ, ਉਸ ਤੋਂ ਵੀ ਖਰਾਬ ਹੋਏ ਨੇ। ਹਾਂਜੀ, ਉਹ ਕੋਈ ਬੈਟਰ ਨਹੀਂ ਹੋ ਰਹੇ, ਔਰ ਨਾ ਹੀ ਬੈਟਰ ਹੋ ਰਹੇ ਨੇ। ਹਾਂਜੀ, ਉਹਨਾਂ ਨੂੰ ਅਸੀਂ ਬੈਟਰ ਕਿਵੇਂ ਕਰ ਸਕਦੇ ਹਾਂ, ਉਹਦੀ ਗੱਲ ਜਿਹੜੀ ਆਪਾਂ ਬਾਰ-ਬਾਰ ਇੱਥੇ ਕਰਦੇ ਰਹਿੰਦੇ ਹਾਂ, ਠੀਕ ਹੈ ਨਾ ਜੀ। ਔਰ ਸਭ ਤੋਂ ਵੱਧ ਜੇ ਆਪਾਂ ਕੋਈ ਜਿਹੜੀਆਂ ਹੁਣ ਫੈਮਲੀਜ਼ ਨੇ, ਦੇਖੋ ਉੱਥੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖੋ 1992 ਤੋਂ ਲੈ ਕੇ 94 ਤੋਂ ਲੈ ਕੇ ਮਤਲਬ ਉੱਥੇ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਹੋਣੀਆਂ ਸ਼ੁਰੂ ਹੋਈਆਂ। ਫਾਰਮਰਸ ਦੀ ਕਿੰਨੀ ਮਤਲਬ ਮਾੜੀ ਹਾਲਤ ਹੈ। ਹਾਂਜੀ, ਔਰ ਉਸ ਨੂੰ ਵੀ ਉਦੋਂ ਵੀ ਬੈਡ ਹੋ ਜਾਣੀ ਸੀ ਜੇ ਇਹ ਰੂਲਸ ਜਿਹੜੇ ਰੈਗੂਲੇਸ਼ਨਸ ਇੰਡੀਅਨ ਗਵਰਨਮੈਂਟ ਨੇ ਬਣਾਏ ਨੇ ਜੋ ਬੈਕਅਪ ਨਾ ਹੁੰਦੇ ਤਾਂ। ਹਾਂਜੀ, ਉਸ ਮਤਲਬ ਕਿ ਪੰਜਾਬ ਦੇ ਵਿੱਚ ਕਿੰਨੀਆਂ ਲੇਡੀਜ਼ ਵਿਚਾਰੀਆਂ ਵਿਧਵਾ ਹੋ ਗਈਆਂ ਜਿਨ੍ਹਾਂ ਦੇ ਹਸਬੈਂਡ ਸੁਸਾਈਡ ਕਰ ਗਏ, ਕਿੱਦਾਂ ਉਹਨਾਂ ਦੇ ਬੱਚੇ ਅਨਾਥ ਹੋ ਗਏ। ਕਦੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਦੇਖੋ ਤੁਸੀਂ, ਠੀਕ ਹੈ ਨਾ ਜੀ, ਕੀ ਹਾਲਾਤ ਨੇ। ਸੋ ਇੰਨੇ ਮਤਲਬ ਕਿ ਪੰਜਾਬ, ਕਦੇ ਸੁਣਿਆ ਸੀ ਪੰਜਾਬ ਦੇ ਲੋਕ ਮਤਲਬ ਸੁਸਾਈਡ ਕਰ ਲੈਣਗੇ? ਠੀਕ ਹੈ ਜੀ, ਇੰਨੀ ਬਹਾਦਰ ਕੌਮ ਸਾਡੀ, ਠੀਕ ਹੈ ਨਾ ਜੀ, ਦੁਸ਼ਮਣਾਂ ਦੇ ਮੂਹਰੇ ਖੜਨ ਵਾਲੀ ਕੌਮ ਸਾਡੀ, ਠੀਕ ਹੈ ਜੀ, ਉਹ ਕਿਸ ਤਰ੍ਹਾਂ ਮਾਯੂਸ ਹੋ ਗਈ, ਕਿਸ ਤਰੀਕੇ ਦੇ ਨਾਲ ਮਤਲਬ ਕਿ ਉਹ ਬੇਸਹਾਰਾ ਹੋ ਗਈ ਇੱਕ ਤਰੀਕੇ ਨਾਲ। ਉਹਦੇ ਦੋ ਕਾਰਨ ਨੇ, ਇੱਕ ਐਜੂਕੇਸ਼ਨ, ਦੂਸਰੇ ਪਾਸੇ ਸਾਡੀ ਰਿਲੀਜੀਅਸ ਬੈਕਗਰਾਉਂਡ। ਜੀ ਬਿਲਕੁਲ। ਜਸਪਾਲ ਸਿੰਘ ਜੀ, ਤੁਸੀਂ ਕਿਸਾਨਾਂ ਦੀ ਇਸ ਮੁੱਦੇ ਦੀ ਹੁਣ ਗੱਲ ਕੀਤੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ, ਇੱਕ ਵਾਰੀ ਫਿਰ ਸਾਡੇ ਨਾਲ ਇੱਥੇ ਲਾਈਵ ਆਡੀਅנס ਵੀ ਜੁੜੀ ਹੋਈ ਹੈ। ਇਸ ਕਮਿਊਨਿਟੀ ਦੀ ਜੋ ਆਡੀਅנס ਹੈਗੀ, ਖਾਸ ਕਰਕੇ ਰਿਚਮੰਡ ਹਿੱਲ ਦੀ, ਉਹਨਾਂ ਨੇ ਇਸ ਕਿਸਾਨੀ ਮੁੱਦੇ ਤੇ ਪਿਛਲੇ ਸਾਲ ਤੋਂ ਇੰਨੇ ਵੱਡੇ ਲੈਵਲ ਤੇ ਇੱਥੇ
ਅਵੇਅਰਨੈਸ ਰੇਜ਼ ਕੀਤੀ ਹੈ, ਸਪੋਰਟ ਰੇਜ਼ ਕੀਤੀ ਹੈ। ਸੋ ਆਮ ਸੋ ਗਲੈਡ ਕਿ ਤੁਸੀਂ ਉਸ ਮੁੱਦੇ ਤੇ ਗੱਲ ਕਰੋ, ਬਿਕੋਜ਼ ਇੱਥੇ ਸਭ ਤੋਂ ਜ਼ਿਆਦਾ ਇਹ ਮਹਿਸੂਸ ਹੁੰਦਾ ਹੈ ਕਿ ਭਾਵੇਂ ਇਸ ਮੋਰਚੇ ਦੇ ਵਿੱਚ ਫਤਿਹ ਅਸੀਂ ਜ਼ਰੂਰ ਲੈ ਲਈ ਹੈ, ਬਟ ਜੋ ਇਹ ਕ੍ਰਾਈਸਿਸ ਹੈਗੀ, ਜੋ ਇਹ ਵੱਡੀ ਸਮੱਸਿਆ ਕਿਸਾਨੀ ਦੀ, ਉਹ ਹਲੇ ਹੱਲ ਨਹੀਂ ਹੋਈ। ਪ੍ਰਧਾਨ ਜੀ, ਮੈਂ ਤੁਹਾਡੇ ਨਾਲ ਪੁੱਛਣਾ ਚਾਹਾਂਗੀ, ਤੁਸੀਂ ਹਰੀ ਪੱਗ ਅੱਜ ਪਾਈ ਹੋਈ ਹੈ, ਤੁਸੀਂ ਵੀ ਕਿਸਾਨੀ ਇੱਕ ਪ੍ਰੋਗਰਾਮ ਤੋਂ ਹੀ ਆਏ ਹੋ ਜੋ ਇਸ ਜਿੱਤ ਨੂੰ ਸੈਲੀਬ੍ਰੇਟ ਕਰ ਰਿਹਾ ਹੈ, ਬਟ ਸਾਨੂੰ ਪਤਾ ਹੈ ਹਲੇ ਕੰਮ ਖਤਮ ਨਹੀਂ ਹੋਇਆ। ਜੋ ਇਹ ਕਿਸਾਨੀ ਦਾ ਮੁੱਦਾ ਹੁੰਦਾ ਹੈ, ਖਾਸ ਕਰਕੇ ਜੋ ਇੱਥੇ ਬੈਠੀ ਹੋਈ ਆਪਣੀ ਕਮਿਊਨਿਟੀ ਹੈਗੀ, ਉਹਦੇ ਵਿੱਚ ਐਜੂਕੇਸ਼ਨ ਦਾ ਕਿੰਨਾ ਕੁ ਵੱਡਾ ਰੋਲ ਰਿਹਾ, ਭਾਵੇਂ ਐਜੂਕੇਸ਼ਨ ਹੋਏ ਕਿ ਸਾਡੀ ਕੌਮ ਕੌਣ ਹੈ, ਸਾਡੇ ਲਈ ਕਿਸਾਨੀ ਕੀ ਅਹਿਮੀਅਤ ਰੱਖਦੀ ਹੈ, ਸਿੱਖੀ ਕੀ ਹੈਗੀ, ਇਸ ਐਜੂਕੇਸ਼ਨ ਨੂੰ ਸਾਡੇ ਬੱਚਿਆਂ ਤੱਕ ਪਹੁੰਚਾਉਣਾ, ਸਾਡੇ ਜੋ ਨਾਨ ਇੰਡੀਅਨ ਨਾਨ ਪੰਜਾਬੀ ਜਿਸ ਤਰ੍ਹਾਂ ਦੇ ਪੋਲੀਟੀਸ਼ੀਅਨਸ ਦੇ ਨਾਲ ਤੁਸੀਂ ਵਰਤਦੇ ਹੋ, ਉਹਨਾਂ ਤੱਕ ਇਹ ਗੱਲ ਪਹੁੰਚਾਉਣੀ ਕਿੰਨੀ ਅਹਿਮੀਅਤ ਰੱਖਦੀ ਹੈ ਇਸ ਤਰ੍ਹਾਂ ਦੀ ਐਜੂਕੇਸ਼ਨ? ਸਭ ਤੋਂ ਪਹਿਲਾਂ ਸਮਿਤਾ ਜੀ, ਸਮੁੱਚੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਗੁਰਦੁਆਰੇ ਬਾਬਾ ਮੱਖਣ ਸ਼ਾਹ ਲਬਾਣਾ ਵਿੱਚ ਫਤਿਹ ਦਿਵਸ ਮਨਾਇਆ ਗਿਆ, ਜੋ ਕਿਸਾਨਾਂ ਦੀ ਜਿੱਤ ਹੋਈ। ਤਾਂ ਅਸੀਂ ਤਕਰੀਬਨ ਸਾਰੇ ਹਰੀਆਂ ਪੱਗਾਂ ਬੰਨ੍ਹ ਕੇ ਆਏ ਸੀ ਕਿ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ। ਸਾਨੂੰ ਨਹੀਂ, ਸਾਰੇ ਆਪਣੇ ਜਿੰਨੇ ਵੀ ਆਪਣੇ ਇੰਡੀਆ ਦੇ ਲੋਕ ਕਿਸਾਨੀ ਨਾਲ ਜੁੜੇ ਨੇ, ਉਹਨਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਜੀ, ਕਿਉਂਕਿ 1 ਸਾਲ ਤੋਂ ਉੱਤੇ ਸਮੇਂ ਦੇ ਵਿੱਚ ਜੋ ਕਸ਼ਟ ਸਾਡੀ ਕੌਮ ਨੇ ਜਾਂ ਕਿਸਾਨਾਂ ਨੇ ਆਪਣੇ ਪਿੰਡੇ ਤੇ ਹੰਢਾਇਆ, ਉਹਦਾ ਅਸੀਂ ਇਮੇਜਿਨ ਨਹੀਂ ਕਰ ਸਕਦੇ। 750 ਦੇ ਤਕਰੀਬ ਜਾਨਾਂ ਗਈਆਂ, ਬਜ਼ੁਰਗ ਮਾਤਾਵਾਂ, ਸਾਡੇ ਬਜ਼ੁਰਗ, ਬੜੀ ਬੜੀ ਉਮਰ ਦੇ ਇਨਸਾਨ, ਬੱਚੇ ਛੋਟੇ ਤੋਂ ਲੈ ਕੇ ਸਾਰਾ ਕੁਝ ਉਹਨਾਂ ਆਪਣੇ ਪਿੰਡੇ ਤੇ ਹੰਢਾਇਆ। ਤਾਂ ਸੜਕਾਂ 'ਤੇ ਘਰ ਬਣਾ ਕੇ ਰਹੇ, ਅਤੇ ਇਹ ਸਾਰਾ ਕੁਝ ਅਸੀਂ ਆਪਣੀ ਅੱਖੀਂ ਦੇਖਿਆ। ਅਤੇ ਅਸੀਂ ਜਿੰਨਾ ਵੀ ਹੋ ਸਕੇ ਸਾਰਿਆਂ ਮਦਦ ਵੀ ਕੀਤੀ। ਤਾਂ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਜਿਹਦੇ 'ਤੇ ਸਾਰਿਆਂ ਨੂੰ ਦੁੱਖ ਹੁੰਦਾ ਅਤੇ ਖੁਸ਼ੀ ਮਿਲਦੀ ਹੈ, ਜਿੱਤ ਹੁੰਦੀ ਹੈ, ਅਤੇ ਉਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਦਾਂ ਆਪਾਂ ਖੁਸ਼ ਹੁੰਦੇ ਹਾਂ। ਬਿਲਕੁਲ। ਗੁਰੂ ਨਾਨਕ ਦੇਵ ਦਾ ਜਨਮ ਦਿਨ ਸੀ, ਜਿਸ ਮਹਾਰਾਜ ਦਾ ਪਹਿਲੀ ਪਾਤਸ਼ਾਹੀ ਦਾ, ਤਾਂ ਅਸੀਂ ਗੁਰੂ ਘਰ ਹੀ ਬੈਠੇ ਸੀ ਜੀ। ਤਾਂ ਗੁਰੂ ਦੀਆਂ ਖੁਸ਼ੀਆਂ ਲੈ ਰਹੇ ਸੀ। ਤਾਂ ਇੰਡੀਆ ਤੋਂ WhatsApp ਤੇ ਸੋਸ਼ਲ ਮੀਡੀਆ ਦੇ ਮੈਸੇਜ ਆਉਣੇ ਸ਼ੁਰੂ ਜਦੋਂ ਹੋਏ ਨਾ ਪਹਿਲਾਂ, ਤੇ ਅਸੀਂ ਸ਼ੇਅਰ ਕੀਤਾ, ਪਰ ਯਕੀਨ ਨਹੀਂ ਆ ਰਿਹਾ ਸੀ ਜੀ। ਪਰ ਉਸ ਤੋਂ ਬਾਅਦ ਇਮੀਡੀਏਟਲੀ ਹੋਰ ਮੈਸੇਜ ਸ਼ੁਰੂ ਆਉਣਗੇ, ਤੇ ਉੱਥੇ ਇਹ ਜਨਕਾਰੇ ਛੱਡਤੇ ਜੀ। ਸਟੇਜ 'ਤੇ ਵੀ ਮੈਂ 1 ਮਿੰਟ ਲੈ ਕੇ ਸ਼ੇਅਰ ਕੀਤਾ ਉਹ ਖੁਸ਼ੀ। ਜੀ। ਤਾਂ ਉਹ ਇਮੋਸ਼ਨਲ ਜਿਹੜਾ ਸੀ ਨਾ ਸਾਡਾ ਖੁਸ਼ੀ ਦਾ, ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ 'ਤੇ। ਜੀ ਜੀ। ਅਤੇ ਅਸੀਂ ਲਗਾਤਾਰ ਫਤਿਹ ਦਿਵਸ ਮਨਾ ਰਹੇ ਹਾਂ, ਅੱਜ ਗੁਰਦੁਆਰੇ ਹੀ ਮਨਾਇਆ। ਜੀ। ਵੇਖੋ, ਬੇਸ਼ੱਕ ਅਸੀਂ 40-45 ਸਾਲ ਤੋਂ 42 ਸਾਲ ਮੈਨੂੰ ਇੱਥੇ ਬਾਹਰ ਹੋ ਗਏ ਆਇਆਂ ਨੂੰ, ਕਾਫੀ ਲੰਮਾ ਸਮਾਂ ਤੋਂ ਆਪਣੇ ਹੋਰ ਵੀ ਸਾਰੇ ਰਹਿ ਰਹੇ ਨੇ, ਪਰ ਪੰਜਾਬ ਦੇ ਵਿੱਚ ਸਾਡੀ ਦਿਲਾਂ ਦੀ ਧੜਕਣ ਉੱਥੇ ਹੀ ਧੜਕਦੀ। ਬਿਲਕੁਲ ਬਿਲਕੁਲ। ਪੰਜਾਬ ਦੇ ਲੋਕਾਂ ਨੂੰ ਜੇ ਸੁੱਖ ਮਿਲਦਾ ਤੇ ਅਸੀਂ ਖੁਸ਼ ਹੁੰਦੇ ਹਾਂ, ਬਿਲਕੁਲ। ਜੇ ਕੋਈ ਦੁੱਖ ਮਿਲਦਾ ਤੇ ਅਸੀਂ ਦੁਖੀ ਹੁੰਦੇ ਹਾਂ। ਜੀ ਬਿਲਕੁਲ। ਇਹ ਕਾਫੀ ਵਰਤਾਰਾ ਲੰਬੇ ਸਮੇਂ ਤੋਂ ਪੰਜਾਬ 'ਤੇ ਚੱਲ ਰਿਹਾ ਸੀ। ਤਾਂ ਮੈਂ ਥੋੜ੍ਹਾ ਪੋਲੀਟੀਕਲੀ ਉੱਥੇ ਇਨਵੋਲਵ ਹਾਂ, ਉੱਥੋਂ ਦੇ ਹਾਲਾਤਾਂ ਦੇ ਪੜ੍ਹਿਆਂ ਕਾਲਜਾਂ 'ਚ ਥੋੜ੍ਹਾ ਸਮਝ ਰੱਖਦੇ ਹਾਂ ਇਸ ਗੱਲ ਦੀ ਵੀ ਕੀ ਹੋ ਰਿਹਾ ਆਲੇ ਦੁਆਲੇ। ਤਾਂ ਮੈਂ 5-7 ਸਾਲ ਪਹਿਲਾਂ ਜਦੋਂ ਗਿਆ ਤੇ ਆਪਣੇ ਮੁੰਡੇ ਜਿੰਨੇ ਸੀ ਤਕਰੀਬਨ ਸਰਦਾਰ ਘੱਟ ਮਿਲੇ, ਮੋਨੇ ਸੀ, ਅਤੇ ਬੜਾ ਦੁੱਖ ਵੀ ਹੁੰਦਾ ਸੀ, ਨਸ਼ੇ ਦੇ ਵਿੱਚ ਸੀ। ਤਾਂ ਕਈ ਵਾਰੀ ਗੱਲਬਾਤ ਵੀ ਹੋਣੀ, ਤਾਂ ਉਦੋਂ ਮੈਂ ਇੱਕ ਕਵਿਤਾ ਲਿਖੀ ਸੀ ਉਸ ਵੇਲੇ ਕਿ ਦੇਖ ਹਾਲਾਤ ਪੰਜਾਬ ਮੇਰੇ ਦੇ, ਸਮਝ ਨਾ ਆਵੇ ਕੀ ਹੋ ਗਿਆ, ਕਰਦਾ ਸੀ ਜੋ ਸਭ ਦੀ ਰਾਖੀ, ਨੌਜਵਾਨ ਕਿੱਥੇ ਹੋ ਗਿਆ। ਫਿਰ ਉਸ ਤੋਂ ਬਾਅਦ ਅੱਗੇ ਚੱਲ ਕੇ ਮੈਂ ਦੇਖਿਆ ਵੀ ਪੋਲੀਟੀਕਲ ਸਿਸਟਮ ਕੀ ਹੈ, ਜਾਂ ਬਾਬੇ ਜੋ ਵੱਡੇ ਵੱਡੇ ਦੀਵਾਨ ਲਾਉਂਦੇ ਨੇ, ਇਹਨਾਂ ਦਾ ਕੀ ਹਾਲਾਤ ਆਵੇ। ਅਤੇ ਉਹਦੇ ਵਿੱਚ ਮੈਂ ਕੁਝ ਲੈਣਾ ਲਿਖੇ, ਬਾਬੇ ਵੀ ਨਹੀਂ ਕਿਸੇ ਗੱਲੋਂ ਘੱਟ, ਬਰਬਾਦੀ ਵਿੱਚ ਇਹਨਾਂ ਦਾ ਵੀ ਹੱਥ, ਧਰਮ ਦਾ ਝੂਠਾ ਕਰਨ ਪ੍ਰਚਾਰ, ਇਹਨਾਂ ਨੂੰ ਸਿਰਫ ਮਾਇਆ ਨਾ ਪਿਆਰ। ਅੱਗੇ ਸੀ ਬਾਬੇ ਪੁਲਸੀਏ ਤੇ ਸਰਕਾਰਾਂ, ਬਾਬੇ ਪੁਲਸੀਏ ਤੇ ਸਰਕਾਰਾਂ, ਐਸੀਆਂ ਮਾਰੀਆਂ ਪੰਜਾਬ ਨੂੰ ਮਾਰਾਂ, ਰੁਲ ਗਈ ਜਵਾਨੀ ਪੈ ਗਈ ਕਰਾਹੇ, ਕਰਜ਼ੇ ਥੱਲੇ ਕਿਸਾਨ ਲੈਂਦਾ ਨਿਤ ਫਾਹੇ, ਲਾ ਦਿੱਤੀਆਂ ਸਿਰ ਤੋਂ ਦਸਤਾਰਾਂ, ਐਸੀਆਂ ਮਾਰੀਆਂ ਪੰਜਾਬ ਨੂੰ ਮਾਰਾਂ, ਨਸ਼ੇ ਲਈ ਡਰੱਗ ਦੇ ਟੀਕੇ ਲੈਣ, ਲਾਸ਼ਾਂ ਮਾਪਿਆਂ ਨੂੰ ਚੱਕਣੀਆਂ ਪੈਣ। ਹੰਝੂ ਆਉਂਦੇ ਸੀ ਦੇਖ ਕੇ ਇਹ ਗੱਲ, ਸਾਰਾ ਕੁਝ ਜਦੋਂ ਸਾਡੇ ਤੇ ਵਿਰਚਦਾ ਹੈ। ਜੀ ਬਿਲਕੁਲ। ਇਹ ਸਾਡੇ ਅੱਖਾਂ ਦੇ ਸਾਹਮਣੇ ਹੋਇਆ। ਬਿਲਕੁਲ। ਕਿੰਨੇ ਕੀਤਾ, ਕੌਣ ਜ਼ਿੰਮੇਵਾਰ ਹੈ ਇਹਦਾ, ਕਿਹਨੂੰ ਨਹੀਂ ਪਤਾ। ਜੀ ਬਿਲਕੁਲ। ਸਾਡਾ ਧਾਰਮਿਕ, ਰਾਜਨੀਤ ਤੇ ਸਮਾਜਿਕ ਸੱਭਿਆਚਾਰ ਮਿੱਟੀ 'ਚ ਰੁੜ ਚੁੱਕਾ। ਇਸ ਕਰਕੇ ਅੱਜ ਸਾਨੂੰ ਜਿਹੜਾ ਵੀ ਉੱਠਦਾ ਸਾਨੂੰ ਦਬਾ ਲੈਂਦਾ ਜੀ, ਕਿ ਸਾਡੇ ਲੀਡਰ ਮਾੜੇ,
ਸਾਡੇ ਧਾਰਮਿਕ ਸੰਸਥਾ ਦੇ ਲੀਡਰ ਉਹ ਮਾੜੇ ਜੀ ਤੇ ਪੰਜਾਬ ਨੂੰ ਜਿਹਨਾਂ ਲੁੱਟ ਕੇ ਖਾ ਲਿਆ ਸਾਰੇ ਪਾਸੇ, ਜੀ। ਪਰ ਅਸੀਂ ਫਿਰ 5 ਸਾਲਾਂ ਬਾਅਦ ਵੋਟਾਂ ਨੂੰ ਬਣਾ ਦਿੰਦੇ ਹਾਂ। ਜ਼ਿੰਮੇਵਾਰ ਕੌਣ? ਰਘਬੀਰ ਸਿੰਘ ਜੀ, ਭਾਵੇਂ ਉਮੀਦ ਤਾਂ ਹੁੰਦੀ ਹੈ ਕਿ ਜੋ ਸਾਡੇ ਲੀਡਰ ਹਨ, ਖਾਸ ਕਰਕੇ ਇਲੈਕਟਿਡ ਲੀਡਰਸ, ਅਸੀਂ ਇੱਥੇ ਹੁਣ ਨਿਊਯਾਰਕ ਬੈਠੇ ਹਾਂ, ਤੁਸੀਂ ਇੱਥੇ ਦੇ ਪੋਲੀਟੀਸ਼ੀਅਨਸ ਨਾਲ ਵਰਤਦੇ ਹੋ, ਤੁਹਾਨੂੰ ਪਤਾ ਹੈ ਕਿ ਇੱਥੇ ਕੋਈ ਇਲੈਕਟਿਡ ਅਫੀਸ਼ੀਅਲ ਹੁੰਦਾ ਹੈ, ਉਹਨਾਂ ਨੂੰ ਪਤਾ ਦੇ ਆਰ ਅਕਾਊਂਟੇਬਲ ਟੂ ਅਸ, ਉਹ ਆਪਣੇ ਆਪ ਨੂੰ ਪਬਲਿਕ ਸਰਵੈਂਟ ਮੰਨਦੇ ਹੈ। ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਸਿਸਟਮ ਪੁੱਠਾ ਹੈ, ਲੀਡਰ ਆਪਣੇ ਆਪ ਨੂੰ ਰਾਜਾ ਮੰਨਦੇ, ਬਾਕੀਆਂ ਨੂੰ ਆਪਣਾ ਸਰਵੈਂਟ ਮੰਨਦੇ ਹੈ। ਸੋ ਉਸ ਚੀਜ਼ ਨੂੰ ਚਲੋ ਸੁਧਾਰਨ ਲਈ ਬਹੁਤ ਟਾਈਮ ਤੇ ਬਹੁਤ ਮਿਹਨਤ ਦੀ ਲੋੜ ਹੈ, ਬਟ ਜੋ ਉਹ ਕੰਮ ਕਰਨਾ ਚਾਹੀਦਾ ਉਹਨਾਂ ਨੂੰ, ਸਾਨੂੰ ਇਸ ਚੀਜ਼ ਦੀ ਐਟਲੀਸਟ ਖੁਸ਼ੀ ਹੁੰਦੀ ਹੈ ਕਿ ਭਾਵੇਂ ਉਹ ਲੀਡਰ ਨਹੀਂ ਉਹ ਕੰਮ ਕਰ ਰਹੇ, ਬਟ ਸੰਸਥਾਵਾਂ ਵੱਲੋਂ, ਤੁਹਾਡੇ ਵਰਗੇ ਪ੍ਰਾਈਵੇਟ ਸਿਟੀਜ਼ਨਸ ਵੱਲੋਂ, ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹੈ, ਜਿਨ੍ਹਾਂ ਨੂੰ ਸਮਝ ਹੈਗੀ, ਜਿਨ੍ਹਾਂ ਨੂੰ ਉਹ ਦਿਸ ਰਿਹਾ ਹੈ ਕਿ ਕੀ ਕੁਝ ਹੋ ਰਿਹਾ ਤੇ ਕੀ ਕੁਝ ਨਹੀਂ ਹੋ ਰਿਹਾ, ਉਹਦੀ ਸਮਝ ਹੈ। ਤੁਸੀਂ ਤਾਂ ਕੁਝ ਕਰ ਰਹੇ ਹੋ। ਜਿਸ ਤਰ੍ਹਾਂ ਇਸ ਸੰਸਥਾ ਦੀ ਹੁਣ ਗੱਲ ਹੋ ਰਹੀ ਹੈ, ਐਜੂਕੇਸ਼ਨ ਦੀ ਗੱਲ ਹੋ ਰਹੀ ਹੈ, ਜਸਪਾਲ ਸਿੰਘ ਜੀ ਤੁਸੀਂ ਇੱਕ ਬਹੁਤ ਇੰਪੋਰਟੈਂਟ ਗੱਲ ਕਹੀ, ਇੰਨੀ ਬਹਾਦਰ ਕੌਮ, ਹਕੂਮਤਾਂ ਨੂੰ ਅਸੀਂ ਹਲਾਤਾ, ਰੁਕਵਾਤਾ, ਅੱਜ ਸਾਡੇ ਘੁਟਨੇ ਟਿਕੇ ਹੋਏ ਹੈ ਨਸ਼ਿਆਂ ਦੇ ਅੱਗੇ ਤੇ ਕਰਜ਼ੇ ਦੇ ਥੱਲੇ, ਤੇ ਕਿਸ ਤਰ੍ਹਾਂ ਅਸੀਂ ਇਸ ਚੀਜ਼ ਨੂੰ ਮੋੜ ਸਕਦੇ ਹਾਂ। ਐਜੂਕੇਸ਼ਨ ਤੇ ਆ ਕੇ ਫਿਰ ਇਹ ਗੱਲ ਰੁਕਦੀ ਹੈ। ਕਿਰਪਾਲ ਸਿੰਘ ਜੀ, ਮੈਂ ਤੁਹਾਡੇ ਨਾਲ ਥੋੜੀ ਜਿਹੀ ਇਹਦੇ ਬਾਰੇ ਗੱਲ ਕਰਨਾ ਚਾਹੁੰਦੀ, ਤੁਹਾਨੂੰ ਪੰਜਾਬ ਦਾ ਵੀ ਤੇ ਇੱਥੇ ਦਾ ਵੀ ਐਜੂਕੇਸ਼ਨ ਦਾ ਐਕਸਪੀਰੀਅੰਸ ਹੈਗਾ, ਮੈਂ ਇਨ ਚੀਜ਼ਾਂ ਬਾਰੇ ਤੁਹਾਡੇ ਨਾਲ ਥੋੜੀ ਜਿਹੀ ਤੁਹਾਡੀ ਓਪੀਨੀਅਨ ਲੈਣਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਅਸੀਂ ਇਸ ਚੀਜ਼ ਨੂੰ ਹੋਰ ਵਧਾ ਸਕਦੇ ਹਾਂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਵਿਊਅਰਸ, ਤੁਸੀਂ ਕਿੱਥੇ ਨਾ ਜਾਓ। ਕਿਸ ਤਰ੍ਹਾਂ ਐਜੂਕੇਸ਼ਨ ਦਾ ਖਾਸ ਕਰਕੇ ਸਾਡੀ ਕੌਮ ਨੂੰ ਅਪਲਿਫਟ ਕਰਨ ਦਾ ਇੱਕ ਪਲਾਨ ਬਣ ਚੁੱਕਿਆ ਤੇ ਹੋਰ ਅੱਗੇ ਬਣ ਰਿਹਾ, ਉਹਦੀ ਗੱਲ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਸਾਡੀ ਟੀਮ ਪਹੁੰਚੀ ਹੈ ਰਿਚਮੰਡ ਹਿੱਲ ਵਿਖੇ ਰਾਇਲ ਇੰਡੀਆ ਪੈਲੇਸ ਤੋਂ ਤੁਹਾਡੇ ਨਾਲ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਬਹੁਤ ਹੀ ਇੱਕ ਮੈਂ ਕਹਾਂਗੀ ਅਹਿਮ ਮੁੱਦੇ ਦੀ ਗੱਲ ਹੋ ਰਹੀ ਹੈ। ਸਭ ਤੋਂ ਅਹਿਮ ਮੁੱਦਾ, ਕਿਸ ਤਰ੍ਹਾਂ ਅਸੀਂ ਭਾਵੇਂ ਅਸੀਂ ਇੱਥੇ ਰਹਿੰਦੇ ਹਾਂ, ਸਾਡੇ ਉੱਤੇ ਕੋਈ ਨਾ ਕੋਈ ਮੈਂ ਕਹਾਂਗੀ ਬਖਸ਼ਿਸ਼ ਹੋਈ ਕਿ ਸਾਨੂੰ ਇੱਥੇ ਰਹਿ ਕੇ ਇੱਥੇ ਤਰੱਕੀ ਕਰਨ ਦਾ ਮੌਕਾ ਮਿਲਿਆ, ਬਟ ਹਲੇ ਵੀ ਸਾਡਾ ਦਰਦ ਜਿੱਥੇ ਸਾਡੀ ਜੜ੍ਹਾਂ ਜੁੜੀਆਂ ਹੋਈਆਂ ਉੱਥੇ ਹੈਗਾ। ਸਾਡਾ ਦਿਲ ਪੰਜਾਬ ਦੇ ਵਿੱਚ ਧੜਕਦਾ ਹੈਗਾ ਤੇ ਪੰਜਾਬ ਦੀ ਜੋ ਹਾਲਾਤ ਹੋ ਚੁੱਕੀ ਹੈ ਉਹਦੇ ਬਾਰੇ ਅੱਜ ਗੱਲ ਕਰ ਰਹੇ ਹਾਂ। ਮੈਂ ਇੱਥੇ ਤੁਹਾਨੂੰ ਇੱਕ ਪੋਜ਼ਿਟਿਵ ਹੋਪ ਦੇਣਾ ਚਾਹੁੰਦੀ ਹਾਂ ਕਿ ਭਾਵੇਂ ਸੁਣ ਕੇ ਦਿਲ ਟੁੱਟਦਾ, ਮੇਰਾ ਦਿਲ ਟੁੱਟਦਾ ਹੈ, ਮੇਰੀ ਤਾਂ ਉਮਰ ਵੀ ਨਹੀਂ ਹਲੇ ਹੈਗੀ ਕਿ ਮੈਂ ਇੱਕ ਇਤਿਹਾਸਿਕ ਤੌਰ ਤੇ ਸੋਚਾਂ ਕੀ ਕੁਝ ਹੁੰਦਾ ਆ ਰਿਹਾ ਪੰਜਾਬ ਦੇ ਨਾਲ, ਸਿੱਖਾਂ ਦੇ ਨਾਲ। ਮੈਨੂੰ ਦੁੱਖ ਹੁੰਦਾ ਇਸ ਚੀਜ਼ ਦਾ। ਜੋ ਸਾਡੇ ਬਜ਼ੁਰਗ ਹਨ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਹੋਏਗਾ ਮੈਂ ਸੋਚ ਨਹੀਂ ਸਕਦੀ, ਬਟ ਇੱਥੇ ਇੱਕ ਹੋਪ ਮੈਂ ਤੁਹਾਡੇ ਨਾਲ ਲੈ ਕੇ ਆ ਰਹੀ ਹਾਂ ਕਿ ਜੋ ਸਭ ਤੋਂ ਵੱਡੀ ਪ੍ਰੋਬਲਮਾਂ ਹੈਗੀਆਂ ਪੰਜਾਬ ਦੇ ਵਿੱਚ, ਉਹਨਾਂ ਦਾ ਹੱਲ ਹੈਗਾ। ਉਸ ਹੱਲ ਨੂੰ ਲੈ ਕੇ ਇੱਕ ਪਲਾਨ ਬਣਿਆ ਹੋਇਆ ਹੈ। ਇੱਕ ਸੰਸਥਾ ਕਿੰਨੇ ਦਹਾਕਿਆਂ ਤੋਂ ਕੰਮ ਕਰ ਰਹੀ ਹੈ, ਉਸ ਸੰਸਥਾ ਬਾਰੇ ਗੱਲ ਕਰ ਰਹੇ ਹਾਂ, ਉਸ ਪਲਾਨ ਬਾਰੇ ਗੱਲ ਕਰ ਰਹੇ ਹਾਂ, ਤੇ ਉਸ ਵੱਡੇ ਪਲਾਨ ਦੇ ਵਿੱਚ ਐਜੂਕੇਸ਼ਨ ਦਾ ਕੀ ਰੋਲ ਹੈ ਉਹਦੇ ਬਾਰੇ ਗੱਲ ਕਰ ਰਹੇ ਹਾਂ। ਸਾਡੇ ਨਾਲ ਇੱਕ ਵਾਰੀ ਫਿਰ ਇੱਕ ਬਹੁਤ ਹੀ ਮੈਂ ਕਹਾਂਗੀ ਸਿਆਣਾ ਪੈਨਲ ਜੁੜਿਆ ਹੋਇਆ ਹੈ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਰਘਬੀਰ ਸਿੰਘ ਸੁਭਾਨਪੁਰ ਜੀ, ਸਾਬਕਾ ਪ੍ਰਧਾਨ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰੇ ਤੋਂ, ਇੱਥੇ ਤੁਸੀਂ ਪੋਲੀਟੀਕਲੀ ਸੋਸ਼ਲੀ ਬਹੁਤ ਐਕਟਿਵ ਹੋ। ਆਫ ਕੋਰਸ ਜਸਪਾਲ ਸਿੰਘ ਜੀ, ਬੜੂ ਸਾਹਿਬ ਸੇਵਾਦਾਰ ਕੈਲੀਫੋਰਨੀਆ ਤੋਂ, ਤੁਸੀਂ ਹਮੇਸ਼ਾ ਸਾਡੇ ਨਾਲ ਜੁੜਦੇ ਹੋ। ਕਿਰਪਾਲ ਸਿੰਘ ਜੀ, ਤੁਹਾਡੇ ਨਾਲ ਅਸੀਂ ਪਹਿਲੇ ਸੈਗਮੈਂਟ 'ਚ ਥੋੜੀ ਜਿਹੀ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਤੁਹਾਡੀ ਆਪ ਦੀ ਬੈਕਗਰਾਉਂਡ ਵੀ ਰਹੀ ਹੈ ਐਜੂਕੇਸ਼ਨ ਦੇ ਵਿੱਚ, ਭਾਵੇਂ ਉਹ ਪੰਜਾਬ ਦੇ ਵਿੱਚ ਹੋਏ ਜਾਂ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਹੋਏ। ਇਹਦੇ ਬਾਰੇ ਮੈਂ ਚਾਹਾਂਗੀ ਥੋੜ੍ਹਾ ਤੁਸੀਂ ਦੱਸੋ, ਸੋ ਵੀ ਕੈਨ ਦੈਨ ਟਾਕ ਅਬਾਊਟ ਕਿ ਕੀ ਅਹਿਮੀਅਤ ਐਜੂਕੇਸ਼ਨ ਲੈ ਕੇ ਆ ਸਕਦੀ ਹੈ ਪੰਜਾਬ ਨੂੰ ਬਚਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਸਬਜੈਕਟ ਹੈ ਬੜਾ ਸੈਂਸਿਟਿਵ ਹੈ, ਕਿਉਂਕਿ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਕਿ ਵੀ ਪਿੰਡਾਂ ਦੇ ਵਿੱਚ ਕੋਈ ਘਰ ਦਾ ਕੋਈ ਨਾ ਕੋਈ ਬੱਚਾ ਪੜ੍ਹਿਆ ਹੁੰਦਾ ਸੀ। ਜਦੋਂ ਕਿਸੇ ਫੌਜੀ ਦੀ ਚਿੱਠੀ ਆਉਣੀ ਤਾਂ ਉਹਨੂੰ ਪੜ੍ਹਾਉਣ ਵਾਸਤੇ ਕਿਸੇ ਖਾਸ ਇੱਕ ਬੰਦਾ ਲੱਭਣਾ ਪੈਂਦਾ ਸੀ, ਤੇ ਉਹ ਬੰਦਾ ਕਈ ਵਾਰੀ ਮਿਲ ਜਾਂਦਾ ਸੀ, ਕਈ ਵਾਰੀ ਉਹ ਚਿੱਠੀ ਨੂੰ ਦੇਖ ਕੇ ਮਾਂ-ਬਾਪ ਰਹਿੰਦੇ ਸੀਗੇ ਵੀ ਬੰਦਾ ਮਿਲੂਗਾ ਤਾਂ ਪੜ੍ਹਾ ਲਾਂਗੇ ਤਾਂ ਪਤਾ ਲੱਗੂ ਵੀ ਸਾਡੇ ਪੁੱਤ ਦਾ ਕੀ ਹਾਲ ਹੈ। ਅਲਟੀਮੇਟਲੀ ਉਸ ਸਮੇਂ ਜਦੋਂ ਪੰਜਾਬ ਅੰਗਰੇਜ਼ਾਂ ਦੇ ਹੱਥੋਂ ਆਜ਼ਾਦ ਹੋਇਆ ਤਾਂ ਸਾਡੀ ਐਜੂਕੇਸ਼ਨ ਸਿਸਟਮ ਨੂੰ ਨਵਾਂ ਮੋੜ ਮਿਲਿਆ। ਉਸ ਸਮੇਂ ਇਸ ਕਿਸਮ ਦੀ ਵਿਚਾਰਧਾਰਾ ਸ਼ੁਰੂ ਹੋਈ
ਕਿ ਪੁੱਤ ਪੜ੍ਹਾਇਆ ਸੌਰ ਦੀ, ਪੁੱਤ ਪੜ੍ਹਾਇਆ ਸੌਰ ਦੀ, ਇੱਕ ਪੁੱਤ ਦੀ ਜਾਨ, ਜੇ ਪੜ੍ਹਾਵੋਂ ਧੀ ਨੂੰ ਤਾਂ 7 ਕੁਲਾਂ ਤਰ ਜਾਣ। ਤੇ ਉਸ ਤੋਂ ਪਹਿਲਾਂ ਸਾਨੂੰ ਯਾਦ ਹੈ ਧੀਆਂ ਨੂੰ ਪੜ੍ਹਨ ਦਾ ਆਲਮੋਸਟ ਕਿਤੇ ਵੀ ਕੋਈ ਮੌਕਾ ਨਹੀਂ ਸੀ ਦਿੱਤਾ ਜਾਂਦਾ। ਫਿਰ ਹੌਲੀ 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 ਕੋ ਐਜੂਕੇਸ਼ਨ ਸਿਸਟਮ ਸ਼ੁਰੂ ਹੋਏ ਤੇ ਭੈਣਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਤੇ ਹੁਣ ਇੱਕ ਇਸ ਅਹਿਮ ਮਨੌਲ 'ਤੇ ਪਹੁੰਚ ਚੁੱਕੇ ਹਾਂ ਕਿ ਇਸ ਸਮੇਂ ਜੋ ਸਾਡੀਆਂ ਧੀਆਂ, ਸਾਡੀਆਂ ਭੈਣਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਮਾਰ ਰਹੀਆਂ ਨੇ, ਉਹਨਾਂ ਦੇ ਵਿੱਚ ਸਾਡੇ ਪੁੱਤਰ ਜਾਂ ਸਾਡੇ ਬੇਟੇ ਜਾਂ ਸਾਡੇ ਭਰਾ, ਉਹਨਾਂ ਨੂੰ ਪਿੱਛੇ ਛੱਡ ਦਿੱਤਾ ਉਹਨਾਂ ਨੇ। ਪਰ ਇਸ ਦਾ ਸਾਨੂੰ ਮਾਣ ਹੈ ਕਿ ਵੀ ਜੇ ਕੱਲ੍ਹ ਨੂੰ ਸਾਨੂੰ ਆਪਣੇ ਧਰਮ ਨੂੰ ਵੀ ਅੱਗੇ ਵਧਾਉਣਾ ਹੈ ਤਾਂ ਸਭ ਤੋਂ ਪਹਿਲੀ ਜਿਹੜੀ ਅਧਿਆਪਕਾ ਹੁੰਦੀ ਹੈ ਉਹ ਮਾਂ ਹੁੰਦੀ ਹੈ। ਜੇ ਸਾਡੀਆਂ ਧੀਆਂ ਪੜ੍ਹ ਕੇ ਚੰਗੀਆਂ ਮਾਵਾਂ ਬਣਨਗੀਆਂ ਤਾਂ ਉਹ ਆਪਣੇ ਆਉਣ ਵਾਲੀ ਨਸਲ ਨੂੰ ਚੰਗੀ ਸਿੱਖਿਆ ਦੇਣ ਵਾਸਤੇ ਤਿਆਰ ਕਰ ਸਕਣਗੀਆਂ, ਕਿਉਂਕਿ ਉਹਨਾਂ ਦੀ ਆਪਣੀ ਸੋਚ ਡਿਵੈਲਪ ਹੋਈ ਹੋਵੇਗੀ। ਮੈਂ ਇੱਥੇ ਜ਼ਿਕਰ ਕਰਨਾ ਮੰਨਦਾ ਕਿ ਵੀ ਅੱਜ ਤੋਂ 1 ਸਦੀ ਪਹਿਲਾਂ ਸਾਡੇ ਮਾਲਵੇ ਦੀ ਧਰਤੀ ਦੇ ਉੱਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਹੋਏ ਨੇ, ਜਿਨ੍ਹਾਂ ਦੀ ਸੋਚ ਇਹ ਸੀ ਕਿ ਵੀ ਪੜ੍ਹਾਈ ਤੋਂ ਬਿਨਾਂ ਜੇ ਅਸੀਂ ਆਜ਼ਾਦੀ ਲੈ ਵੀ ਲਵਾਂਗੇ ਫਿਰ ਵੀ ਅਸੀਂ ਕਿਸੇ ਨਾ ਕਿਸੇ ਸੈਕਟ ਦੇ ਗੁਲਾਮ ਰਹਾਂਗੇ, ਕਿਉਂਕਿ ਪੜ੍ਹੇ ਲਿਖੇ ਚਤਰ ਨੇ ਸਾਨੂੰ ਫਿਰ ਗੁਲਾਮ ਰੱਖਣਾ। ਉਹਨਾਂ ਨੇ ਉਸ ਸਮੇਂ ਮਸਤੂਆਣਾ ਸਾਹਿਬ ਦੇ ਵਿੱਚ ਖਾਸ ਤੌਰ ਤੇ ਬੱਚਿਆਂ ਦਾ ਸਕੂਲ ਤੇ ਕਾਲਜ ਖੋਲ੍ਹਿਆ ਸੀ ਜੀ। ਇਹ 1920-21 ਦੀ ਗੱਲ ਹੈ, ਸ਼ਾਇਦ ਉਦੋਂ ਵੀ ਪਹਿਲਾਂ ਦੀ ਹੋਵੇ, 1906 ਦੀ। ਹਾਂਜੀ। ਤੇ ਅਲਟੀਮੇਟਲੀ ਉੱਥੇ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਸੀ, ਇਹ ਉਹਨਾਂ ਦੀ ਬਹੁਤ ਵੱਡੀ ਦੂਰਦ੍ਰਿਸ਼ਟੀ ਸੀ ਕਿ ਵੀ ਜੇ ਸਾਡਾ ਇਹ ਪੰਜਾਬ ਐਗਰੀਕਲਚਰ ਸੂਬਾ ਪ੍ਰਧਾਨ ਹੈ ਤਾਂ ਸਾਨੂੰ ਸਾਡੇ ਐਗਰੀਕਲਚਰ ਸਿਸਟਮ ਨੂੰ ਵੀ ਸਾਇੰਟੀਫਿਕ ਤਰੀਕੇ ਬਣਾਉਣਾ ਪਏਗਾ ਜੀ। ਉਸ ਸਮੇਂ ਉਹਨਾਂ ਨੇ ਉੱਥੇ ਐਗਰੀਕਲਚਰ ਸਕੂਲ ਤੇ ਕਾਲਜ ਮਸਤੂਆਣਾ ਸਾਹਿਬ ਦੇ ਵਿੱਚ ਸਥਾਪਿਤ ਕੀਤਾ ਸੀ ਜੀ, ਜਿਹਦੇ ਵਿੱਚੋਂ ਉਸ ਤੋਂ ਬਾਅਦ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਐਗਰੀਕਲਚਰ ਯੂਨੀਵਰਸਿਟੀ ਹਿਸਾਰ ਨਿਕਲੀ ਹੈ ਜੀ। ਕਿੱਡੀ ਵੱਡੀ ਦੂਰਦ੍ਰਿਸ਼ਟੀ ਸੀ। ਸੰਤ ਬਾਬਾ ਅਤਰ ਸਿੰਘ ਉਹਨਾਂ ਨੇ ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੀ ਸਟੱਡੀ ਵਾਸਤੇ ਅਮਰੀਕਾ ਭੇਜਿਆ, ਹਾਰਵਰਡ ਯੂਨੀਵਰਸਿਟੀ। ਹਾਂਜੀ। ਤੇ ਇੱਥੇ ਆ ਕੇ ਵੈਸਟਰਨ ਕੋਸਟ ਦੇ ਉੱਤੇ ਜੀ ਗੁਰਦੁਆਰੇ ਸਥਾਪਿਤ ਕਰਨ ਦਾ ਜੀ ਮਕਸਦ ਇਹ ਨਹੀਂ ਸੀ ਕਿ ਵੀ ਉੱਥੇ ਅਸੀਂ ਕੋਈ ਸਿੱਖੀ ਪੜ੍ਹਾਵਾਂਗੇ, ਸਿੱਖੀ ਦੇਵਾਂਗੇ। ਅਗੇਨ ਵੀ ਜਿਹੜੇ ਇੱਥੇ ਗਦਰੀ ਬਾਬੇ ਆਏ ਹੋਏ ਨੇ ਉਹਨਾਂ ਨੂੰ ਸਿੱਖੀ ਨਾਲ ਤੇ ਪੰਜਾਬੀ ਸੱਭਿਅਤ ਨਾਲ ਜੋੜ ਕੇ ਰੱਖਣਾ ਬੜਾ ਜ਼ਰੂਰੀ ਹੈ। ਗੁਰਦੁਆਰੇ ਸਾਡਾ ਇੱਕ ਕੇਂਦਰੀ ਸਥਾਨ ਜਾਂ ਧੁਰਾ ਹੁੰਦੇ ਨੇ ਜੀ, ਉਹ ਉਹਨਾਂ ਨੇ ਸਥਾਪਿਤ ਕਰਵਾਏ। ਅਲਟੀਮੇਟਲੀ ਸੰਤਾਂ ਦਾ ਜੋ ਸੁਪਨਾ ਸੀ ਕਿ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਸਾਡਾ ਇਤਿਹਾਸ, ਸਾਡੀ ਬੋਲੀ, ਸਾਡੀ ਮਾਤ ਭਾਸ਼ਾ, ਖਾਸ ਤੌਰ ਤੇ ਗੁਰਮੁਖੀ, ਇਹ ਪੜ੍ਹਾਉਣ ਵਾਸਤੇ ਕੋਈ ਨਾ ਕੋਈ ਇੰਸਟੀਟਿਊਸ਼ਨ ਪੈਦਾ ਕੀਤੀ ਜਾਵੇ। 1-2 ਲੈਵਲ ਤੇ ਉਹਨਾਂ ਨੇ ਖੁਦ ਪੈਦਾ ਕੀਤੀ। ਵੱਡੇ ਪੱਧਰ ਦੇ ਉੱਤੇ ਉਹਨਾਂ ਦਾ ਸੁਪਨਾ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਇਸ ਸਮੇਂ ਉਹਨੂੰ ਆਪਣਾ ਲਾਈਫ ਲੌਂਗ ਮਿਸ਼ਨ ਲੈ ਕੇ ਤੁਰੇ ਹੋਏ ਨੇ ਤੇ ਉਹਦੇ ਅਧੀਨ ਸੈਂਕੜੇ ਇੰਸਟੀਟਿਊਸ਼ਨਸ ਸ਼ੁਰੂ ਹੋ ਚੁੱਕੀਆਂ ਨੇ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ ਜੋੜਿਆ ਜਾ ਚੁੱਕਿਆ ਹੈ, ਪਰ ਇਹ ਐਨਫ ਨਹੀਂ, ਕਿਉਂਕਿ ਬਹੁਤਾਤ ਸਿਸਟਮ ਜਿਹੜਾ ਹੈ ਉਹ ਗਵਰਨਮੈਂਟ ਦੇ ਹੱਥ 'ਚ ਹੈ ਜੀ। ਗਵਰਨਮੈਂਟ ਹੀ ਸਾਡਾ ਸਿਲੇਬਸ ਤੈਅ ਕਰਦੀ ਹੈ ਜੀ। ਗਵਰਨਮੈਂਟ ਹੀ ਸਾਡੀ ਪੰਜਾਬੀ ਬੋਲੀ ਨੂੰ ਆਮ ਸਕੂਲਾਂ ਦੇ ਵਿੱਚੋਂ ਖਤਮ ਕਰਕੇ ਉੱਥੇ ਹਿੰਦੀ, ਅੰਗਰੇਜ਼ੀ, ਈਵਨ ਇੱਥੋਂ ਤੱਕ ਕਿ ਸਾਡੀ ਜਿਹੜੀ ਨੇਬਰਿੰਗ ਸਟੇਟ ਹਰਿਆਣਾ ਜਿਹੜਾ ਸਾਡਾ ਜਾਨੀ ਛੋਟਾ ਭਰਾ ਦੇ ਤੌਰ ਤੇ ਉੱਭੜ ਕੇ ਆਇਆ ਹੈ, ਉੱਥੇ ਤਾਮਿਲ ਵਰਗੀ ਲੈਂਗੁਏਜ ਨੂੰ ਸੈਕੰਡ ਲੈਂਗੁਏਜ ਬਣਾਤਾ ਸੀ, ਪੰਜਾਬੀ ਨੂੰ ਨਹੀਂ ਬਣਾਇਆ। ਪਰ ਸੰਤਾਂ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਉੱਥੇ ਵੀ ਅਕੈਡਮੀਆਂ ਖੋਲ੍ਹੀਆਂ ਨੇ ਜਿੱਥੇ ਪੰਜਾਬੀ ਬੋਲੀ ਬੋਲਣ ਵਾਸਤੇ, ਪੜ੍ਹਨ ਲਿਖਣ ਵਾਸਤੇ ਬੜਾਵਾ ਦਿੱਤਾ ਜਾਂਦਾ ਹੈ। ਅਸੀਂ ਇਸ ਗੱਲ ਦੇ ਉੱਤੇ
ਬਹੁਤ ਵੱਡਾ ਮਾਣ ਫਖਰ ਮਹਿਸੂਸ ਕਰਦੇ ਹਾਂ ਤੇ ਉਹਨਾਂ ਦੇ ਚਲਾਏ ਹੋਏ ਇਸ ਮਿਸ਼ਨ ਦੇ ਵਿੱਚ ਜੋ ਵੀ ਸਾਡਾ ਯੋਗਦਾਨ ਬਣਦਾ ਹੈ ਉਹ ਅਸੀਂ ਪਾਉਣ ਨੂੰ ਹਰ ਸਮੇਂ ਤਤਪਰ ਹਾਂ ਤੇ ਪਾਉਂਦੇ ਰਹਾਂਗੇ। ਪਰ ਸੰਤ ਇਕੱਲੇ ਇਹ ਕੰਮ ਨਹੀਂ ਕਰ ਸਕਣਗੇ। ਸਾਨੂੰ ਜਿੱਥੇ ਜਿੱਥੇ ਵੀ ਅਸੀਂ ਆਪਣੇ ਪਿੰਡਾਂ 'ਚ ਹਾਂ ਆਪਣੇ ਆਪਣੇ ਸਕੂਲ ਨੂੰ ਤੇ ਆਪਣੇ ਆਪਣੇ ਪਿੰਡ ਨੂੰ ਅਡਾਪਟ ਕਰਨਾ ਹੋਏਗਾ। ਅਡਾਪਟ ਕਰਕੇ ਉੱਥੇ ਪੰਜਾਬੀ ਗੁਰਮੁਖੀ ਲਿਪੀ ਪੜ੍ਹਨੀ ਤੇ ਪੜ੍ਹਾਉਣੀ ਤੇ ਬੋਲਣੀ ਘਰਾਂ 'ਚ ਤੇ ਸਕੂਲਾਂ ਦੇ ਵਿੱਚ ਲਾਗੂ ਕਰਨੀ ਪਏਗੀ ਤੇ ਸਾਨੂੰ ਆਪ ਉੱਥੇ ਵਾਚਮੈਨ ਬਣ ਕੇ ਸਕੂਲਾਂ ਦੀ ਸੁਪਰਵਿਜ਼ਨ ਖੁਦ ਕਰਨੀ ਪਏਗੀ। ਜੇ ਉੱਥੇ ਟੀਚਰ ਨਹੀਂ ਆਉਂਦੇ, ਜੇ ਉੱਥੇ ਟੀਚਰ ਆਪਣੇ ਘਰਾਂ ਦਾ ਕੰਮਕਾਰ ਕਰਕੇ ਥੱਕ ਟੁੱਟ ਕੇ ਆ ਕੇ ਉੱਥੇ ਆਰਾਮ ਕਰਨ ਵਾਸਤੇ ਹੀ ਆਉਂਦੇ ਨੇ, ਇਹੀ ਕਾਰਨ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਸਮੇਂ ਕੋਈ ਐਡਮਿਸ਼ਨ ਨਹੀਂ ਹੈ ਜੀ, ਕਿਉਂਕਿ ਉੱਥੇ ਉਹਨਾਂ ਨੂੰ ਦੇਖਣ ਵਾਲਾ, ਉਹਨਾਂ ਨੂੰ ਕੋਈ ਡਿਸਪਲਿਨ ਕਰਨ ਵਾਲਾ ਜੀ ਸਿਸਟਮ ਕੌਣ ਹੈ? ਸਰਕਾਰੀ ਸਿਸਟਮ। ਜੀ ਸਰਕਾਰੀ ਸਿਸਟਮ ਕਦੇ ਵੀ ਨਹੀਂ ਚਾਹੁੰਦਾ ਕਿ ਵੀ ਸਾਡੇ ਬੱਚੇ ਆਪਣੀ ਮਾਂ ਬੋਲੀ ਬੋਲਣ, ਪੜ੍ਹਨ, ਲਿਖਣ ਤੇ ਅਲਟੀਮੇਟਲੀ ਸਾਡੇ ਵਿੱਚੋਂ ਸਾਡਾ ਜੋ ਇਤਿਹਾਸ ਹੈ ਜਾਂ ਸਾਡਾ ਜੋ ਸਾਹਿਤ ਹੈ ਉਹਦੇ ਪੜ੍ਹਨ ਦੀ ਰੁਚੀ ਖਤਮ ਕੀਤੀ ਜਾ ਰਹੀ ਹੈ। ਜੀ ਕਿਵੇਂ ਕਿ ਵੀ ਅਸੀਂ ਪੰਜਾਬੀ ਪੜ੍ਹਨ ਜਾਣਦੇ ਹੀ ਨਹੀਂ। ਜੀ ਸਾਡੇ ਬੱਚਿਆਂ ਨੂੰ ਅਸੀਂ ਉਹਨੂੰ ਵੱਡਾ ਸਮਝਦੇ ਹਾਂ ਜਿਹੜਾ ਆ ਕੇ ਪਾਣੀ ਦੀ ਥਾਂ ਤੇ ਪਾਣੀ ਮੰਗਣ ਦੀ ਥਾਂ ਤੇ ਕਹੇ ਮੈਨੂੰ ਵਾਟਰ ਦਿਓ। ਮਾਂ-ਬਾਪ ਫਖਰ ਮਹਿਸੂਸ ਕਰਦੇ ਨੇ ਮੇਰਾ ਬੱਚਾ ਅੰਗਰੇਜ਼ੀ ਬੋਲਣ ਸਿੱਖ ਗਿਆ, ਜਦੋਂ ਕਿ ਅਸੀਂ ਛੋਟੇ ਹੁੰਦੇ ਸੀ ਸਾਡੇ ਵਾਸਤੇ ਇਹ ਇੱਕ ਕਿਸਮ ਦਾ ਕਲੰਕਤ ਮੰਨਿਆ ਜਾਂਦਾ ਸੀ। ਅਸੀਂ ਜੇ ਕਿਤੇ ਪੰਜਾਬੀ ਲਿਖਿਆ ਹੋਇਆ ਕੋਈ ਪੱਤਰਾ ਵੀ ਧਰਤੀ ਤੇ ਗਿਰਿਆ ਹੁੰਦਾ ਮਿਲ ਜਾਂਦਾ ਸੀ, ਚੱਕ ਕੇ ਮੱਥੇ ਨੂੰ ਲਾ ਕੇ ਉਹਨੂੰ ਸੰਭਾਲਦੇ ਸੀ। ਉਹ ਸਾਡੇ ਸੱਭਿਅਤਾ ਦੇ ਵਿੱਚੋਂ ਖਤਮ ਕਰ ਦਿੱਤਾ ਗਿਆ। ਜੀ ਕੌਣ ਕਰਦਾ ਹੈ? ਸਿਸਟਮ। ਜੀ ਸਾਨੂੰ ਆਪਣੇ ਲੀਡਰਾਂ ਨੂੰ, ਖਾਸ ਤੌਰ ਤੇ ਭਾਈ ਰਘਵੀਰ ਸਿੰਘ ਉਹਨਾਂ ਨੇ ਕਵਰ ਕੀਤਾ ਹੈ ਕਿ ਵੀ ਸਾਨੂੰ ਲੀਡਰਸ਼ਿਪ ਦੀ ਘਾਟ ਹੈ, ਪਰ ਮੈਂ ਇੱਥੇ ਕਹਾਂਗਾ ਸਾਨੂੰ ਲੀਡਰਸ਼ਿਪ ਆਪ ਪੈਦਾ ਕਰਨੀ ਪਈ, ਆਪ ਲੀਡਰ ਬਣਨਾ ਪਏਗਾ। ਕਿਰਪਾਲ ਸਿੰਘ ਜੀ, ਲੀਡਰਸ ਪੈਦਾ ਵੀ ਨਹੀਂ, ਉਹਨਾਂ ਨੂੰ ਚੰਗੀ ਤਰ੍ਹਾਂ ਸਿਖਾਉਣਾ ਪਊਗਾ, ਉਹਨਾਂ ਨੂੰ ਤਿਆਰ ਕਰਨਾ ਪਊਗਾ। ਲੀਡਰਾਂ ਦੀ ਕੋਈ ਕਮੀ ਨਹੀਂ ਹੈਗੀ, ਚੰਗੇ ਲੀਡਰਾਂ ਦੀ ਕਮੀ ਹੈਗੀ। ਮੈਂ ਇੱਥੇ ਥੋੜਾ ਡਿਫਰ ਕਰਦਾ, ਮੈਂ ਕਹਿ ਰਿਹਾ ਵੀ ਸਾਨੂੰ ਆਪ ਲੀਡਰ ਬਣਨਾ ਪਊਗਾ। ਜੀ ਆਪ ਲੀਡਰ ਬਣਨ ਦਾ ਮਤਲਬ ਜੇ ਮੈਨੂੰ ਕਿਸੇ ਗੱਲ ਦਾ ਪਤਾ ਹੈ ਤਾਂ ਮੈਂ ਉਹਨੂੰ ਕਹਿਣ ਤੋਂ ਸੰਗਾ ਨਾ ਉਹਨੂੰ ਅੱਗੇ ਪ੍ਰਸਾਰ ਕਰਾਂ। ਜੀ ਮੈਨੂੰ ਪਤਾ ਹੈ ਵੀ ਬੜੂ ਸਾਹਿਬ ਸੰਸਥਾ ਕੀ ਕੰਮ ਕਰ ਰਹੀ ਹੈ, ਜੀ ਪਰ ਜੇ ਸਾਨੂੰ ਕਿਤੇ ਕੋਈ ਵਿਰੋਧ ਵੀ ਮਿਲਦਾ ਹੋਵੇ ਅਸੀਂ ਉਹਨੂੰ ਕਨਵਿੰਸ ਕਰ ਸਕੀਏ, ਉਹ ਦੱਸ ਸਕੀਏ ਵੀ ਬੜੂ ਸਾਹਿਬ ਦੇ ਵਿੱਚ ਪੋਜ਼ਿਟਿਵਿਟੀ ਕੀ ਹੈ। ਜੇ ਤੁਹਾਨੂੰ ਕੋਈ ਨੈਗੇਟਿਵਿਟੀ ਨਜ਼ਰ ਆਈ ਹੈ ਉਹ ਹੋ ਸਕਦਾ ਤੈਨੂੰ ਕੋਈ ਭੁਲੇਖਾ ਹੋਵੇ। ਅਖੀਰ ਤੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਸਾਨੂੰ ਜਿਹੜਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਆਪਣੇ ਆਪਣੇ ਪਿੰਡ ਨੂੰ ਅਡਾਪਟ ਕਰਨਾ ਪਊਗਾ। ਜੀ ਭਾਈ ਰਘਬੀਰ ਸਿੰਘ ਉਹਨਾਂ ਨੇ ਕਿਹਾ ਵੀ ਸਾਡੀ ਧੜਕਣ ਉੱਥੇ ਹੈ। ਜੀ ਜੇ ਧੜਕਣ ਉੱਥੇ ਹੈ ਤਾਂ ਉੱਥੋਂ ਦੇ ਗਰੀਬ ਬੱਚੇ ਜਿਹੜੇ ਨਹੀਂ ਆਪਣੀ ਐਜੂਕੇਸ਼ਨ ਅਫੋਰਡ ਕਰ ਸਕਦੇ, ਪ੍ਰਾਈਵੇਟ ਸਕੂਲਾਂ ਦੇ ਵਿੱਚ ਭੇਜਣ ਦੀ ਥਾਂ ਤੇ ਸਰਕਾਰੀ ਸਕੂਲਾਂ 'ਚ ਭੇਜ ਕੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਕਰਨ ਵਾਸਤੇ ਆਪ ਮਿਹਨਤ ਕਰੀਏ, ਆਪ ਜਾ ਕੇ ਉੱਥੇ ਦੇਖੀਏ। ਸੋ ਮੇਰਾ ਖਿਆਲ ਹੈ ਜੇ ਅਸੀਂ ਆਪਣਾ ਲੋਅਰ ਲੈਵਲ ਬੇਸ ਸ਼ੁਰੂ ਠੀਕ ਕਰ ਲਿਆ ਤਾਂ ਉੱਥੋਂ ਹੀ ਲੀਡਰ ਪੈਦਾ ਹੋਣਗੇ, ਉੱਥੋਂ ਹੀ IAS ਅਫੀਸਰ ਪੈਦਾ ਹੋਣਗੇ। ਜਿਹੜੀ ਸਾਡੀ ਇਸ ਸਮੇਂ ਪੰਜਾਬ ਦਾ ਦੁਖਾਂਤ ਹੈ ਕਿ ਸਾਡਾ ਸਾਰੇ ਦਾ ਸਾਡਾ ਐਡਮਿਨਿਸਟ੍ਰੇਸ਼ਨ ਬਾਹਰਲਿਆਂ ਦੇ ਹੱਥ 'ਚ ਚਲਿਆ ਗਿਆ ਹੈ। ਜੀ ਜਾਂ ਉਹ ਯੂਪੀ ਦੇ ਨੇ ਜਾਂ ਸਾਊਥ ਦੇ ਨੇ। ਸਾਡੇ ਪੁਲਿਸ ਆਫੀਸਰ, ਸਾਡੇ DC, ਸਾਡੇ ਵੱਡੇ ਵੱਡੇ ਆਫੀਸਰ ਪੋਸਟਾਂ ਸਟੇਟ ਤੋਂ ਬਾਹਰ ਦੀਆਂ ਨੇ। ਕਾਰਨ ਕੀ ਹੈ? ਸਾਡੇ ਕੋਲੇ ਕੋਈ ਵੀ ਇਹੋ ਜਿਹੀ ਸੰਸਥਾ ਨਹੀਂ ਜਿੱਥੇ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਵਾਸਤੇ ਤਿਆਰ ਕਰ ਸਕੀਏ ਸਾਡੇ ਬੱਚਿਆਂ ਨੂੰ। ਐਬਸੋਲੂਟਲੀ ਮੈਨੂੰ ਪਤਾ ਲੱਗਿਆ ਕਿ ਬੜੂ ਸਾਹਿਬ ਇਸ ਕੰਮ ਦੇ ਵਿੱਚ ਵੀ ਇਨੀਸ਼ੀਏਟਿਵ ਲੈ ਰਹੀ ਹੈ ਤੇ ਅਸੀਂ ਪ੍ਰੋੜਤਾ ਕਰਦੇ ਹਾਂ ਕਿ ਜਿੱਥੇ ਵੀ ਸਾਡੀ ਉਹਨਾਂ ਨੂੰ ਲੋੜ ਪਵੇ ਜਾਂ ਜੋ ਵੀ ਸਾਡੇ ਜਿਵੇਂ ਸੇਵਾ ਲਾਉਣ ਅਸੀਂ ਤਤਪਰ ਹੋ ਕੇ ਉਹਨਾਂ ਦਾ ਸਾਥ ਦੇਵਾਂਗੇ। ਸੋ ਆਸ ਹੈ ਕਿ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਨਸ਼ਿਆਂ ਤੋਂ ਕੱਢ ਕੇ ਇਤਿਹਾਸ ਪੜ੍ਹਨ, ਸਾਹਿਤ ਪੜ੍ਹਨ, ਮੁਕਾਬਲੇ ਜਿੱਤਣ, ਕੰਪੀਟੀਸ਼ਨ ਲੜਨ ਜਾਂ ਈਵਨ ਖੇਡਾਂ ਦੇ ਮੈਦਾਨ ਦੇ ਵਿੱਚ ਅੱਗੇ ਲੈ ਕੇ ਆਵਾਂਗੇ। ਸੋ ਸਾਡੀ ਆਸ ਨੂੰ ਸਤਿਗੁਰ ਪੂਰਾ ਕਰਨਗੇ ਤੇ ਬੜੂ ਸਾਹਿਬ ਸੰਸਥਾ ਚੜ੍ਹਦੀ ਕਲਾ 'ਚ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾਲ ਸਿੰਘ ਜੀ, ਤੁਸੀਂ ਇੰਨਾ ਕੁਝ ਕਿਹਾ ਹੈ
ਇੰਨੇ ਛੋਟੇ ਸਮੇਂ ਦੇ ਵਿੱਚ ਕਿ ਕੁਝ ਰਹਿ ਨਹੀਂ ਗਿਆ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੀ ਪ੍ਰੋਬਲਮਸ ਹੈਗੀਆਂ ਤੇ ਕੀ ਉਹਨਾਂ ਦੇ ਹੱਲ ਹੋ ਸਕਦੇ ਆ। ਤੁਸੀਂ ਇਨ ਸਾਰੀ ਚੀਜ਼ਾਂ ਨੂੰ ਇੰਨੇ ਮੈਂ ਕਹਾਂਗੀ ਵਧੀਆ ਤਰੀਕੇ ਨਾਲ ਐਕਸਪਲੇਨ ਕਰਤਾ ਹੈ। ਬਟ ਇੱਕ ਚੀਜ਼ ਇੱਥੇ ਉੱਭਰ ਕੇ ਆਉਂਦੀ ਹੈ ਲੀਡਰਸ ਦੀ, ਲੀਡਰਸ ਨੂੰ ਬਣਾਉਣ ਦੀ ਐਂਡ ਲੀਡਰਸ ਨੂੰ ਆਪ ਬਣਨ ਦੀ। ਜਿੱਥੇ ਲੀਡਰਸ਼ਿਪ ਦੀ ਗੱਲ ਆਉਂਦੀ ਹੈ, ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਮਾफ़ੀ ਮੰਗਦੀ ਹਾਂ ਮੈਨੂੰ ਇਹਦੀ ਪੰਜਾਬੀ ਨਹੀਂ ਟ੍ਰਾਂਸਲੇਸ਼ਨ ਪਤਾ, ਲੀਡ ਬਾਈ ਐਗਜ਼ਾਮਪਲ, ਰਾਈਟ। ਕਿ ਅਗਰ ਤੁਸੀਂ ਲੀਡਰ ਬਣਨਾ ਹੈ ਆਪ ਤੁਸੀਂ ਉਸ ਚੀਜ਼ ਨੂੰ ਕਰੋ ਜੋ ਤੁਸੀਂ ਚਾਹੁੰਦੇ ਹੋ ਕਿ ਦੂਜੇ ਕਰਨ। ਅੱਜ ਅਸੀਂ ਇਸ ਲੀਡਰਸ਼ਿਪ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਇਤਿਹਾਸ ਦੀ ਗੱਲ ਆਉਂਦੀ ਹੈ, ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਨੂੰ ਅੱਗੇ ਲੈ ਕੇ ਜਾ ਸਕਦੇ ਹੋ। ਕਿਸੇ ਹੋਰ ਦੇ ਨਾਲ ਸਾਡੀ ਉਮੀਦ ਨਹੀਂ ਹੈ, ਆਪ ਦੇ ਨਾਲ ਅਸੀਂ ਉਮੀਦ ਰੱਖ ਰਹੇ ਹਾਂ। ਇਸ ਚੀਜ਼ ਦੇ ਵਿੱਚ ਅੱਜ ਜੋ ਇਹ ਪ੍ਰੋਗਰਾਮ ਹੋ ਰਿਹਾ ਹੈ ਇਹੋ ਹੀ ਮੁੱਦੇ ਤੇ ਕਿ ਕਿਸ ਤਰ੍ਹਾਂ ਜਿਸ ਪਿੰਡ ਦੇ ਵਿੱਚ ਅਕੈਡਮੀ ਪਾਈ ਹੈ ਬੜੂ ਸਾਹਿਬ ਕਲਗੀਧਰ ਟਰੱਸਟ ਨੇ, ਉਸ ਪਿੰਡ ਦੇ ਵਿੱਚ ਨਸ਼ਿਆਂ ਦੇ ਰੇਟ ਘੱਟ ਹੋਏ, ਉਸ ਪਿੰਡ ਦੇ ਵਿੱਚ ਭਾਵੇਂ ਉਹ ਹੋਰ ਤਰ੍ਹਾਂ ਦੀ ਚੀਜ਼ਾਂ ਹੋਣ, ਕਨਵਰਜਨ, ਦੂਜੇ ਧਰਮਾਂ ਦੇ ਨਾਲ ਜੁੜਨ ਦੀ ਗੱਲ ਹੋਏ, ਕਿਸੇ ਵੀ ਚੀਜ਼ ਦੀ ਗੱਲ ਹੋਏ, ਉਨ ਸਾਰੀ ਚੀਜ਼ਾਂ ਦੇ ਵਿੱਚ ਪੋਜ਼ਿਟਿਵ ਰਿਜ਼ਲਟ ਵੇਖਣ ਨੂੰ ਮਿਲਿਆ। ਤੇ ਉਹਦੇ ਵਿੱਚ ਕਿਨਾਂ ਲੋਕਾਂ ਦਾ, ਲੀਡਰਸ ਦਾ ਹੱਥ ਰਿਹਾ। ਇਸ ਕਮਿਊਨਿਟੀ ਵਿੱਚੋਂ ਕੁਝ ਇਹੋ ਜਿਹੇ ਇੰਡੀਵਿਜੂਅਲਸ ਹਨ, ਇਹਨਾਂ ਦੇ ਬਾਰੇ ਮੈਂ ਥੋੜੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ, ਤੁਸੀਂ ਕਿਤੇ ਨਾ ਜਾਓ। ਇਸ ਕਨਵਰਸੇਸ਼ਨ ਨੂੰ, ਇਸ ਮੁੱਦੇ ਨੂੰ ਇਸੇ ਤਰ੍ਹਾਂ ਤੁਹਾਡੇ ਨਾਲ ਪੇਸ਼ ਕਰਦੇ ਰਵਾਂਗੇ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਪਹੁੰਚੇ ਹਾਂ ਰਿਚਮੰਡ ਹਿੱਲ ਰਾਇਲ ਇੰਡੀਆ ਪੈਲੇਸ ਤੋਂ। ਇਹ ਬਹੁਤ ਹੀ ਖਾਸ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰਨੇ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਭਾਵੇਂ ਹਰ ਇੱਕ ਦਾ ਸਕੈਜੂਅਲ ਕਿੰਨਾ ਬਿਜ਼ੀ ਹੁੰਦਾ ਹੈ, ਕੰਮ ਕਾਰਜ ਹੁੰਦੇ ਹੈ, ਬਟ ਇੱਥੇ ਅੱਜ ਇਸ ਮੁੱਦੇ ਨੂੰ ਡਿਸਕਸ ਕਰਨ ਲਈ, ਸੁਣਨ ਲਈ, ਤੁਹਾਡੇ ਨਾਲ ਪਹੁੰਚਾਉਣ ਲਈ ਸਾਡੇ ਸਾਰੇ ਕਮਿਊਨਿਟੀ ਦੇ ਲੀਡਰਸ ਪਹੁੰਚੇ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇੱਕ ਵਾਰੀ ਫਿਰ ਪੈਨਲ ਨੂੰ ਤੁਹਾਡੇ ਨਾਲ ਸਵਾਗਤ ਕਰਾਉਂਦੇ ਹੋਏ ਰਘਵੀਰ ਸਿੰਘ ਸੁਬਾਨਪੁਰ ਜੀ, ਕਿਰਪਾਲ ਸਿੰਘ ਜੀ, ਤੁਸੀਂ ਇੰਨੇ ਜੋਸ਼ ਦੇ ਨਾਲ ਸਾਨੂੰ ਇਨ ਇਸ਼ੂਜ਼ ਬਾਰੇ ਇੱਕ ਇਤਿਹਾਸਿਕ ਤੌਰ ਤੇ ਦੱਸਿਆ ਹੈ। ਖਾਸ ਕਰਕੇ ਕਿਸ ਤਰ੍ਹਾਂ ਸੰਤ ਬਾਬਾ ਅਤਰ ਮਹਾਰਾਜ ਸਿੰਘ ਜੀ ਦੀ ਜੋ ਉਸ ਟਾਈਮ ਵਿਜ਼ਨ ਸੀਗਾ, ਮੈਂ ਤਾਂ ਕਹਾਂਗੀ ਅੱਜ ਦੀ ਡੇਟ ਦੇ ਵਿੱਚ ਵੀ ਉਹ ਇੱਕ ਪ੍ਰੋਗਰੈਸਿਵ ਮੰਨਿਆ ਜਾਂਦਾ ਹੈ ਕਿ ਤੁਸੀਂ ਔਰਤਾਂ ਨੂੰ ਪੜ੍ਹਾਓ, ਬੱਚਿਆਂ ਨੂੰ ਪੜ੍ਹਾਓ, ਗਰੀਬਾਂ ਨੂੰ ਪੜ੍ਹਾਓ। ਅਗਰ ਤੁਸੀਂ ਸੁਸਾਇਟੀ ਦੇ ਜੋ ਵੀਕੈਸਟ ਲਿੰਕਸ ਹਨ ਉਹਨਾਂ ਨੂੰ ਤੁਸੀਂ ਸਟਰੈਂਥਨ ਕਰੋਗੇ, ਪੂਰੀ ਸੁਸਾਇਟੀ ਉਹਦੇ ਨਾਲ ਅਪਲਿਫਟ ਹੋਏਗੀ। ਤੇ ਪੰਜਾਬ ਦੀ ਵੀ ਇਹੋ ਹੀ ਸਿੰਪਲ ਜੀ ਇੱਕ ਸੋਲੂਸ਼ਨ ਹੈਗੀ, ਜੋ ਸਭ ਤੋਂ ਵੀਕ ਸਾਡੇ ਲਿੰਕਸ ਹਨ ਉਹਨਾਂ ਨੂੰ ਅਸੀਂ ਸਟਰੈਂਥਨ ਕਰੀਏ। ਜਸਪਾਲ ਸਿੰਘ ਜੀ, ਲੀਡਰਸ ਦੀ ਗੱਲ ਹੋ ਰਹੀ ਸੀ, ਖਾਸ ਕਰਕੇ ਇਸ ਮਿਸ਼ਨ ਦੇ ਵਿੱਚ ਇੱਕ ਅਕੈਡਮੀ ਦਾ ਕੀ ਪੋਜ਼ਿਟਿਵ ਇੰਪੈਕਟ ਹੁੰਦਾ। ਤੁਸੀਂ ਵੀ ਇੱਕ ਪਿੰਡੋਂ ਆਏ ਹੋ, ਤੁਹਾਨੂੰ ਮੌਕਾ ਮਿਲਿਆ, ਐਜੂਕੇਸ਼ਨ ਦੀ ਬਲੈਸਿੰਗ ਮਿਲੀ ਤੁਹਾਨੂੰ, ਐਂਡ ਅੱਜ ਤੁਸੀਂ ਕਿੱਥੇ ਪਹੁੰਚੇ ਹੋਏ ਹੋ। ਮੈਂ ਚਾਹਾਂਗੀ ਥੋੜ੍ਹਾ ਤੁਸੀਂ ਉਸ ਗਿਫਟ ਬਾਰੇ ਸਾਨੂੰ ਦੱਸੋ ਕਿ ਜਦੋਂ ਇੱਕ ਪਿੰਡੋਂ ਇੱਕ ਕਿ ਗਰੀਬ ਬੱਚੇ ਨੂੰ ਪੜ੍ਹਾਈ ਲਿਖਾਈ ਕਰਨ ਦਾ ਮੌਕਾ ਮਿਲਦਾ, ਇਹੋ ਜਿਹੀ ਪੜ੍ਹਾਈ ਲਿਖਾਈ ਜਿਹਦੇ ਵਿੱਚ ਸਿਰਫ ਨਾ ਕਿ ਦੁਨਿਆਵੀ ਵਿੱਦਿਆ ਹੋਏ ਬਟ ਸਾਡੀ ਸਿੱਖੀ ਦੇ ਨਾਲ ਉਹਨਾਂ ਨੂੰ ਜੋੜਿਆ ਜਾਂਦਾ ਹੈ, ਕੀ ਉਹਦਾ ਲੌਂਗ ਟਰਮ ਇੰਪੈਕਟ ਹੁੰਦਾ ਹੈ। ਤੇ ਅੱਜ ਤੁਸੀਂ ਕਿਹਨਾਂ ਦੇ ਨਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੋ ਇੱਕ ਲੀਡਰ ਬਣ ਕੇ ਇਸ ਕੌਜ਼ ਨੂੰ ਅੱਗੇ ਵਧਾ ਰਹੇ ਆ। ਥੈਂਕ ਯੂ ਅਸ਼ਮਿਤਾ ਜੀ। ਮੈਂ ਬਿਲਕੁਲ ਇੱਕ ਪਿਛੜੇ ਹੋਏ, ਇੱਕ ਤਾਂ ਪਿੰਡ ਹੁੰਦੇ ਨੇ ਪਿੰਡ, ਇੱਕ ਹੁੰਦੇ ਪਿਛੜੇ ਹੋਏ ਪਿੰਡ। ਮੈਂ ਪਿਛੜੇ ਹੋਏ ਪਿੰਡਾਂ 'ਚੋਂ ਆਇਆ ਹੋਇਆ। ਬਠਿੰਡਾ ਡਿਸਟ੍ਰਿਕਟ ਦੇ ਹਰਿਆਣੇ ਦੇ ਬਾਰਡਰ ਦੇ ਉੱਤੇ ਇੱਕ ਛੋਟਾ ਜਿਹਾ ਪਿੰਡ ਹੈ ਸਾਡਾ। ਉੱਥੇ ਮਤਲਬ ਕਿ ਉਹ ਸਾਰਾ ਹੀ ਬਠਿੰਡਾ ਇਲਾਕਾ ਸਾਰਾ ਹੀ ਪਿਛੜਿਆ ਗਿਣਿਆ ਜਾਂਦਾ ਸੀ ਪਹਿਲਾਂ ਤੋਂ ਹੀ, ਅਤੇ ਐਜੂਕੇਸ਼ਨ ਦਾ ਤਾਂ ਉੱਥੇ ਕੋਈ ਬੇਸ ਹੀ ਨਹੀਂ ਸੀਗਾ। ਮੇਰਾ ਜਿਹੜਾ ਪਿੰਡ ਦੇ ਵਿੱਚ 5ਵੀਂ ਤੱਕ ਦਾ ਸਕੂਲ ਸੀ ਜਦੋਂ ਮੈਂ ਉੱਥੇ ਜਾਂਦਾ ਸੀ, ਅਤੇ ਪਰ ਉੱਥੇ 2 ਹੀ ਕਮਰੇ ਸੀ, ਅਤੇ ਕੁਛ ਕੁ ਕਲਾਸਾਂ ਜੇ ਧੁੱਪ ਹੁੰਦੀ ਸੀ ਤਾਂ ਬਾਹਰ ਛਾਵੇਂ ਛੁਵੇਂ ਲੱਗ ਜਾਂਦੀਆਂ ਸੀਗੀਆਂ। ਅਸੀਂ ਘਰੋਂ ਬੋਰੀਆਂ ਲੈ ਕੇ ਜਾਣੀਆਂ, ਉਹਨਾਂ 'ਤੇ ਬੈਠਣਾ, ਕੋਈ ਸਾਡੇ ਉੱਥੇ ਕੋਈ ਬੈਂਚ ਨਹੀਂ ਸੀ ਹੁੰਦੇ। ਸੋ ਅਸੀਂ ਉਹ ਹਾਲਾਤ ਦੇਖੇ ਨੇ। ਮੇਰੇ ਪੇਰੈਂਟਸ ਥੋੜ੍ਹੇ ਜਿਹੇ ਵੈਲ ਟੂ ਡੂ ਸੀਗੇ। 5ਵੀਂ ਕਲਾਸ ਜਦੋਂ ਮੈਂ ਪਾਸ ਕੀਤੀ, ਸ਼ਹਿਰ ਦੇ ਵਿੱਚ ਮਾਈਗ੍ਰੇਟ ਹੋਏ, ਉੱਥੇ ਸਾਨੂੰ ਐਜੂਕੇਸ਼ਨ ਲੈਣ ਦਾ ਮੌਕਾ ਮਿਲਿਆ। ਬਾਅਦ ਦੇ ਵਿੱਚ ਮੈਂ DAV ਕਾਲਜ ਚੰਡੀਗੜ੍ਹ ਚਲਿਆ ਗਿਆ। ਫਿਰ ਉਸ ਤੋਂ ਬਾਅਦ ਮੈਨੂੰ ਬਹੁਤ ਜਿਹੜਾ ਵੱਡਾ ਮੈਨੂੰ ਯੋਗਦਾਨ ਮਿਲਿਆ ਐਜੂਕੇਸ਼ਨ ਦੇ ਵਿੱਚ, ਉਹ ਮਿਲਿਆ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਤੋਂ। ਔਰ ਮੈਂ ਬੜਾ ਕਹਿ ਲਓ ਵੀ ਧੰਨਤਾ ਦਾ ਯੋਗ ਹਾਂ ਜਿਹੜੇ ਉਹ ਬੰਦੇ ਵਿਜ਼ਨਰੀ ਸੀਗੇ ਉਸ ਟਾਈਮ ਦੇ, ਕਿ ਉਹਨਾਂ ਨੇ ਜਦੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ 1958-59 ਦੇ ਵਿੱਚ ਇਸਟੈਬਲਿਸ਼ ਹੋਇਆ ਲੁਧਿਆਣੇ ਦੇ ਵਿੱਚ, ਗਿੱਲ ਪਿੰਡ ਹੈਗਾ ਲੁਧਿਆਣੇ ਦੇ ਨਾਲ ਕਰਕੇ ਬਿਲਕੁਲ। ਔਰ ਉਹ ਜਿਹੜੇ ਜਿਨ੍ਹਾਂ ਨੇ ਵੀ ਉਹ ਵਿਜ਼ਨ ਸੀ ਵੀ ਇੱਥੇ ਗੁਰੂ ਇੰਜੀਨੀਅਰਿੰਗ ਕਾਲਜ ਬਣੇ, ਉਹਨਾਂ ਨੇ ਇੱਕ ਬੜਾ ਇੰਪੋਰਟੈਂਟ ਕੰਮ ਕੀਤਾ ਕਿ ਜਿਹੜੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਮਿਲਣੀਆਂ ਉਹ 70% ਸੀਟਾਂ ਉਹਨਾਂ ਦੀਆਂ ਰਿਜ਼ਰਵ ਕੀਤੀਆਂ ਜਿਨ੍ਹਾਂ ਨੇ ਪਿੰਡਾਂ ਦੇ ਵਿੱਚੋਂ 10ਵੀਂ ਕੀਤੀ ਸੀ, ਜਿਹਦੇ ਕਰਕੇ ਸਾਡੇ ਵਰਗੇ ਬੰਦਿਆਂ ਨੂੰ ਅਪਰਚੁਨਿਟੀ ਮਿਲੀ
ਪਿੰਡਾਂ ਦੇ ਵਿੱਚੋਂ ਆਉਣ ਵਾਲੇ ਨੂੰ ਔਰ ਮੈਂ ਇਕੱਲਾ ਨਹੀਂ, ਹਜ਼ਾਰਾਂ ਹੀ ਜਿਹੜੇ ਪਿੰਡਾਂ ਦੇ ਸਾਡੇ ਮੋਸਟਲੀ ਜਿਹੜੇ ਪਾਪੂਲੇਸ਼ਨ ਜੋ ਸਟੂਡੈਂਟਸ ਹੁੰਦੇ ਸੀ ਉਹ ਪਿੰਡਾਂ 'ਚੋਂ ਆਏ ਹੁੰਦੇ ਸੀ ਜੀ। ਔਰ ਇੱਕ ਹੋਰ ਉਹਨਾਂ ਨੇ ਕੀਤਾ, ਕਿਉਂਕਿ ਪਿੰਡਾਂ ਦੇ ਵਿੱਚ ਇੰਗਲਿਸ਼ ਸਾਡੀ ਫਸਟ ਲੈਂਗੁਏਜ ਨਹੀਂ ਸੀ ਹੁੰਦੀ, ਸਾਨੂੰ ਇੰਗਲਿਸ਼ ਨਹੀਂ ਸੀ ਆਉਂਦੀ, ਔਰ ਜਦੋਂ ਮੈਰਿਟ ਵੀ ਬਣਦੀ ਸੀ ਤਾਂ ਇੰਗਲਿਸ਼ ਨੂੰ ਬਾਹਰ ਕੱਢ ਕੇ ਮੈਰਿਟ ਬਣਦੀ ਸੀ। ਫਿਜ਼ਿਕਸ, ਕੈਮਿਸਟਰੀ ਔਰ ਮੈਥ ਦੀ ਇੰਗਲਿਸ਼ ਮੈਰਿਟ ਦੇ ਬੇਸਿਸ ਤੇ ਸਾਨੂੰ ਐਡਮਿਸ਼ਨ ਮਿਲਦੀ ਸੀ। ਐਂਡ ਦੈਟਸ ਦਾ ਰੀਜ਼ਨ ਕਿ ਅਸੀਂ ਉੱਥੋਂ ਹਜ਼ਾਰਾਂ ਹੀ ਬੱਚੇ ਪੜ੍ਹ ਕੇ ਜਿਹੜੇ ਇੰਜੀਨੀਅਰਸ ਬਣੇ ਨੇ, ਜਿਨ੍ਹਾਂ ਨੇ ਵਰਲਡ ਦੇ ਵਿੱਚ ਵੱਖਰੇ ਵੱਖਰੇ ਕੰਟਰੀਜ਼ ਦੇ ਵਿੱਚ ਜਾ ਕੇ ਆਪਣੀਆਂ ਐਸਟੈਬਲਿਸ਼ ਹੋਏ ਨੇ। ਔਰ ਈਵਨ ਪੰਜਾਬ ਦੇ ਜਿਹੜੇ ਸਭ ਤੋਂ ਇੰਪੋਰਟੈਂਟ ਡਿਪਾਰਟਮੈਂਟਸ ਹੈਗੇ ਨੇ, ਸਾਡੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਸਟੂਡੈਂਟਸ ਜਿਹੜੇ ਐਕਸ ਸਟੂਡੈਂਟਸ ਹੈਗੇ ਨੇ ਉਹੀ ਚਲਾ ਰਹੇ ਨੇ ਅੱਜ। ਉਹ ਚੀਫ ਇੰਜੀਨੀਅਰਸ ਨੇ ਜਾਂ ਬੜੀਆਂ ਬੜੀਆਂ ਪੋਸਟਾਂ ਤੇ ਨੇ। ਔਰ ਉਹ ਜਿਹੜੀ ਵਿਜ਼ਨ ਸੀਗੀ, ਉੱਦਾਂ ਦੀ ਹੀ ਵਿਜ਼ਨ ਜਿਹੜੀ ਹੈ ਇਹ ਬੜੂ ਸਾਹਿਬ ਦੀ ਸੀ। ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਜਿੰਨੀ ਦੇਰ ਤੱਕ ਤੁਸੀਂ ਬਾਟਮ ਲੈਵਲ ਦੇ ਉੱਤੇ ਆਪਣੇ ਜਿਹੜੇ ਬੱਚਿਆਂ ਨੂੰ ਤੁਸੀਂ ਸਟਰੈਂਥਨ ਨਹੀਂ ਕਰੋਗੇ, ਉਨੀ ਦੇਰ ਤੱਕ ਸਾਡੀ ਗਰੋਥ ਨਹੀਂ ਹੋ ਸਕਦੀ। ਸੋ ਉਸੇ ਮਿਸ਼ਨ ਨੂੰ ਲੈ ਕੇ ਬਾਬਾ ਇਕਬਾਲ ਸਿੰਘ ਜੀ ਨੇ ਜਿਹੜੇ ਇਹ ਸਕੂਲ ਪਿੰਡਾਂ ਦੇ ਵਿੱਚ, ਔਰ ਆਈ ਵਾਸ ਪੈਸ਼ਨੇਟ ਅਬਾਊਟ ਇਟ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਨੂੰ ਜਦੋਂ ਬਾਬਾ ਜੀ ਨੇ ਇਹ ਸ਼ੁਰੂ ਕੀਤਾ ਮਿਸ਼ਨ ਕਿ ਵੀ ਅਸੀਂ ਪਿੰਡਾਂ ਦੇ ਵਿੱਚ ਸਕੂਲ ਖੋਲ੍ਹਣੇ ਨੇ, ਮੈਂ ਬੜਾ ਇੰਪ੍ਰੈਸ ਸੀਗਾ ਔਰ ਮੈਂ ਵੱਧ ਤੋਂ ਵੱਧ ਮਤਲਬ ਕਿ ਉਹਦੇ ਵਿੱਚ ਆਪਣਾ ਸਪੋਰਟ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ। ਮੇਰਾ ਮੇਨ ਕਾਰਨ ਇਹੀ ਹੈ ਕਿ ਮੈਂ ਖੁਦ ਪਿੰਡਾਂ ਤੋਂ ਆਇਆ ਹੋਇਆ ਔਰ ਮੈਨੂੰ ਇਹ ਪਤਾ ਵੀ ਸਾਡੇ ਪਿੰਡਾਂ ਦੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੀ ਅਪਰਚੁਨਿਟੀ ਮਿਲਣੀ ਕਿੰਨਾ ਵੱਡਾ ਉਹ ਪਰਉਪਕਾਰ ਦਾ ਕੰਮ ਹੈ। ਬਾਬਾ ਜੀ ਦਾ ਮਿਸ਼ਨ ਸੀ 500 ਸਕੂਲਾਂ ਤੱਕ ਲੈ ਕੇ ਜਾਣ ਦਾ। 129 ਸਕੂਲਾਂ ਤੇ ਜਾ ਕੇ ਬ੍ਰੇਕ ਲਾਉਣੀ ਪਈ, ਕਿਉਂਕਿ ਉਹਦੇ ਵਿੱਚ 2014 ਦੇ ਵਿੱਚ ਬਾਬਾ ਜੀ ਨੇ ਯੂਨੀਵਰਸਿਟੀ ਦਾ ਜਿਹੜਾ ਸੀ ਦਮਦਮਾ ਸਾਹਿਬ ਦੀ ਯੂਨੀਵਰਸਿਟੀ ਦਾ ਸਾਡੇ ਕੋਲ ਪ੍ਰੋਜੈਕਟ ਉਹ ਆ ਗਿਆ। ਉੱਥੇ ਸੰਤ ਬਾਬਾ ਮਿੱਠਾ ਸਿੰਘ ਸੀ ਜਿਨ੍ਹਾਂ ਨੇ ਕਿ 38 ਏਕੜਸ ਜ਼ਮੀਨ ਡੋਨੇਟ ਕੀਤੀ ਦਮਦਮਾ ਸਾਹਿਬ ਦੇ ਵਿੱਚ। ਔਰ ਬਾਬਾ ਜੀ ਦਾ ਬਹੁਤ ਵੱਡਾ ਇੱਕ ਮਿਸ਼ਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਥੇ ਬਚਨ ਹੋਏ ਨੇ, ਉਹ ਉੱਥੇ ਉਸ ਨੂੰ ਦਮਦਮਾ ਸਾਹਿਬ ਦੀ ਧਰਤੀ ਨੂੰ ਬਚਨ ਹੋਏ ਸੀ ਕਿ ਇੱਥੋਂ ਸਿੱਖੀ ਦਾ ਬੂਟਾ ਜਿਹੜਾ ਹੈ ਉਹ ਦੁਨੀਆ ਵਿੱਚ ਫੈਲੇਗਾ। ਦੁਨੀਆ ਭਰ ਤੋਂ ਸਕਾਲਰਸ ਜਿਹੜੇ ਹੈਗੇ ਨੇ ਉਹ ਸਿੱਖੀ ਨੂੰ ਸਮਝਣ ਵਾਸਤੇ ਇਸ ਧਰਤੀ ਤੇ ਆਉਣਗੇ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 300 ਸਾਲ ਪਹਿਲਾਂ ਬਚਨ ਹੋ ਚੁੱਕੇ ਨੇ ਜੀ। ਉਹਨਾਂ ਨੂੰ ਪੂਰਨ ਕਰਨ ਵਾਸਤੇ ਬਾਬਾ ਜੀ ਨੇ ਇਹ ਯੂਨੀਵਰਸਿਟੀ ਦੀ ਐਸਟੈਬਲਿਸ਼ਮੈਂਟ ਕੀਤੀ, ਜਿਹੜੀ ਕਿ 2015 ਦੇ ਵਿੱਚ ਮਤਲਬ ਕਿ ਸ਼ੁਰੂ ਹੋਈ। ਔਰ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਦੇ ਪ੍ਰੋਗਰਾਮ ਜਿਹੜੇ ਆਲੀ ਚੱਲ ਰਹੇ ਨੇ ਔਰ ਉਹਨੂੰ ਹੋਰ ਵੀ ਐਕਸਪੈਂਡ ਕਰਨ ਦੇ ਵਾਸਤੇ ਜਿਹੜੀ ਨੈਕਸਟ ਜਿਹੜਾ ਫੇਜ਼ ਆ ਉਹਦਾ ਜਿਹੜਾ ਰੂਪਰੇਖਾ ਤਿਆਰ ਹੋ ਚੁੱਕੀ ਹੈ। ਪਰ ਸਭ ਤੋਂ ਵੱਡੀ ਜਿਹੜੀ ਲੋੜ ਹੈ ਸੰਸਥਾ ਨੂੰ ਜਿਹੜੀ ਇਹ ਯੂਨੀਵਰਸਿਟੀ ਬਣਾਉਣ ਵਾਸਤੇ 100 ਕਰੋੜ ਦਾ ਮਤਲਬ ਕਿ ਕਰਜ਼ਾ ਚੱਕਣਾ ਪਿਆ ਉਦੋਂ। ਉਹਦੇ ਵਿੱਚੋਂ ਹੁਣ ਉਹ ਕਰਜ਼ਾ ਜਦੋਂ ਡੋਨੇਸ਼ਨਸ ਆਉਂਦੀਆਂ ਰਹੀਆਂ ਉਹਨਾਂ ਨਾਲ ਕਰਜ਼ਾ ਘਟਦਾ ਗਿਆ। ਹੁਣ ਵੀ ਇਸ ਸਾਲ 27 ਕਰੋੜ ਤੱਕ ਉਹ ਜਿਹੜਾ ਕਰਜ਼ਾ ਸਾਡਾ ਮਤਲਬ ਕਿ ਉਹਨੂੰ ਉਹ ਪਹੁੰਚ ਚੁੱਕਿਆ 100 ਕਰੋੜ ਤੋਂ ਲੈ ਕੇ ਬਾਕੀ ਕਰਜ਼ਾ ਜਿਹੜਾ ਹੋ ਚੁੱਕਿਆ ਵਾਪਸ। ਫਿਰ ਉਸ ਤੋਂ ਇਲਾਵਾ ਹਰ ਇੱਕ ਸਾਲ ਜਿਹੜੇ ਹੈਗੇ ਨੇ ਸਕੂਲਾਂ ਦੀ ਜਿਹੜੀਆਂ ਅਕੈਡਮੀਜ਼ ਨੇ ਉਹਨਾਂ ਕਿਉਂਕਿ ਅਪਗ੍ਰੇਡ ਹੁੰਦੀਆਂ ਨੇ ਤੇ ਤਕਰੀਬਨ 200-300 ਕਮਰੇ ਦੀ ਜ਼ਰੂਰਤ ਹਰ ਸਾਲ ਸਾਨੂੰ ਉਹਨੂੰ ਅਸੀਂ ਉਸ ਐਕਸਪੈਂਸ਼ਨ ਨੂੰ ਅਸੀਂ ਰੋਕ ਨਹੀਂ ਸਕਦੇ। ਬਿਲਕੁਲ ਨਹੀਂ। ਹਾਂਜੀ, ਉਹਦੇ ਵਿੱਚ ਮਤਲਬ ਕਿ ਉਹ ਸਾਨੂੰ ਕਰਨੇ ਹੀ ਪੈਂਦੇ ਨੇ। ਤਕਰੀਬਨ 10-15 ਹਜ਼ਾਰ ਡਾਲਰ ਇੱਕ ਕਮਰੇ ਨੂੰ ਬਣਾਉਣ ਦੀ ਕਾਸਟ ਆ ਜਾਂਦੀ ਹੈ। ਤੇ ਇਸ ਕਰਕੇ ਇੱਕ ਤਾਂ ਜਿਹੜੇ ਇਹ ਯੂਨੀਵਰਸਿਟੀ ਦਾ ਪ੍ਰੋਜੈਕਟ ਆਉਣ ਕਰਕੇ ਅਕੈਡਮੀਜ਼ ਦਾ ਥੋੜਾ ਜਿਹੀ ਗਰੋਥ ਰੁਕੀ। ਦੂਸਰਾ ਹੁਣ ਪਿੱਛੇ ਜੇ ਪੈਂਡੈਮਿਕ ਆ ਗਿਆ ਉਹਦੇ ਕਰਕੇ ਜਿਹੜੇ ਫੀਸ ਦੇਣ ਵਾਲੇ ਬੱਚੇ ਸੀ ਉਹਨਾਂ ਦੀਆਂ ਫੀਸਾਂ ਵੀ ਮਤਲਬ ਕਿ ਨਹੀਂ ਆ ਸਕੀਆਂ। ਸੋ ਉਸ ਕਰਕੇ ਜਿਹੜੇ ਕਮਰਿਆਂ ਦਾ ਜਿਹੜਾ ਹੈਗੇ ਪ੍ਰੋਜੈਕਟ ਉਹ ਵੀ ਬੜੇ ਮਤਲਬ ਕਹ ਲਓ ਵੀ ਕਾਫੀ ਸਟਰਗਲ ਦੇ ਵਿੱਚੋਂ ਦੀ ਜਿਹੜੀ ਹੈ ਬੜੂ ਸਾਹਿਬ ਦੀ ਸੰਸਥਾ ਲੰਘੀ। ਪਰ ਫਿਰ ਵੀ ਪ੍ਰਾਇਓਰਟੀ ਤੇ ਰੱਖ ਕੇ ਕਰਜ਼ੇ ਦਾ ਜਿਹੜਾ ਕੰਮ ਸੀ ਉਹਨਾਂ ਨੇ ਮਤਲਬ ਕਿ ਕਰਜ਼ਾ ਮੁਕਤ ਕਰਨ ਦੀ ਕੋਸ਼ਿਸ਼ ਕੀਤੀ। ਤੇ ਸਾਨੂੰ ਬੜੀ ਖੁਸ਼ੀ ਹੈ, ਮੈਂ ਬੜਾ ਮਤਲਬ ਕਹ ਲਓ ਵੀ ਧੰਨਵਾਦ ਕਰਦਾ ਕਿ ਇੱਥੇ ਨਿਊਯਾਰਕ ਦੇ ਵਿੱਚ ਮੁਕਤਾ ਭੈਣ ਜੀ ਪਿਛਲੇ 2-3 ਦਿਨਾਂ ਤੋਂ ਆਏ ਹੋਏ ਨੇ ਤੇ ਕਈ ਪਰਿਵਾਰਾਂ ਨੇ ਮਤਲਬ ਰਲ ਮਿਲ ਕੇ ਕਮਰਿਆਂ ਦੀ ਸੇਵਾ ਲਈ। ਮੈਂ ਸਪੈਸ਼ਲੀ ਉਹਨਾਂ ਦੇ ਅੱਜ ਨਾਂ ਤੁਹਾਨੂੰ ਅਨਾਉਂਸ ਕਰਨਾ ਚਾਹੁੰਦਾ ਤੁਹਾਡੇ ਟੀਵੀ ਦੇ ਰਾਹੀਂ। ਸਰਦਾਰ ਹਰਭਜਨ ਸਿੰਘ ਜੀ ਤੇ ਮਸਤਾਨ ਸਿੰਘ ਜੀ ਨੇ ਉਹਨਾਂ ਨੇ ਇੱਕ ਕਮਰੇ ਦੀ 10,000 ਡਾਲਰ ਇੱਕ ਕਮਰੇ ਦੀ ਮਤਲਬ ਕਿ ਸੇਵਾ ਹੈਗੀ ਹੈ ਤੇ ਉਹਨਾਂ ਨੇ ਜੀ ਅੱਜ ਬੈਠੇ ਵੀ ਨੇ ਸਾਡੇ ਵਿੱਚ ਇੱਥੇ ਹਾਜ਼ਰ ਨੇ, ਬੜੀ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਇੱਕ ਕਮਰੇ ਦੀ ਸੇਵਾ ਲਈ ਓਕਲੈਂਡ ਨਿਊਜਰਸੀ ਗੁਰੂ ਘਰ ਦੇ ਵੱਲੋਂ ਉੱਥੋਂ ਦੀ ਸੰਗਤ ਨੇ ਉਹਨਾਂ ਨੇ ਕਿਹਾ ਸੀ ਸਾਡਾ ਨਾਮ ਗੁਪਤ ਰੱਖਣਾ ਪਰ ਉੱਥੋਂ ਦੀ ਅਸੀਂ ਸੰਗਤ ਕਰਕੇ ਹੀ ਅਨਾਉਂਸ ਕਰ ਰਹੇ ਹਾਂ ਕਿ ਉਹਨਾਂ ਨੇ ਇੱਕ ਕਮਰੇ ਦੀ ਸੇਵਾ ਲਈ। ਸਾਹ ਰਾਮ ਰਸ਼ਪਾਲ ਸਿੰਘ ਜੀ ਤੇ ਮਾਇਆ ਇੰਸ਼ੋਰੈਂਸ ਉਹਨਾਂ ਦੀ ਕੰਪਨੀ ਦਾ ਨਾਮ ਹੈ, ਉਹਨਾਂ ਨੇ 2 ਕਮਰਿਆਂ ਦੀ ਸੇਵਾ ਕੀਤੀ। ਦਰਸ਼ਨ ਸਿੰਘ ਜੀ ਲੌਂਗ ਆਈਲੈਂਡ ਤੋਂ ਉਹਨਾਂ ਨੇ 1 ਕਮਰੇ ਦੀ ਸੇਵਾ ਕੀਤੀ। ਸਾਹ ਗੁਰਚਰਨ ਸਿੰਘ ਜੀ ਬੜਿੰਗ ਇੱਥੇ ਬੈਠੇ ਨੇ, ਉਹ ਵੀ ਬੜੀ ਉਹਨਾਂ ਦੀ ਦੇਣ ਹੈਗੀ ਹੈ, ਬੜੇ ਚਿਰ ਤੋਂ ਇਸ ਸੰਸਥਾ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ 1 ਕਮਰੇ ਦੀ ਸੇਵਾ ਕੀਤੀ। ਸੋ ਇਸ ਟਾਈਮ ਸਾਡੇ ਕੋਲ 6 ਕਮਰਿਆਂ ਦੀ ਸੇਵਾ ਜਿਹੜੀ ਹੈ ਆਲਰੇਡੀ ਇਹ ਸਾਨੂੰ ਨਿਊਯਾਰਕ ਦੇ ਵਿੱਚੋਂ ਆ ਚੁੱਕੀ ਹੈ। ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਗਤਾਂ ਦਾ। ਤੇ ਜੋ ਔਰ ਅਸ਼ਮਤਾ ਜੀ ਤੁਸੀਂ ਹੈਰਾਨ ਹੋਵੋਗੇ ਕਿ ਜਿੰਨਾ ਸੰਗਤਾਂ ਨੇ ਇੱਥੋਂ ਯੋਗਦਾਨ ਪਾਇਆ। ਮੈਂ ਪਿੱਛੇ ਜੇ ਬੜੂ ਸਾਹਿਬ ਤੋਂ ਡਾਟੇ ਲਏ ਜਿੰਨੀਆਂ ਅਕੈਡਮੀਆਂ ਬਣ ਚੁੱਕੀਆਂ ਨੇ ਹੁਣ ਤੱਕ ਉਹਨਾਂ ਦਾ ਸਕੁਅਰ ਫੁੱਟ ਏਰੀਆ 46 ਲੱਖ ਸਕੁਅਰ ਫੁੱਟ ਹੈ।
46 ਲੱਖ ਸਕੁਅਰ ਫੁੱਟ। ਦੈਟ ਇਜ਼ ਨਾਟ ਇਨਕਲੂਡਿੰਗ ਬੜੂ ਸਾਹਿਬ ਦੀ ਜਿਹੜਾ ਉੱਥੇ ਦਾ ਇਨਫਰਾਸਟ੍ਰਕਚਰ ਆ, ਉਹ ਤੋਂ ਬਿਨਾ ਬੜੂ ਸਾਹਿਬ ਦੀ ਜਿਹੜੀ ਯੂਨੀਵਰਸਿਟੀ ਆ, ਬੜੂ ਸਾਹਿਬ ਦੇ ਵਿੱਚ ਕਾਲਜ, ਉਹ ਤੋਂ ਬਿਨਾ ਮੈਂ ਪਿੰਡਾਂ ਦੀਆਂ ਅਕੈਡਮੀਆਂ ਦੀ ਗੱਲ ਕਰ ਰਿਹਾ ਜੀ। ਇੰਨਾ ਇਨਫਰਾਸਟ੍ਰਕਚਰ ਬਣ ਚੁੱਕਿਆ ਹੁਣ ਤੱਕ। ਜਿਹਦੇ ਯੋਗਦਾਨ ਬਣਿਆ? ਸੰਗਤਾਂ ਦੇ ਯੋਗਦਾਨ ਨਾਲ ਬਣਿਆ। ਸੋ ਇਹ ਜੇ ਆਪਾਂ ਪੰਜਾਬ ਨੂੰ ਇਸ ਮਿਸ਼ਨ ਦੇ ਨਾਲ ਜੁੜ ਕੇ ਪੰਜਾਬ ਨੂੰ ਸੈਚੂਰੇਟ ਕਰ ਦਈਏ ਐਜੂਕੇਸ਼ਨ ਦੇ ਨਾਲ, ਵੱਧ ਤੋਂ ਵੱਧ ਅਕੈਡਮੀਆਂ ਖੋਲ੍ਹ ਦਈਏ, ਵੱਧ ਤੋਂ ਵੱਧ ਉੱਥੇ ਬੱਚਿਆਂ ਨੂੰ ਆਪਣਿਆਂ ਨੂੰ ਲੈ ਕੇ ਆਪਣੇ ਨਾਲ ਜੋੜ ਦਈਏ, ਤੇ ਉਹ ਗੁਰਸਿੱਖੀ ਦੇ ਵਿੱਚ ਵੀ ਪ੍ਰਫੁੱਲਤ ਹੋ ਜਾਊਗਾ ਪੰਜਾਬ, ਤੇ ਪੰਜਾਬ ਐਜੂਕੇਸ਼ਨ ਦੇ ਵਿੱਚ ਵੀ ਪ੍ਰਫੁੱਲਤ ਹੋ ਜਾਊਗਾ। ਔਰ ਇਹਨਾਂ ਅਕੈਡਮੀਆਂ ਦੇ ਅਸ਼ਮਤਾ ਜੀ, ਜਿਵੇਂ ਤੁਹਾਡੇ ਨਾਲ ਡਾਟਾ ਸ਼ੇਅਰ ਕਰਾਂ, 2017 ਦੇ ਵਿੱਚ ਜੋ ਆਲ ਇੰਡੀਆ ਐਗਜ਼ਾਮ ਦੇ ਵਿੱਚੋਂ ਟੌਪ ਕੀਤਾ ਪੰਜਾਬ ਦੇ ਬੱਚੇ ਨੇ, ਉਹ ਸਾਡੇ ਅਕਾਲ ਅਕੈਡਮੀ ਮੁਕਤਸਰ ਦਾ ਬੱਚਾ ਜਿਹਨੇ ਕਿ ਹਾਈਐਸਟ ਮਾਰਕਸ ਲੈ ਕੇ ਆਲ ਇੰਡੀਆ ਤੋਂ 11 ਲੱਖ ਸਟੂਡੈਂਟਸ ਅਪੀਅਰ ਹੋਏ ਸੀ, ਉਹਦੇ ਵਿੱਚੋਂ ਫਸਟ ਆਇਆ। ਔਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਵੀ IAS ਦੇ ਜਾਂ IPS ਦੇ ਐਗਜ਼ਾਮਸ ਦੀ ਤਿਆਰੀ ਆਪਣੇ ਇੰਟਰਨਲ ਯੂਨੀਵਰਸਿਟੀ, ਆਪਣੇ ਅਕਾਲ ਯੂਨੀਵਰਸਿਟੀ ਆਪਾਂ ਦਮਦਮਾ ਸਾਹਿਬ ਸ਼ੁਰੂ ਕੀਤੀ। ਇਸ ਸਾਲ ਸਾਡਾ ਬੱਚਾ ਆਲ ਇੰਡੀਆ ਐਗਜ਼ਾਮਸ ਦੇ ਵਿੱਚੋਂ 38th ਨੰਬਰ ਦੇ ਉੱਤੇ ਆਇਆ। ਉਹ ਡਿਪਟੀ ਕਮਿਸ਼ਨਰ ਬਣੇਗਾ ਹੁਣ ਜੀ। ਹਾਂਜੀ, ਇਸ ਤਰ੍ਹਾਂ ਦੇ ਜਿਹੜੇ ਸਾਡੇ ਕੰਮ ਹੈਗੇ ਨੇ, ਇਸ ਸੰਸਥਾ ਨੇ ਇਹ ਸਾਂਭੇ ਨੇ। ਔਰ ਸਪੈਸ਼ਲ ਜਿਹੜੇ ਸਾਡੀ ਯੂਨੀਵਰਸਿਟੀ, ਜਿਹੜੀ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਦੀ ਹੈ, ਪਹਿਲੇ ਸਾਲ ਤੋਂ ਲੈ ਕੇ ਉਹਨਾਂ ਬੱਚਿਆਂ ਨੂੰ ਨਾਲ ਦੀ ਨਾਲ ਜਿਹੜੀ ਐਗਜ਼ਾਮਸ ਦੀ ਤਿਆਰੀ ਪਹਿਲੇ ਸਾਲ ਤੋਂ ਸ਼ੁਰੂ ਕੀਤੀ ਜਾਂਦੀ ਹੈ। ਉਹਨਾਂ ਦੇ 2 ਪੀਰੀਅਡ ਜਿਹੜੇ, ਇੱਕ ਤਾਂ ਉਹਨਾਂ ਦੇ ਸਿਲੇਬਸ ਦੇ ਪੀਰੀਅਡ ਲੱਗਦੇ ਨੇ, ਔਰ 2 ਪੀਰੀਅਡ ਪਹਿਲੇ ਸਾਲ ਤੋਂ ਉਹਨਾਂ ਦੇ ਐਕਸਟਰਾ ਲੱਗਣੇ ਸ਼ੁਰੂ ਹੋ ਜਾਂਦੇ ਨੇ ਟੂ ਪ੍ਰੈਪ them ਫॉर द ਐਗਜ਼ਾਮਸ। ਵਾਓ। ਹਾਂਜੀ, ਔਰ ਉਹਨਾਂ ਦੇ ਰਿਜ਼ਲਟ ਜਦੋਂ ਤੁਸੀਂ ਆਉਣਗੇ ਨਾ ਹੁਣ, ਤੇ ਫਿਰ ਤੁਸੀਂ ਦੇਖੋਗੇ ਵੀ ਕਿਸ ਤਰੀਕੇ ਨਾਲ ਪੰਜਾਬ ਦੇ ਬੱਚੇ ਜਿਹੜੇ ਹੈਗੇ ਆ ਨਿੱਤਰ ਕੇ ਮੋਰੇ ਆਉਂਦੇ। ਜਸਪਾਲ ਸਿੰਘ ਜੀ, ਜੋ ਤੁਸੀਂ ਇਹ ਗੱਲ ਕਹੀ ਸੈਚੂਰੇਟ ਕਰਨਾ ਚਾਹੀਦਾ, ਮਤਲਬ ਥਾਂ ਥਾਂ ਤੇ ਅਕੈਡਮੀਆਂ ਹੋਣ, ਖਾਸ ਕਰਕੇ ਪਿੰਡਾਂ ਦੇ ਵਿੱਚ, ਤਦ ਹੀ ਅਸੀਂ ਕਵਾਂਗੇ ਰਾਜ ਕਰੇਗਾ ਖਾਲਸਾ। ਰਘਬੀਰ ਸਿੰਘ ਜੀ, ਮੈਂ ਚਾਹਾਂਗੀ ਕਿ ਜਾਂਦੇ ਜਾਂਦੇ ਤੁਸੀਂ ਵਿਊਅਰਸ ਨੂੰ ਡਾਇਰੈਕਟਲੀ ਕੋਈ ਇਹੋ ਜਿਹਾ ਮੈਸੇਜ ਦੇਵੋ ਤਾਂ ਕਿ ਉਹਨਾਂ ਨੂੰ ਇਸ ਕੰਮ ਦੀ ਅਰਜੈਂਸੀ ਮਹਿਸੂਸ ਹੋਏ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ, ਇਹ ਕੰਮ ਹੁਣੇ ਹੀ ਸਾਨੂੰ ਕਰਨਾ ਪੈਣਾ ਆਪਣੇ ਬੱਚਿਆਂ ਨੂੰ, ਆਪਣੇ ਪੰਜਾਬ ਨੂੰ ਸਾਂਭਣ ਲਈ। ਕੀ ਤੁਸੀਂ ਕਹਿਣਾ ਚਾਹੋਗੇ, ਖਾਸ ਕਰਕੇ ਜਿੱਥੇ ਇਸ ਸੰਸਥਾ ਦਾ ਜੋ ਵੱਖ-ਵੱਖ ਕੰਮ ਹੋ ਰਿਹਾ, ਖਾਸ ਕਰਕੇ ਐਜੂਕੇਸ਼ਨ ਨੂੰ ਲੈ ਕੇ, ਕੀ ਤੁਸੀਂ ਉਪਰਾਲਾ ਦੇਣਾ ਚਾਹੋਗੇ? ਬੜੂ ਸਾਹਿਬ ਦੀ ਆਰਗੇਨਾਈਜੇਸ਼ਨ ਜਿਹੜੀ ਹੈ, ਇਹਦੇ ਬਾਰੇ ਕਾਫੀ ਪੜ੍ਹਿਆ ਦੇਖਿਆ, ਤੇ ਰਿਜ਼ਲਟ ਵੀ ਬਹੁਤ ਵਧੀਆ ਆਏ ਇਹਨਾਂ ਦੇ। ਕਿਉਂਕਿ ਜਿੱਥੇ ਇਹਨਾਂ ਐਜੂਕੇਸ਼ਨ ਸਾਂਭੀ ਹੈ, ਉਹਦੇ ਨਾਲ ਇਹਨਾਂ ਸਿੱਖੀ ਵਿੱਚ ਵੀ ਬੱਚਿਆਂ ਨੂੰ ਪੂਰਾ ਪਰਫੈਕਟ ਕੀਤਾ। ਤੁਸੀਂ ਉੱਥੇ ਦੇ TV ਤੇ ਪ੍ਰੋਗਰਾਮ ਦੇਖੋ, ਕਿਸ ਤਰ੍ਹਾਂ ਬੱਚੇ ਪੂਰੇ ਸਿੱਖੀ ਸਰੂਪ ਵਿੱਚ ਗੁਰਬਾਣੀ ਪੜ੍ਹਦੇ ਨੇ, ਨਿਤਨੇਮ ਦੀਆਂ ਦਾਤਾਂ ਲੈਂਦੇ ਨੇ, ਤਾਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਵੀ ਇੱਕ ਵਧੀਆ ਪੜ੍ਹਾਈ ਕਰ ਰਹੇ ਨੇ। ਐਟਮੋਸਫੇਅਰ ਬਹੁਤ ਵਧੀਆ ਉੱਥੋਂ ਦਾ ਪ੍ਰੋਵਾਈਡ ਕੀਤਾ ਜਾਂਦਾ ਬੱਚਿਆਂ ਨੂੰ। ਉਹਨਾਂ ਦੇ ਰਹਿਣ ਸਹਿਣ ਦਾ ਪ੍ਰੋਗਰਾਮ ਸਾਰਾ, ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਸੀ ਕਿ ਇਹ ਛੋਟੀ ਗੱਲ ਨਹੀਂ ਹੈਗੀ, ਇਸ ਵਾਸਤੇ ਬਹੁਤ ਜ਼ਿਆਦਾ ਖਰਚੇ ਦੀ ਜ਼ਰੂਰਤ ਹੈ ਜੀ। ਤਾਂ ਜਿੰਨੇ ਅਸੀਂ ਵਿਦੇਸ਼ਾਂ 'ਚ ਰਹਿ ਰਹੇ ਹਾਂ, ਫਾਈਨੈਂਸ਼ੀਅਲ ਤੌਰ ਤੇ ਮਹਾਰਾਜ ਨੇ ਸਾਡੇ ਸਾਰਿਆਂ ਤੇ ਬੜੀ ਬਖਸ਼ਿਸ਼ ਕੀਤੀ ਹੈ ਜੀ। ਤੇ ਸਾਡਾ ਫਰਜ਼ ਬਣਦਾ ਹੈ ਕਿ ਜੋ ਪ੍ਰੋਬਲਮਾਂ ਸਾਨੂੰ ਆ ਰਹੀਆਂ ਨੇ ਪੰਜਾਬ ਦੇ ਵਿੱਚ, ਸਾਡੇ ਨੌਜਵਾਨ ਬੱਚੇ ਜੋ ਹਨ ਨਸ਼ਿਆਂ ਦੇ ਵਿੱਚ ਜਾ ਰਹੇ ਨੇ, ਜਾਂ ਕੋਈ ਸਾਡਾ ਜਿਹੜਾ ਕਲਚਰ ਹੈ, ਗੀਤਾਂ ਫਿਲਮਾਂ ਦੇ ਵਿੱਚ ਸਾਨੂੰ ਭੰਡਿਆ ਜਾ ਰਿਹਾ ਹੈ ਕਿ ਸਿੱਖ ਕਿੱਦਾਂ ਦੇ ਹੁੰਦੇ ਹਨ ਜੀ, ਜੋ ਦਿਖਾਇਆ ਜਾ ਰਿਹਾ ਹੈ, ਉਹ ਸਾਰਾ ਕੁਝ ਦੇਖ ਕੇ ਸਾਡੇ ਬੱਚੇ ਗੁੰਮਰਾਹ ਹੋ ਰਹੇ ਨੇ ਜੀ। ਤਾਂ ਉਸ ਵੇਲੇ ਇਹ ਜਿਹੀ ਸੰਸਥਾ ਜਿਹੜੀ ਕਿ ਸਾਡੀ ਸਿੱਖੀ ਨੂੰ ਬਚਾ ਰਹੀ ਹੈ, ਸਾਡੀ ਐਜੂਕੇਸ਼ਨ ਨੂੰ ਬਚਾ ਰਹੀ ਹੈ, ਤੇ ਸਾਨੂੰ ਉਹਦੀ ਪੂਰੀ ਸਪੋਰਟ ਕਰਨੀ ਚਾਹੀਦੀ। ਬਿਲਕੁਲ। ਦੂਸਰਾ, ਜੋ ਇਸ ਵੇਲੇ ਕਿਸਾਨਾਂ ਨੇ ਰਲ ਕੇ, ਇਕੱਲੇ ਸਿੱਖਾਂ ਨਹੀਂ, ਪੂਰੇ ਕਿਸਾਨਾਂ ਨੇ, ਸਾਰੇ ਧਰਮਾਂ ਦੇ ਰਲ ਕੇ ਜੋ ਜਿੱਤ ਪ੍ਰਾਪਤ ਕੀਤੀ ਹੈ, ਉਹਦੇ ਨਾਲ ਇਹਨਾਂ ਸਾਰਿਆਂ ਦੇ ਸੈਲਫ ਕੌਨਫੀਡੈਂਸ ਵਧੇ ਨੇ। ਬਿਲਕੁਲ, ਕਿ ਅਸੀਂ ਬਿਨਾਂ ਸਰਕਾਰ ਤੋਂ ਜੇ ਇਕੱਠੇ ਰਹੀਏ ਤੇ ਅਸੀਂ ਸੁਧਾਰ ਕਰ ਸਕਦੇ ਹਾਂ। ਬਿਲਕੁਲ। ਤੇ ਇਲੈਕਸ਼ਨ ਸਿਰ ਤੇ ਆ ਗਈ, ਤੇ ਇਸ ਤੋਂ ਵਧੀਆ ਮੌਕਾ ਨਹੀਂ ਮਿਲ ਸਕਦਾ ਜੀ। ਇਸ ਮੌਕੇ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਾਂਭੋ, ਤੇ ਇਹ ਜੋ ਲੀਡਰ ਨਵੇਂ ਆਏ ਰਹੇ ਜੀ, ਇਹਨਾਂ ਨੂੰ ਜਾਂ ਇਹਨਾਂ ਦੇ ਕਹਿਣ ਤੇ ਲੀਡਰ ਬਣਾਓ, ਤਾਂ ਜੋ ਜਿੱਥੇ ਗੌਰਮੈਂਟ ਤੌਰ ਤੇ ਵੀ ਇਹਨਾਂ ਲੋਕਾਂ ਦਾ ਕੰਟਰੋਲ ਹੋ ਸਕੇ ਜਿਨ੍ਹਾਂ ਨੇ ਸੁਧਾਰ ਵਾਲੇ ਪਾਸੇ ਸਾਨੂੰ ਤੋਰਨਾ ਜੀ। ਬਿਲਕੁਲ। ਤੇ ਅਸੀਂ ਵੀ ਆਪਣਾ ਜਿਹੜਾ ਪੈਸਾ ਲੱਖਾਂ ਡਾਲਰਾਂ ਦੇ ਵਿੱਚ ਭੇਜਦੇ ਆ, ਉਹ ਵੀ ਚੰਗੇ ਪਾਸੇ ਲਿਜਾ ਸਕੇ। ਕਈ ਵਾਰੀ ਅਸੀਂ ਇੱਥੋਂ ਪੈਸਾ ਭੇਜ ਦਿੰਦੇ ਆ, ਪਰ ਜਾਂਦਾ ਉਹਨਾਂ ਦੇ ਹੱਥਾਂ 'ਤੇ ਹੀ ਹੈ, ਤੇ ਉਹ ਫਿਰ ਇੱਦਾਂ ਖਰਾਬ ਕਰ ਜਾਂਦੇ, ਪਤਾ ਨਹੀਂ ਲੱਗਦਾ ਕਿੱਥੇ ਲੱਗਦਾ, ਤੇ ਨਾ ਸਾਡੇ ਕੋਲ ਸਮਾਂ ਹੁੰਦਾ ਉਸ ਪੈਸੇ ਨੂੰ ਫੋਲੋ ਕਰਨ ਦਾ ਜੀ। ਸੋ ਚੰਗੀ ਲੀਡਰਸ਼ਿਪ ਸਾਨੂੰ ਮਿਲ ਗਈ ਹੈ ਇਸ ਵੇਲੇ, ਉਹਨੂੰ ਸਾਂਭ ਲਈਏ ਜੀ। ਸੰਸਥਾ ਸਾਡੇ ਕੋਲ ਹੈਗੀਆਂ ਨੇ ਜੀ, ਆਪਣੇ ਪਿੰਡਾਂ ਦੇ ਵਿੱਚ ਜਿੰਨੇ ਸਕੂਲ ਨੇ, ਉਹਨਾਂ ਨੂੰ ਆਪਾਂ ਰਿਸਪੌਂਸ ਕਰੀਏ ਜੀ, ਖਿਆਲ ਰੱਖੀਏ ਉਹਨਾਂ ਦਾ ਜੀ, ਤੇ ਤਾਂ ਜੋ ਆਪਾਂ ਸਾਰੇ ਕੋਸ਼ਿਸ਼ ਕਰਾਂਗੇ ਨਾ ਜੀ, ਤੇ ਫੇਰ ਹੀ ਵਧੀਆ ਪੰਜਾਬ
ਤੇ ਵਧੀਆ ਸਿੱਖੀ ਦਾ ਜਿਹੜਾ ਸਾਰੇ ਬੱਚੇ ਨੇ ਆਪਣੇ ਸਾਹਮਣੇ ਜਾ ਸਕਦੇ ਨੇ। ਇੱਕ ਬੰਦਾ ਕੁਝ ਵੀ ਨਹੀਂ ਕਰ ਸਕਦਾ, ਬਿਲਕੁਲ। ਪਰ ਜੇ ਕੋਈ ਕਰਦਾ ਤੇ ਉਹਦੀਆਂ ਲੱਤਾਂ ਨਾ ਖਿੱਚੀਏ, ਉਹਦੀ ਮਦਦ ਕਰੀਏ। ਜ਼ਿਆਦਾ ਸਾਡੇ ਵਿੱਚ ਇਹ ਆ ਜਾਂਦਾ ਕੋਈ ਕੰਮ ਕੋਈ ਚੰਗਾ ਕਰ ਲੱਗਦਾ ਹੈ ਨਾ ਜੀ ਤੇ ਉਹਦਾ ਕ੍ਰਿਟਿਸਿਜ਼ਮ ਇੱਦਾਂ ਹੋ ਜਾਂਦਾ ਕਿ ਉਹ ਬੰਦਾ ਕਹਿੰਦਾ ਯਾਰ ਛੱਡੋ ਕੀ ਲੈਣਾ। ਜੀ ਇਹ ਕੰਮ ਚੱਲਦੇ ਰਹਿਣੇ ਨੇ। ਗੁਰੂ ਨਾਨਕ ਦੀ ਸੋਚ ਲੈ ਕੇ ਚੱਲੀਏ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਰਹੇਗੀ। ਚੜ੍ਹਦੀ ਕਲਾ ਰਹੂਗੀ। ਕਿਰਪਾਲ ਸਿੰਘ ਜੀ, ਜਾਂਦੇ ਨੇ ਤੁਸੀਂ ਕੀ ਉਪਰਾਲਾ ਦੇਣਾ ਚਾਹੋਗੇ ਵਿਊਅਰਸ ਨੂੰ ਤੇ ਜੋ ਇੱਥੇ ਸਾਡੇ ਨਾਲ ਜੁੜੇ ਹੋਏ ਆਡੀਅנס ਬੈਠੀ ਉਹਨਾਂ ਨੂੰ ਇਸ ਕਾਜ਼ ਨੂੰ ਲੈ ਕੇ? ਜੋ ਭਾਈ ਜਸਪਾਲ ਸਿੰਘ ਉਹਨਾਂ ਨੇ ਵੀ ਦੱਸਿਆ ਹੈ ਕਿ ਸਾਨੂੰ ਉੱਥੇ ਐਜੂਕੇਸ਼ਨ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਬੜੂ ਸਾਹਿਬ ਸੰਸਥਾ ਨੂੰ ਹੋਰ ਅੱਗੇ ਵਧਾਉਣਾ ਪੈਣਾ। ਗੁਰੂ ਕੀ ਕਾਂਸੀ ਯੂਨੀਵਰਸਿਟੀ ਜਿਹਦੇ ਸਿਰ ਅਜੇ ਬਹੁਤ ਸਾਰਾ ਕਰਜ਼ਾ ਹੈ, ਉਹ ਕਰਜ਼ੇ ਤੋਂ ਸਾਨੂੰ ਉਹਨੂੰ ਮੁਕਤ ਕਰਨਾ ਪੈਣਾ। ਉਹਦੇ ਵਾਸਤੇ ਜੋ ਵੀ ਬਣਦਾ ਯੋਗਦਾਨ ਹੈ, ਅਸੀਂ ਇੱਥੋਂ 27 ਕਰੋੜ ਕੋਈ ਵੱਡੀ ਰਕਮ ਨਹੀਂ, ਅਮਰੀਕਾ ਦੇ ਵਿੱਚ ਕੋਈ ਵੀ ਵੱਡੀ ਰਕਮ ਨਹੀਂ ਹੈਗੀ। 1 ਸਾਲ ਦੇ ਵਿੱਚ ਅਸੀਂ ਇਹਨੂੰ ਪੂਰੀ ਕਰ ਸਕਦੇ ਹਾਂ, ਪ੍ਰੋਵਾਈਡਡ ਕਿ ਵੀ ਅਸੀਂ ਇਕੱਠੇ ਹੋ ਜਾਈਏ, ਜਿਸ ਤਰ੍ਹਾਂ ਭਾਈ ਰਘਵੀਰ ਸਿੰਘ ਉਹਨਾਂ ਨੇ ਕਿਹਾ। ਅਗਲੀ ਜਿਹੜੀ ਗੱਲ ਹੈ ਕਿ ਵੀ ਸਾਨੂੰ ਆਪਣੇ ਸਿਲੇਬਸ ਪੜ੍ਹਾਉਣ ਵਾਸਤੇ ਉੱਥੋਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਣੀਆਂ। ਪਿਛਲੇ ਦਿਨੀ ਭਾਈ ਗੁਰਚਰਨ ਸਿੰਘ ਉਹਨਾਂ ਨੇ ਦੱਸਿਆ ਸੀ ਵੀ ਸਾਨੂੰ ਨੰਬਰ ਆਫ ਸਕੂਲਸ ਜਾਂ ਇੰਸਟੀਟਿਊਸ਼ਨਸ ਦੀ ਨੰਬਰਸ ਬਣਾਉਣੇ ਪੈਣੇ ਨੇ, ਜਿਹੜੇ 250 ਜਾਂ ਕੁਛ ਇਸ ਤਰ੍ਹਾਂ ਦੱਸ ਰਹੇ ਸੀਗੇ। ਜੇ 129 ਦੇ ਉੱਤੇ ਅਸੀਂ ਰੁਕ ਗਏ ਹਾਂ ਤਾਂ ਅਸੀਂ ਜਾ ਕੇ ਆਪਣੇ ਆਪ ਨੂੰ ਉਹਨਾਂ ਦੇ ਨਾਲ ਜੋੜੀਏ, ਸੰਤ ਬਾਬਾ ਇਕਬਾਲ ਸਿੰਘ ਉਹਨਾਂ ਦੇ ਨਾਲ ਜਾਂ ਉਹਨਾਂ ਦੀ ਸੋਚ ਦੇ ਨਾਲ। ਉਹ 129 ਨੂੰ 250 ਦੇ ਵਿੱਚ ਲਿਜਾਣ ਦਾ ਟੀਚਾ ਮਿਥੀਏ ਤਾਂ ਕਿ ਅਸੀਂ ਆਪਣਾ ਸਿਲੇਬਸ ਆਪ ਡਿਸਾਈਡ ਕਰ ਸਕੀਏ ਕਿ ਵੀ ਅਸੀਂ ਆਪਣੇ ਬੱਚਿਆਂ ਨੂੰ ਕੀ ਪੜ੍ਹਾਉਣਾ ਹੈ, ਨਾ ਕਿ ਸੈਂਟਰਲ ਬੋਰਡ ਕੋਈ ਜਾਂ ਕੋਈ ਹੋਰ ਬੋਰਡ ਸਾਡੇ ਵਾਸਤੇ ਆਪਣਾ ਸਿਲੇਬਸ ਸਾਡੇ 'ਤੇ ਥੋਪੇ। ਸੋ ਇਸ ਕੰਮ ਵਾਸਤੇ ਵੀ ਮੈਂ ਭਾਈ ਜਸਪਾਲ ਸਿੰਘ ਉਹਨਾਂ ਨੂੰ, ਭਾਈ ਗੁਰਚਰਨ ਸਿੰਘ ਉਹਨਾਂ ਨੂੰ ਇਹ ਕਹਾਂਗਾ ਕਿ ਵੀ ਇਹਦੇ ਵਾਸਤੇ ਇੱਕ ਟਾਈਮ ਟੇਬਲ ਸੈੱਟ ਕਰਕੇ ਕਿ ਵੀ ਇੰਨੇ ਸਮੇਂ ਦੇ ਵਿੱਚ ਅਸੀਂ ਇਹ ਕੰਡੀਸ਼ਨ ਪੂਰੀ ਕਰਨੀ ਹੈ ਕਿ ਅਸੀਂ ਇਹ ਤੈਅ ਕਰ ਸਕੀਏ ਵੀ ਅਸੀਂ ਆਪਣਾ ਇਤਿਹਾਸ, ਆਪਣਾ ਸਾਹਿਤ, ਆਪਣੀਆਂ ਖੇਡਾਂ ਜਾਂ ਆਪਣਾ ਸੱਭਿਆਚਾਰ ਇਹਨਾਂ ਸਕੂਲਾਂ ਦੇ ਵਿੱਚ ਇਹਨਾਂ ਸਿਲੇਬਸਾਂ ਰਾਹੀਂ ਪੜ੍ਹਾਉਣਾ ਹੈ। ਜਿੰਨਾ ਛੇਤੀ ਕਰ ਲਾਂਗੇ ਉਨਾ ਨੁਕਸਾਨ ਘੱਟ ਹੋਏਗਾ। ਅਗਲੀ ਜਿਹੜੀ ਸਾਡੀ ਬੇਸਿਕ ਗੱਲ ਹੈ ਕਿ ਆਪਣੇ ਪਿੰਡਾਂ ਨੂੰ ਸੰਭਾਲੀਏ, ਆਪਣੇ ਸਕੂਲਾਂ ਨੂੰ ਸੰਭਾਲੀਏ, ਤੇ ਜੇ ਅਸੀਂ ਨਹੀਂ ਸੰਭਾਲ ਸਕਦੇ ਤਾਂ ਉਹ ਸੰਤ ਬਾਬਾ ਇਕਬਾਲ ਸਿੰਘ ਉਹਨਾਂ ਦੇ ਹਵਾਲੇ ਕਰ ਦਈਏ। ਸੌਖਾ ਤਰੀਕਾ, ਪਰ ਹਵਾਲੇ ਕਰਨ ਵਾਸਤੇ ਸਾਨੂੰ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਣਾ ਪਏਗਾ ਤੇ ਉਹਨਾਂ ਵਾਸਤੇ ਜੋ ਸਟਰਕਚਰ ਹੈ ਉਹ ਪੈਦਾ ਕਰਕੇ ਦੇਣਾ ਪਏਗਾ। ਉਹ ਅਡਾਪਟ ਕਰਨ ਨੂੰ ਤਿਆਰ ਨੇ, ਮੈਨੂੰ ਇਸ ਗੱਲ ਦਾ ਪਤਾ ਹੈ। ਸੋ ਇਹੀ ਗੱਲ ਹੈ ਕਿ ਵੀ ਅਸੀਂ ਐਜੂਕੇਸ਼ਨ ਦੇ ਉੱਤੇ ਜਿੰਨਾ ਜ਼ਿਆਦਾ ਜ਼ੋਰ ਦੇਵਾਂਗੇ ਉਹਨਾਂ ਜਲਦੀ ਸਾਡੀਆਂ ਜਿਹੜੀਆਂ ਉੱਥੋਂ ਦੀਆਂ ਬੇਸਿਕ ਸਮੱਸਿਆਵਾਂ ਨੇ, ਚਾਹੇ ਉਹ ਖੁਦਕਸ਼ੀਆਂ ਨੇ, ਚਾਹੇ ਉਹ ਕਰਜ਼ੇ ਦਾ ਭਾਰ ਹੈ, ਚਾਹੇ ਉਹ ਸਾਡੇ ਪਾਣੀਆਂ ਦੀ ਸਮੱਸਿਆ, ਈਵਨ ਜੇ ਅਸੀਂ ਆਧੁਨਿਕ ਤਰੀਕੇ ਨਾਲ ਆਪਣੀ ਐਗਰੀਕਲਚਰ ਨੂੰ ਅੱਗੇ ਕਰਨਾ ਸ਼ੁਰੂ ਕਰੀਏ ਤਾਂ ਪਾਣੀ ਦੀ ਸਮੱਸਿਆ ਨੂੰ ਵੀ ਅਸੀਂ ਹੱਲ ਕਰ ਸਕਦੇ ਹਾਂ। ਅਲਟੀਮੇਟਲੀ ਇਹ ਹੈ ਕਿ ਵੀ ਅਸੀਂ ਆਪਣਾ ਉੱਥੇ ਸਾਇੰਟੀਫਿਕ ਤਰੀਕੇ ਨਾਲ ਪੰਜਾਬ ਦੀ ਤਰੱਕੀ ਕਰ ਸਕਾਂਗੇ। ਨਸ਼ਿਆਂ ਦਾ ਹੱਲ ਇਹੀ ਹੈ ਕਿ ਵੀ ਜਾਗਰੂਕਤਾ ਪੈਦਾ ਕਰਨੀ, ਜਿਹੜੀ ਤੁਸੀਂ ਕਿਹਾ ਕਿ ਵੀ ਲੀਡਰਸ਼ਿਪ ਬਾਈ ਐਕਸ਼ਨ ਜਾਂ ਬਾਈ ਸੈਲਫ ਡਿਟਰਮੀਨੇਸ਼ਨ, ਉਹਦੇ ਕਰਨ ਵਾਸਤੇ ਸਾਨੂੰ ਇਹ ਦੇਖਣਾ ਪਏਗਾ ਵੀ ਅਸੀਂ ਕਿਹਨਾਂ ਨੂੰ ਵੋਟਾਂ ਪਾਉਣੀਆਂ ਨੇ। ਸਾਨੂੰ ਇਹ ਦੇਖਣਾ ਪਏਗਾ ਕਿ ਵੀ ਜਿਹੜੇ ਬੰਦਿਆਂ ਦਾ ਕਿਰਦਾਰ ਪਹਿਲਾਂ ਇੰਨਾ ਮਾੜਾ ਰਿਹਾ ਹੋਇਆ ਅਸੀਂ ਉਹਨਾਂ ਨੂੰ ਦੁਬਾਰਾ ਆਪਣੇ ਉੱਤੇ ਫਿਰ ਮਿਨਿਸਟਰ ਥੋਪ ਲੈਂਦੇ ਹਾਂ। ਅਗਲੀ ਗੱਲ ਸਾਨੂੰ ਇਹ ਜ਼ਰੂਰ ਦੇਖਣੀ ਪਊਗੀ, ਜਦੋਂ ਉਹ ਬੰਦੇ ਇੱਥੇ ਆਉਂਦੇ ਨੇ ਅਸੀਂ ਉਹਨਾਂ ਦੇ ਗਲ 'ਚ ਹਾਰ ਪਾਉਣ ਦੀ ਥਾਂ ਤੇ ਅਸੀਂ ਉਹਨਾਂ ਦੇ ਪਿਛੋਕੜ ਦੇ ਉੱਤੇ ਜਾਂ ਇਸ ਸਮੇਂ ਦੇ ਕਿਰਦਾਰ ਦੇ ਉੱਤੇ ਕੁਐਸਚਨ ਕਰੀਏ। ਹਾਰ ਅਸੀਂ ਕੁਐਸਚਨਾਂ ਦਾ ਪਾਈਏ ਉਹਨਾਂ ਨੂੰ, ਨਾ ਕਿ ਅਸੀਂ ਉਹਨਾਂ ਨੂੰ ਨੋਟਾਂ ਦਾ ਹਾਰ ਜਾਂ ਆਪਣੇ ਘਰਾਂ 'ਤੇ ਲਿਜਾ ਕੇ ਉਹਨਾਂ ਨੂੰ ਲਿਫਾਫੇ ਦਈਏ। ਸੋ ਇਹ ਲਿਫਾਫੇ ਅਸੀਂ ਲੀਡਰਾਂ ਜਾਂ ਇਸ ਜਿਹੜੇ ਸੋ ਕਾਲ ਕਰਪਸ਼ਨ ਦੇ ਪੈਦਾ ਕੀਤੇ ਹੋਏ ਲੀਡਰ ਨੇ
ਉਹਨਾਂ ਦੀ ਥਾਂ ਤੇ ਬੜੂ ਸਾਹਿਬ ਨੂੰ ਭੇਜਣਾ ਸ਼ੁਰੂ ਕਰ ਦਈਏ, ਪੰਜਾਬ ਦਾ ਆਪਣੇ ਆਪ ਸੁਧਾਰ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿਰਪਾਲ ਸਿੰਘ ਜੀ, ਰਘਵੀਰ ਸਿੰਘ ਸੁਭਾਨਪੁਰ ਜੀ ਐਂਡ ਆਫ ਕੋਰਸ ਜਸਪਾਲ ਸਿੰਘ ਜੀ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਪੈਨਲ ਸਾਡੇ ਨਾਲ ਜੁੜਿਆ ਹੈ, ਕੁਝ ਹੋਰ ਆਵਾਜ਼ਾਂ ਇਸ ਮੁੱਦੇ ਤੇ ਗੂੰਜਣ ਨੂੰ ਤਿਆਰ ਹਨ ਤੇ ਤੁਸੀਂ ਵੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਇਸ ਮੁੱਦੇ ਤੇ ਗੱਲ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰੇ ਨਾਲ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਇੱਕ ਖਾਸ ਐਕਸਟੈਂਡਡ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਬਿਕਾਜ਼ ਇਹ ਜੋ ਮੁੱਦਾ ਹੈਗਾ ਇਹਨੂੰ ਡਿਸਕਸ ਕਰਨ ਲਈ ਭਾਵੇਂ ਜਿੰਨਾ ਮਰਜ਼ੀ ਟਾਈਮ ਅਸੀਂ ਲਗਾਈਏ ਇਟਸ ਨਾਟ ਇਨਫ। ਇਹ ਪ੍ਰੋਬਲਮ ਹੀ ਇੰਨੀ ਵੱਡੀ ਹੈ ਕਿ ਇਹਦੇ ਉੱਤੇ ਵਿਚਾਰ ਵੀ ਕਰਨਾ ਜ਼ਰੂਰੀ ਹੈ ਐਂਡ ਜਿਨ ਚੀਜ਼ਾਂ ਨਾਲ ਇਨ ਇਸ਼ੂਜ਼ ਦਾ, ਇਨ ਮੁੱਦਿਆਂ ਦਾ ਹੱਲ ਹੋ ਸਕਦਾ ਹੈ ਉਹਦੀ ਵੀ ਗੱਲ ਕਰਨੀ ਜ਼ਰੂਰੀ ਹੈ। ਭਾਵੇਂ ਪੰਜਾਬ ਦਾ ਜਾਂ ਸਿੱਖਾਂ ਦਾ ਇਤਿਹਾਸ ਹੋਏ ਜਿਹਨੂੰ ਮਿਟਾਇਆ ਜਾ ਰਿਹਾ ਹੈ, ਭਾਵੇਂ ਸਿੱਖਾਂ ਤੇ ਜੋ ਅਟੈਕ ਹੋ ਰਿਹਾ ਹੈ, ਸਾਡੇ ਗੁਰੂਆਂ ਤੇ ਅਟੈਕ ਹੋ ਰਿਹਾ, ਬੇਅਦਬੀ ਹੋ ਰਹੀ ਹੈ, ਉਹਦੇ ਮਸਲਿਆਂ ਦੀ ਗੱਲ ਕਰੀਏ, ਇਨ ਸਾਰੀ ਚੀਜ਼ਾਂ ਦਾ ਹੱਲ ਹੈਗਾ। ਤੁਹਾਨੂੰ ਨੈਗੇਟਿਵ, ਤੁਹਾਨੂੰ ਡਾਊਨ ਫੀਲ ਕਰਨ ਦੀ ਕੋਈ ਲੋੜ ਨਹੀਂ ਹੈਗੀ। ਅੱਜ ਅਸੀਂ ਸੋਲੂਸ਼ਨਸ ਦੀ ਗੱਲ ਕਰ ਰਹੇ ਹਾਂ, ਸੋ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਰਾਇਲ ਇੰਡੀਆ ਪੈਲੇਸ ਰਿਚਮੰਡ ਹਿਲ ਤੋਂ ਤੁਹਾਡੇ ਨਾਲ ਇਹ ਪ੍ਰੋਗਰਾਮ ਪੇਸ਼ ਕਰਦੇ ਹੋਏ ਕੁਝ ਹੋਰ ਬਹੁਤ ਹੀ ਮੈਂ ਕਹਾਂਗੀ ਸੁਲਝੇ ਹੋਏ ਸਿਆਣੇ ਪੈਨਲਿਸਟ ਸਾਡੇ ਨਾਲ ਜੁੜੇ ਹਨ ਇਸ ਮੁੱਦੇ ਉੱਤੇ ਆਪ ਦੇ ਵਿਚਾਰ ਸਾਡੇ ਨਾਲ ਸ਼ੇਅਰ ਕਰਨ ਲਈ। ਸਭ ਤੋਂ ਪਹਿਲੇ ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ ਚਾਹਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਆਡੀਅנס ਵੀ ਸਾਡੇ ਨਾਲ ਜੁੜੀ ਹੋਈ ਹੈ, ਉਹਨਾਂ ਦੀ ਤੁਸੀਂ ਗੂੰਜ ਸੁਣ ਸਕਦੇ ਹੋ। ਸਭ ਤੋਂ ਪਹਿਲੇ ਮਾਸਟਰ ਮੋਹਿੰਦਰ ਸਿੰਘ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਮਾਸਟਰ ਜੀ, ਤੁਸੀਂ ਇਸ ਕਮਿਊਨਿਟੀ ਦੇ ਮੈਂ ਕਹਾਂਗੀ ਇੱਕ ਵੈਟਰਨ, ਇੱਕ ਪਿਲਰ ਹੈਗੇ ਐਂਡ ਇੱਥੇ ਦੀ ਭਾਵੇਂ ਯੂਥ ਹੋਏ, ਭਾਵੇਂ ਸਾਡੇ ਜੋ ਪੁਰਾਣੇ ਦੇ ਆਏ ਹੋਏ, ਸਾਰੇ ਕਹਿੰਦੇ ਕਿ ਮਾਸਟਰ ਜੀ ਤੋਂ ਤੁਸੀਂ ਗਾਈਡੈਂਸ ਲਵੋ। ਥੈਂਕ ਯੂ ਸੋ ਮਚ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ। ਆਫ ਕੋਰਸ ਬਲਦੇਵ ਸਿੰਘ ਗਿਲਜੀਆਂ ਜੀ, ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰੇ ਦੇ ਨਾ ਕਿ ਸਿਰਫ ਪ੍ਰਧਾਨ ਤੁਸੀਂ ਇਸ ਵੇਲੇ ਹੋ ਬਟ ਤੁਸੀਂ ਵੀ ਇੱਕ ਲੀਡਰ ਦੇ ਤੌਰ ਤੇ, ਤੁਹਾਡੇ ਆਪਣੇ ਬੇਟੇ ਦੋਨੋਂ ਇੱਥੇ ਪਹੁੰਚੇ ਹੋਏ, ਲੀਡਰਸ਼ਿਪ ਦੇ ਤੌਰ ਤੇ ਤੁਸੀਂ ਹਮੇਸ਼ਾ ਖੜੇ ਹੁੰਦੇ ਹੋ, ਕੌਮ ਦੇ ਹਰ ਇੱਕ ਕਾਜ਼ ਲਈ ਤੁਸੀਂ ਖੜੇ ਹੁੰਦੇ ਹੋ ਤੇ ਗੁਰਦੁਆਰੇ ਵੱਲੋਂ ਜੋ ਵੀ ਕੋਈ ਮਸਲੇ ਆਉਂਦੇ, ਭਾਵੇਂ ਉਹ ਕਿਸਾਨਾਂ ਦਾ ਮਸਲਾ ਹੋਏ, ਕੋਈ ਵੀ ਹੋਰ ਮਸਲਾ ਹੋਏ, ਤੁਸੀਂ ਉੱਥੇ ਖੜੇ ਹੁੰਦੇ ਹੋ ਤੁਹਾਡੀ ਲੀਡਰਸ਼ਿਪ ਲਈ। ਤੇ ਤੁਹਾਡੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਲਈ ਇੱਕ ਵਾਰੀ ਫਿਰ ਤੁਹਾਨੂੰ ਸਵਾਗਤ ਕਰਦੇ ਹਾਂ। ਤੇ ਲਾਸਟ ਬਟ ਨਾਟ ਲੀਸਟ ਸੇਵਾਦਾਰ ਮੈਂ ਕਹਾਂਗੀ, ਤੇ ਜਦੋਂ ਬੜੂ ਸਾਹਿਬ ਕਲਗੀਧਰ ਟਰਸਟ ਨੂੰ ਇੱਥੇ ਲੌਂਗ ਆਈਲੈਂਡ ਨਿਊਯਾਰਕ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਆਉਂਦੀ ਹੈ ਤੇ ਗੁਰਚਰਨ ਸਿੰਘ ਜੀ ਇੱਕ ਵਾਰੀ ਫਿਰ ਤੁਸੀਂ ਵੀ ਸਾਡੇ ਨਾਲ ਜੁੜੇ ਹੋ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਵੈਲਕਮ ਕਰਦੇ ਹਾਂ। ਬ੍ਰੇਕ ਤੋਂ ਪਹਿਲੇ ਸਾਡੀ ਗੱਲ ਹੋ ਰਹੀ ਸੀ ਕਿ ਇੱਕ ਸਿਸਟੈਮਿਕ ਤੌਰ ਤੇ ਇਹ ਕੋਈ ਐਕਸੀਡੈਂਟਲ ਚੀਜ਼ ਨਹੀਂ ਹੈਗੀ ਕਿ ਪੰਜਾਬ ਦੇ ਵਿੱਚ ਸਿਲੇਬਸ ਨੂੰ ਚੇਂਜ ਕਰਕੇ, ਕਰਿਕਮ ਨੂੰ ਚੇਂਜ ਕਰਕੇ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਜੋ ਹੋ ਰਹੀ ਹੈ ਉਹ ਇਸ ਵੇਲੇ ਇੱਕ ਸਿਸਟੈਮਿਕ ਤੇ ਸਟ੍ਰੈਟੇਜਿਕ ਤੌਰ ਤੇ ਅੰਡਰਵੇ ਹੈਗੀ। ਉਸ ਚੀਜ਼ ਨੂੰ ਅਗਰ ਅਸੀਂ ਰੋਕਣਾ ਚਾਹੁੰਦੇ ਹਾਂ, ਉਹਦਾ ਆਲਰੇਡੀ ਪਲਾਨ ਬਣਿਆ ਹੋਇਆ। ਕਿਰਪਾਲ ਸਿੰਘ ਜੀ ਦੱਸ ਰਹੇ ਸੀ, ਤੁਸੀਂ ਵੀ ਪਹਿਲੇ ਸਾਨੂੰ ਦੱਸ ਚੁੱਕੇ ਹੋ, ਇੱਕ ਵਾਰੀ ਫਿਰ ਮੈਂ ਇਹ ਚੀਜ਼ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗੀ ਕਿ ਕਿਸ ਤਰ੍ਹਾਂ ਅਸੀਂ ਇਹਨੂੰ ਰੋਕ ਸਕਦੇ ਹਾਂ। ਅਗਰ ਸਰਕਾਰਾਂ ਕੁਝ ਨਹੀਂ ਕਰਨਗੀ ਸਾਡੇ ਲਈ, ਅਗਰ ਜੋ ਸਕੂਲ ਬੋਰਡ ਜੋ ਸਿਲੇਬਸ ਬਣਾਉਂਦੇ ਹੈ ਉਹ ਨਹੀਂ ਕੁਝ ਕਰਨਗੇ ਤੇ ਅਸੀਂ ਕੀ ਕਰ ਸਕਦੇ ਹਾਂ। ਗੁਰਚਰਨ ਸਿੰਘ ਜੀ, ਇਹਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕੀ ਹੱਲ ਹੈਗਾ ਇਸ ਸਮੱਸਿਆ ਦਾ? ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਸਾਰੇ ਤੁਹਾਡੇ ਸਰੋਤਿਆਂ ਨੂੰ ਵੀ। ਅਸੀਂ ਆਮ 40-50 ਸਾਲ ਤੋਂ 60 ਸਾਲ ਤੋਂ ਇਹੀ ਸੁਣਦੇ ਆ ਰਹੇ ਹਾਂ ਕਿ ਕੇਂਦਰ ਦੀ ਸਰਕਾਰ ਹੈ ਜਾਂ ਦੂਜੇ ਆ ਸਾਡੀ ਪੰਜਾਬੀ ਬੋਲੀ ਨੂੰ ਦਬਾ ਰਹੇ ਨੇ, ਸਾਡਾ ਸਿੱਖ ਇਤਿਹਾਸ ਬਦਲ ਦਿੱਤਾ ਗਿਆ ਹੈ, ਸਾਡੀਆਂ ਧਾਰਮਿਕ ਕਿਤਾਬਾਂ ਬਦਲੀ ਕਰ ਦਿੱਤੀਆਂ ਗਈਆਂ। ਹੁਣ ਸਮਾਂ ਆ ਗਿਆ ਇਹ ਸ਼ਿਕਾਇਤਾਂ ਕਰਨੀਆਂ ਛੱਡੀਏ, ਇਹਦਾ ਹੱਲ ਸਾਡੇ ਕੋਲ ਹੈ। ਸਿੱਖਾਂ ਨੂੰ ਕੰਟਰੋਲ ਆਪਦੇ ਹੱਥ 'ਚ ਲੈਣਾ ਪੈਣਾ। ਉਹਦੀ ਵਜ੍ਹਾ ਦੋ ਨੇ। ਜਿੰਨੇ ਪੰਜਾਬ ਦੇ ਸਰਕਾਰੀ ਸਕੂਲ ਨੇ, ਉਹ ਜਿਹੜੀਆਂ ਕਿਤਾਬਾਂ ਨੇ, ਸਿਲੇਬਸ ਆ, ਉਹ ਪੰਜਾਬ ਐਜੂਕੇਸ਼ਨ ਬੋਰਡ ਤਿਆਰ ਕਰਦਾ ਹੈ। ਉਹਦੇ ਵਿੱਚ ਮੈਨੂੰ ਦੱਸਣ ਦੀ ਲੋੜ ਨਹੀਂ ਜੋ ਕੁਛ ਹੋ ਰਿਹਾ, ਮਤਲਬ ਕਾਫੀ ਲੋਕ ਤੋਂ ਜਾਣਕਾਰ ਨੇ ਕਿ ਉਹ ਫੈਕਟਸ ਉੱਤੇ ਬੇਸ ਨਹੀਂ ਹੈ ਜੀ। ਜਿਹੜੇ ਕਨਵੈਂਟ ਸਕੂਲ ਨੇ, ਪ੍ਰਾਈਵੇਟ ਸਕੂਲ ਨੇ, ਉਹ CBSE ਦਾ ਸਿਲੇਬਸ ਉਹਨਾਂ ਕੋਲ ਸਕੂਲਾਂ ਵਿੱਚ ਹੈ ਜਿਹੜਾ ਦਿੱਲੀ ਤੋਂ ਤਿਆਰ ਹੁੰਦਾ ਹੈ। ਬੜੂ ਸਾਹਿਬ ਕੋਲ ਇਸ ਵੇਲੇ 129 ਸਕੂਲ ਨੇ। ਜੇ ਅਸੀਂ 121 ਸਕੂਲ ਹੋਰ ਕਰ ਲੈਂਦੇ ਹਾਂ, 250 ਸਕੂਲ ਕਰਕੇ ਸਾਨੂੰ ਇੱਕ ਅਥਾਰਟੀ ਮਿਲ ਜਾਂਦੀ ਹੈ। ਅਸੀਂ ਆਪ ਦਾ ਬੋਰਡ ਆਪ ਇਸਟੈਬਲਿਸ਼ ਕਰ ਸਕਦੇ ਹਾਂ ਅਤੇ ਆਪ ਦਾ ਸਿਲੇਬਸ ਆਪ ਤਿਆਰ ਕਰ ਸਕਦੇ ਹਾਂ, ਚਾਹੇ ਪੰਜਾਬੀ ਦਾ ਹੋਵੇ, ਚਾਹੇ ਸਿੱਖ ਇਤਿਹਾਸ ਦਾ ਹੋਵੇ, ਚਾਹੇ ਸਿੱਖ ਧਰਮ ਦਾ ਹੋਵੇ। ਅਤੇ ਹੁਣ ਸਾਡੇ ਕੋਲ
ਹੋਰ ਉਹ ਇਸ਼ੂ ਆਉਣ ਕਰਕੇ ਜਿਵੇਂ ਤਲਵੰਡੀ ਸਾਬੋ ਦਾ ਆ ਗਿਆ ਸੀਗਾ, ਉਹਨਾਂ ਕਰਕੇ ਸਾਡੇ ਸਕੂਲਾਂ ਦੀ ਗਿਣਤੀ ਅਸੀਂ ਉਨੀ ਵਧਾ ਨਹੀਂ ਸਕੇ ਜਿੰਨੀ ਵਧਾ ਸਕਦੇ ਸੀਗੇ। ਸਾਨੂੰ 121 ਸਕੂਲ ਕਰਨ ਲਈ ਜੇ ਅਸੀਂ 4-5 ਸਾਲ 6 ਸਾਲ ਸਾਡਾ ਕੌਮ ਸਾਥ ਦੇਵੇ ਤਾਂ ਅਸੀਂ ਇਹ ਮਤਲਬ ਅਚੀਵ ਕਰ ਸਕਦੇ ਹਾਂ। ਤੇ ਜੇ 10-20 ਸਕੂਲ 'ਤੇ ਵੀ ਘੱਟ ਰਹਿ ਵੀ ਜਾਣਗੇ ਤਾਂ ਵੀ ਸਾਡੇ ਕੋਲ ਇਹਦਾ ਸੋਲੂਸ਼ਨ ਹੈ। ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਅਸੀਂ 10-20 ਸਕੂਲਾਂ ਦੀਆਂ 30 ਨੂੰ ਨਾਲ ਦੀ ਐਫੀਲੀਏਸ਼ਨ ਕਰਕੇ ਜੀ ਤੇ 250 ਨੰਬਰ ਕਰ ਸਕਦੇ ਹਾਂ। ਜੀ ਵੈਸੇ ਤਾਂ ਪੰਜਾਬ ਦੇ ਵਿੱਚ ਸਾਡਾ 500 ਸਕੂਲਾਂ ਦਾ ਟਾਰਗੇਟ ਹੈਗਾ, ਜੀ ਪਰ ਉਹ ਟਾਈਮ ਲੱਗ ਰਿਹਾ ਕਿ ਸਿਰਫ ਮਾਇਆ ਦੇ ਕਰਕੇ, ਜੀ ਪਰ ਸੰਗਤ ਕਾਫੀ ਸਪੋਰਟ ਕਰ ਰਹੀ ਹੈ। ਤੇ ਜੇ ਅਸੀਂ ਆਪਦੇ ਸਿੱਖ ਇਤਿਹਾਸ ਨੂੰ, ਸਿੱਖ ਧਰਮ ਨੂੰ ਸੱਚਾਈ ਦੇ ਬੇਸ 'ਤੇ, ਜੋ ਸੱਚਾਈਆਂ ਹੈ ਉਹਦੇ ਬੇਸ 'ਤੇ ਲੈ ਕੇ ਆਉਣਾ, ਤਾਂ ਸਾਡੇ ਕੋਲ ਇੱਕ ਹੋਰ ਚਾਰਾ ਨਹੀਂ, ਸਿਰਫ ਅਸੀਂ ਆਪਦਾ ਬੋਰਡ ਬਣਾਉਣ ਲਈ ਉਹਨੂੰ ਜਲਦੀ ਤੋਂ ਜਲਦੀ ਮਤਲਬ ਅਚੀਵ ਕਰੀਏ। 250 ਦਾ ਜਿਹੜਾ ਟਾਰਗੇਟ ਹੈ ਸਾਡਾ। ਤੇ ਸਾਰਿਆਂ ਨੂੰ ਬੇਨਤੀ ਕਰਾਂਗੇ, ਜਿਵੇਂ 6 ਸਾਲ ਪਹਿਲਾਂ ਵੀ ਸਾਰੀ ਸੰਗਤ ਨੇ ਇੱਥੇ ਕਾਫੀ ਸਾਡਾ ਸਾਥ ਦਿੱਤਾ ਸੀ। 2014 ਵਿੱਚ ਜਦੋਂ ਤਲਵੰਡੀ ਸਾਬੋ ਯੂਨੀਵਰਸਿਟੀ ਬਣਾਈ ਗਈ ਸੀ, ਜੀ ਤੇ ਸਭ ਤੋਂ ਬਾਹਰਲੇ ਮੁਲਕਾਂ ਵਿੱਚੋਂ ਸਭ ਤੋਂ ਜਿਹੜਾ ਕੰਟਰੀਬਿਊਸ਼ਨ ਸੀ ਉਹ ਅਮਰੀਕਾ ਦਾ ਜ਼ਿਆਦਾ ਸੀ। ਜੀ 26 ਕਰੋੜ ਸਾਨੂੰ ਮਤਲਬ ਇਕੱਠਾ ਹੋਇਆ ਸੀ ਬਾਹਰਲੇ ਮੁਲਕਾਂ ਤੋਂ। ਇਹਦੇ ਵਿੱਚੋਂ 20 ਕਰੋੜ ਅਮਰੀਕਾ ਦੀ ਸੰਗਤ ਨੇ ਦਿੱਤਾ ਸੀਗਾ। ਜੀ ਹੁਣ ਅਸੀਂ ਫੇਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਇੱਕ ਵਾਰੀ ਫੇਰ ਜਾਗੀਏ ਤੇ ਸਾਡਾ ਇਹਦੇ ਸਾਥ ਦਿਓ। ਇਹੀ ਸਾਡੇ ਕੋਲ ਸੋਲੂਸ਼ਨ ਹੈ, ਹੋਰ ਸਾਡੇ ਕੋਲ ਸੋਲੂਸ਼ਨ ਨਹੀਂ। ਬਿਲਕੁਲ ਸਾਨੂੰ ਆਪ ਦਾ ਕੰਟਰੋਲ ਆਪਦੇ ਹੱਥਾਂ 'ਚ ਲੈਣਾ ਪੈਣਾ, ਜਿੱਥੇ ਅਸੀਂ ਜੋ ਕਰ ਸਕਦੇ ਹਾਂ। ਬਿਲਕੁਲ ਤੇ ਜੀ ਅਸੀਂ ਉਹਦੇ ਲਈ ਤਿਆਰ ਹਾਂ। ਸਾਡੇ ਕੋਲ ਸਿਸਟਮ ਹੈ, ਤੁਹਾਡੇ ਸਾਡੇ ਕੋਲ ਰੋਡ ਮੈਪ ਹੈ, ਪਲਾਨ ਬਣਿਆ। ਦੈਟ ਇਜ਼ ਦ ਮੋਸਟ ਇੰਪੋਰਟੈਂਟ। ਸਭ ਤੋਂ ਇੰਪੋਰਟੈਂਟ ਇਹ ਚੀਜ਼ ਹੁੰਦੀ ਹੈ ਕਿ ਤੁਹਾਨੂੰ ਪਤਾ ਹੋਏ ਕਰਨਾ ਕੀ ਹੈ, ਉਹਨੂੰ ਕਰਨ ਲਈ ਕਿਸ ਤਰ੍ਹਾਂ ਇੱਥੇ ਦੀ ਸੰਗਤਾਂ ਮਾਸਟਰ ਜੀ ਸਪੋਰਟ ਕਰ ਸਕਦੀਆਂ, ਕਰਨਾ ਵੀ ਚਾਹੀਦਾ ਹੈ। ਇਹ ਜੋ ਮਸਲਾ ਇਸ ਵੇਲੇ ਹੈਗਾ ਕਿ ਉਸ ਇਤਿਹਾਸ ਨੂੰ ਹੀ ਮਿਟਾਇਆ ਜਾ ਰਿਹਾ, ਉਹਨੂੰ ਬਦਲਿਆ ਜਾ ਰਿਹਾ, ਅਗਲੀ ਪੀੜ੍ਹੀਆਂ ਤੇ ਇਹਦਾ ਕੀ ਇੰਪੈਕਟ ਹੋ ਸਕਦਾ ਹੈ ਜਦੋਂ ਬੱਚੇ ਸਕੂਲ ਜਾਣਗੇ, ਉਹਨਾਂ ਨੂੰ ਸਾਡੇ ਬਾਰੇ ਕੁਝ ਹੋਰ ਹੀ ਦੱਸਿਆ ਜਾ ਰਿਹਾ, ਇਹਦਾ ਕੀ ਇੰਪੈਕਟ ਹੋ ਸਕਦਾ ਹੈ। ਮੈਂ ਥੋੜ੍ਹਾ ਜਿਹਾ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਦਕਿਸਮਤੀ ਹੈ ਵੀ ਦੇਸ਼ ਦੀਆਂ ਸਰਕਾਰਾਂ ਲੋਕਾਂ ਪ੍ਰਤੀ ਜਵਾਬਦੇਹ ਨਹੀਂ। ਪੰਜਾਬ ਦਾ ਇਤਿਹਾਸ, ਜੇ ਪੰਜਾਬ ਵਿੱਚ ਗੁਰੂਆਂ ਦਾ ਇਤਿਹਾਸ ਨਾ ਪੜ੍ਹਾਇਆ ਜਾਵੇ ਤੇ ਮੈਂ ਸਮਝਦਾ ਸਾਡੀ ਐਜੂਕੇਸ਼ਨ ਜਿਹੜੀ ਹੈ ਉਹ ਕੰਪਲੀਟ ਨਹੀਂ ਹੈ। ਔਰ ਇੱਡਾ ਵਾਈਡ ਗੁਰੂ ਸਾਹਿਬ ਦਾ ਉਦੇਸ਼ ਹੈ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ। ਸਰਕਾਰਾਂ ਲੱਖਾਂ ਵੀ ਕੋਸ਼ਿਸ਼ ਕਰ ਲੈਣ, ਇਸ ਵਿਰਸੇ ਨੂੰ ਮਿਟਾ ਨਹੀਂ ਸਕਣਗੀਆਂ। ਵੇਲੇ ਵੇਲੇ ਜਿਵੇਂ ਬੜੂ ਸਾਹਿਬ ਅਕੈਡਮੀ ਉੱਠੀ ਹੈ ਤੇ ਉਹਨਾਂ ਨੇ 129 ਸਕੂਲ ਪਹਿਲਾਂ ਹੀ ਸਟੈਬਲਿਸ਼ ਕਰ ਲਏ ਨੇ, ਔਰ ਇਹ ਮੇਕ ਸ਼ੋਰ ਕਰਨਗੇ ਵੀ ਉਹ ਸਿਲੇਬਸ ਜਿਹੜਾ ਐਕੈਡੈਮਿਕ ਵੀ ਤੇ ਜਿਹੜਾ ਧਾਰਮਿਕ ਵੀ ਹੈ ਉਹਦੇ ਸਟੈਂਡਰਡ ਜਿਹੜੇ ਨੇ ਆਪ ਮਿਆਰ ਮਿਥਣਗੇ ਤੇ ਉਹਦੇ ਨਾਲ ਗੁਰੂਆਂ ਦੀ ਗੱਲ ਜਿਹੜੀ ਫਿਰ ਦੁਬਾਰ ਤੋਂ ਪੰਜਾਬ ਵਿੱਚ ਇੱਕ ਆਵਾਜ਼ ਉੱਠੇਗੀ। ਇਸ ਤੋਂ ਵੀ ਵੱਧ ਮੈਂ ਇੰਪੋਰਟੈਂਟ ਸਮਝਣਾ ਪੇਰੈਂਟਸ, ਮਾਪੇ ਜਿੰਨਾ ਚਿਰ ਤਿਆਰ ਨਹੀਂ, ਮਾਪੇ ਜਿੰਨਾ ਚਿਰ ਆਪਣੇ ਬੱਚਿਆਂ ਦੀ ਐਜੂਕੇਸ਼ਨ ਪ੍ਰਤੀ ਗੰਭੀਰ ਨਹੀਂ, ਕੋਈ ਵੀ ਕੀਤੀ ਐਫਰਟ ਜਿਹੜੀ ਹੈ ਉਹ ਸਾਰਥਕ ਜਿਹੜੀ ਨਹੀਂ ਹੋ ਸਕਦੀ। ਮੈਂ ਆਪਣੇ ਜ਼ਮਾਨੇ ਦੀ ਗੱਲ ਕਰਨਾ, ਔਰ ਅਸੀਂ ਬੜੇ ਖੁਸ਼ਕਿਸਮਤ ਹਾਂ ਵੀ ਸੰਤਾਂ ਦਾ ਸਕੂਲ, ਸੰਤ ਬਾਬਾ ਪ੍ਰੇਮ ਸਿੰਘ ਦਾ ਗੁਰੂ ਗੋਬਿੰਦ ਸਿੰਘ ਖਾਲਸਾ ਹਾਇਰ ਸੈਕੰਡਰੀ ਸਕੂਲ ਜਿਹੜਾ ਉਹ ਮੇਰੇ ਪਿੰਡ ਵਿੱਚ ਸੀ। ਤੇ ਜਿਹੜੇ ਮੇਰੇ ਆਉਂਦੇ ਨੇ ਉਹ ਪਤਾ ਸਾਨੂੰ, ਅਸੀਂ ਪਜਾਮਾ ਤੇ ਕਸ਼ਾਰਾ ਪਾ ਕੇ 20 ਸਕੂਲਾਂ ਵਿੱਚ ਜਾਂਦੇ ਸੀ। ਲੇਕਿਨ ਮੌਕਾ ਮਿਲਿਆ ਤੇ ਉਹ ਮੌਕੇ ਮਿਲਣ ਦੇ ਨਾਲ ਲੋਕੀ ਜਿਹੜੇ ਨੇ ਪੜ੍ਹੇ ਲਿਖੇ ਹੋ ਗਏ। ਔਰ ਮੈਂ ਦੇਖਿਆ ਫੌਜਾਂ ਦੇ ਵਿੱਚ ਵੀ ਜਰਨੈਲ ਦੇ ਰੈਂਕ ਤੱਕ ਇਹਨਾਂ ਸਕੂਲਾਂ ਦੇ ਪੜ੍ਹੇ ਵਿਦਿਆਰਥੀ ਜਿਹੜੇ ਨੇ ਉਹ ਅੱਗੇ ਪਹੁੰਚੇ। ਮੈਂ ਜਦੋਂ ਪੜ੍ਹਿਆ ਇੱਕੋ ਹੀ ਹੁੰਦਾ ਸੀ ਵੀ ਜੇ ਪੜ੍ਹ ਗਏ ਨੌਕਰੀ ਲੱਗ ਜਾਣੀ ਹੈ, ਘਰ ਦੇ ਹਾਲਾਤ ਜਿਹੜੇ ਨੇ ਚੰਗੇ ਹੋ ਜਾਣੇ। ਲੇਕਿਨ 70-71 ਵਿੱਚ ਮੈਂ ਦੇਖਿਆ ਵੀ ਇਹ ਇਸ਼ੂ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਬਣ ਗਿਆ, ਕਹਿੰਦੇ ਵੀ ਉਹ ਤੂੰ ਪੜ੍ਹ ਲਿਆ, ਪੜ੍ਹ ਕੇ ਕਿਹੜਾ ਤੂੰ DC ਲੱਗ ਜਾਣਾ। ਐਂਡ ਇਟ ਹੈਪਨ। ਜਿਹੜੇ ਇੰਪਲੋਇਮੈਂਟ ਦੇ ਅਫਸਰ ਸੀ ਉਹ ਘਟਦੇ ਗਏ ਤੇ ਲੋਕਾਂ ਦੀ ਰੁਚੀ ਜਿਹੜੀ ਹੈ ਉਹ ਵਿਦੇਸ਼ਾਂ ਵੱਲ ਨੂੰ ਹੁੰਦੀ ਗਈ। ਔਰ ਕੋਈ ਘਰ ਐਸਾ ਨਹੀਂ ਸੀ ਜਿਹਦਾ ਕੋਈ ਉਦੇਸ਼ ਹੋਵੇ ਵੀ ਮੈਂ ਬੱਚੇ ਨੂੰ ਪੜ੍ਹਾਉਣਾ ਹੈ। ਸਿਰਫ ਇੱਕੋ ਗੱਲ ਮਗਰ ਲੱਗ ਗਏ ਵੀ ਇਹਨੇ ਬਾਹਰ ਜਾਣਾ ਮਾਸਟਰ ਜੀ, ਬਹੁਤਾ ਇਹਨੂੰ ਕਹਿਣ ਦੀ ਲੋੜ ਨਹੀਂ, ਤੇ ਅਸੀਂ ਇਹਨੇ ਬਾਹਰ ਹੀ ਜਾਣਾ ਹੈ, ਤੇ ਕੋਈ ਏਡੀ ਪੜ੍ਹਾਈ ਦੀ ਏਡੀ ਮਹੱਤਤਾ ਜਿਹੜੀ ਨਹੀਂ ਹੈ। ਲੇਕਿਨ ਜਿਹੜੇ ਪੇਰੈਂਟਸ ਨੇ ਆਪਣਾ ਆਸ਼ਾ, ਆਪਣਾ ਟੀਚਾ, ਆਪਣਾ ਮਨੋਰਥ ਬੱਚਿਆਂ ਦੀ ਐਜੂਕੇਸ਼ਨ ਨੂੰ ਮਿਥਿਆ,
ਉਹਨਾਂ 'ਚ ਅਸੀਂ ਵੀ ਹਾਂ। ਫਰਮ ਦੀ ਵੈਰੀ ਬਿਗਨਿੰਗ ਬੱਚੇ ਪੈਦਾ ਹੋਣ ਤੋਂ ਹੀ ਮੇਰੇ ਮਨ ਦੀ ਖਾਸ਼ ਸੀ ਵੀ ਮੈਂ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ। ਔਰ ਉਸ ਜ਼ਮਾਨੇ ਵਿੱਚ ਜਦੋਂ ਧੀਆਂ ਨੂੰ ਲੋਕੀ ਮਤਲਬ ਰੇਲਵੇ ਸਟੇਸ਼ਨ ਤੇ ਜਲੰਧਰ ਤੱਕ ਜਾਣ ਤੱਕ ਵੀ ਲੋਕੀ ਡਰ ਮਹਿਸੂਸ ਕਰਦੇ ਸੀ ਵੀ ਕੋਈ ਹੈਪਨਿੰਗ ਨਾ ਹੋ ਜਾਏ, ਤੇ ਮੇਰੀ ਵੱਡੀ ਬੇਟੀ ਜਿਹੜੀ ਹੈ ਉਹ ਬੰਗਲੌਰ ਤੋਂ ਬੇਸਿਕ ਡਿਗਰੀ ਜਿਹੜੀ ਡੈਂਟਿਸਟਰੀ 'ਚ ਉਹ ਬੰਗਲੌਰ ਤੋਂ ਕੀਤੀ। ਔਰ ਉਸ ਵੇਲੇ 3 ਦਿਨ ਦਾ ਸਮਾਂ ਲੱਗਦਾ ਸੀ, ਦੋ ਰਾਤਾਂ ਤੇ 3 ਦਿਨ। ਐਂਡ ਐਵਰੀਬਾਡੀ ਵਾਜ਼ ਵਰੀਡ, ਸਾਰੇ ਅਸੀਂ ਵਰੀਡ ਰਹਿੰਦੇ ਸੀ ਵੀ ਬੇਟੀ ਪਹੁੰਚ ਗਈ ਹੈ, ਉੱਧਰੋਂ ਵਾਪਸ ਆਉਣਾ। ਤੇ ਉਹ 3 ਦਿਨ ਦਾਣ ਜਿਹੜੀ ਨਾ ਉਹ ਕਹਿੰਦੇ ਜਿਵੇਂ ਸੂਲੀ ਤੇ ਟੰਗੀ ਹੁੰਦੀ ਸੀ, ਇਸ ਤਰ੍ਹਾਂ ਦੀ ਸੀ। ਠੀਕ ਹੈ। ਸੋ ਮੇਰੀ ਦੂਜੀ ਬੇਟੀ ਵੀ ਉਹਨੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਡੈਂਟਲ ਕਾਲਜ ਸੀ ਅੰਮ੍ਰਿਤਸਰ ਵਿੱਚ, ਉਸ ਤੋਂ ਡੈਂਟਿਸਟਰੀ ਕੀਤੀ। ਲੋਕਾਂ ਨੇ ਪੁੱਛਿਆ ਵੀ ਵਿਆਹ ਦੋ ਕੁੜੀ ਹੈ, ਕੀ ਕਰਦੇ ਪਏ ਮਾਸਟਰ ਜੀ, ਇਹਦੀ ਕਿਹੜੀ ਇਨਕਮ ਖਾਣੀ। ਤੇ ਮੈਂ ਉਹਨਾਂ ਨੂੰ ਮੌਕਾ ਜਿਹੜਾ ਹੈ ਉਹ ਨਿਊਯਾਰਕ ਯੂਨੀਵਰਸਿਟੀ ਦੇ ਵਿੱਚ ਡੈਂਟਿਸਟਰੀ ਪੜ੍ਹਨ ਦਾ ਪ੍ਰੋਵਾਈਡ ਕੀਤਾ। ਔਰ ਉਸ ਜ਼ਮਾਨੇ 'ਚ $55,000 ਜਿਹੜੀ ਹੈ ਉਹ 1 ਸਾਲ ਦੀ ਫੀਸ ਸੀ। ਦੋਵੇਂ ਮੇਰੀਆਂ ਬੇਟੀਆਂ ਨੇ NYU ਤੋਂ ਡੈਂਟਿਸਟਰੀ ਕੀਤੀ। ਉਹਦਾ ਫਾਇਦਾ ਮੈਂ ਅੱਜ ਦੇਖ ਰਿਹਾ ਵੀ ਉਹ ਦੋਵੇਂ ਖੁਸ਼ਹਾਲ ਨੇ, ਆਪਣੇ ਆਪਣੇ ਉਹਨਾਂ ਦੇ ਆਫਿਸ ਨੇ, ਆਮਦਨ ਚੰਗੀ ਹੈ, ਆਪਣੇ ਬੱਚਿਆਂ ਦੀ ਟੇਕ ਕੇਅਰ ਕਰ ਸਕਦੇ ਨੇ, ਫੈਮਿਲੀ ਦੀ ਟੇਕ ਕੇਅਰ ਕਰ ਸਕਦੇ ਨੇ। ਔਰ ਇਸੇ ਤਰ੍ਹਾਂ ਹੀ ਮੈਂ ਆਪਣੇ ਬੇਟੇ ਨੂੰ ਇੱਥੇ ਆਇਆ, ਹਾਲਾਤ ਵੀ ਬਹੁਤ ਟਾਈਟ ਸੀ, ਘੱਟ ਪੈਸੇ ਸੀ। ਉਹ ਦੇਖੋ ਮਾਸਟਰ ਜੀ ਟੈਕਸੀ ਚਲਾਉਣਾ ਮੁੰਡੇ ਕੋਲੋਂ, ਤੁਸੀਂ ਕਿਹੜੇ ਕੰਮ 'ਚ ਪਏ ਹੋ। ਤੇ ਉਦੋਂ ਵੀ ਇਹ ਆਪਣੇ ਮਨ ਦਾ ਮਨੋਰਥ ਪੱਕਾ ਰੱਖਿਆ ਵੀ ਜੇ ਕੁੜੀਆਂ ਨੂੰ ਡਾਕਟਰ ਬਣਾਇਆ ਤੇ ਮੁੰਡੇ ਨੂੰ ਵੀ ਡਾਕਟਰ ਬਣਾਉਣਾ ਹੈ। ਤੇ ਮੁੰਡਾ ਵੀ NYU 'ਚੋਂ ਡੈਂਟਿਸਟ ਦੇ ਤੌਰ ਤੇ ਗ੍ਰੈਜੂਏਟ ਹੈ, ਕਨੈਕਟੀਕਟ 'ਚ ਆਪਣੀ ਬਿਜ਼ਨਸ ਹੈ। ਮੈਂ ਸਮਝਣਾ ਹੋਲ ਵਾਤਾਵਰਨ ਜਿਹੜਾ ਹੈ ਉਹ ਬਦਲ ਗਿਆ। ਸੋ ਮੈਂ ਸਮਝਣਾ ਜਿਹੜੀ ਧਰਮ ਦੀ ਗੱਲ ਹੈ ਇਹਦੇ ਵਿੱਚ ਵੀ ਕਚਿਆਈ ਜਿਹੜੀ ਹੈ ਮਾਂ ਪਿਓ ਦੀ ਹੈ। ਗੁਰੂਆਂ ਦੇ ਅਸੂਲ, ਗੁਰੂਆਂ ਦੀ ਸਿੱਖਿਆ, ਉਹਦੇ ਪ੍ਰਤੀ ਪ੍ਰੇਰਨਾ, ਉਹਦੇ ਪ੍ਰਤੀ ਅਹਿਸਾਸ ਜਿਹੜਾ ਹੈ ਉਹ ਲੋਕਾਂ ਨੂੰ ਘੱਟ ਹੋ ਗਿਆ। ਪਹਿਲਾਂ ਤਾਂ ਅਸੀਂ ਸ਼ਰਾਬ ਆਪ ਪੀਣ ਨੂੰ ਨਹੀਂ ਹਟਦੇ ਤੇ ਅਸੀਂ ਕਹੀਏ ਵੀ ਆਪਣੇ ਬੱਚਿਆਂ ਨੂੰ ਵੀ ਤੁਸੀਂ ਸ਼ਰਾਬ ਨਾ ਪੀਓ, ਔਰ ਇਟਸ ਪੋਸੀਬਲ। ਸੋ ਰੋਲ ਮਾਡਲ ਬਣਨਾ ਪੈਣਾ ਆਪਣੇ ਬੱਚਿਆਂ ਵਾਸਤੇ ਵੀ ਅਸੀਂ ਸਿੱਖੀ ਦੇ ਧਾਰਨੀ ਹੋਈਏ। ਅਸੀਂ ਉਹ ਜਿਹੜੀਆਂ ਬੁਰੀਆਂ ਲਾਹਨਤਾਂ ਨੇ, ਬਲਾਮਤਾਂ ਨੇ, ਉਹਨਾਂ ਨੂੰ ਆਪਣੇ ਕੋਲੋਂ ਲਾਈਏ ਤੇ ਬੱਚਿਆਂ ਦੇ ਕੋਲੋਂ ਵੀ ਆਪਣੇ ਆਪ ਜਿਹੜੀਆਂ ਨੇ ਲੈ ਜਾਣਗੀਆਂ। ਬੜੂ ਸਾਹਿਬ ਦਾ ਬੜਾ ਉਪਰਾਲਾ ਮੈਂ ਸਮਝਣਾ ਵੀ ਰੂਰਲ ਏਰੀਆ ਦੇ ਵਿੱਚ ਜਿੱਥੇ ਸਰਕਾਰੀ ਸਕੂਲ ਨਾਂ ਦੇ ਸਕੂਲ ਨੇ, ਨਾ ਸਟਾਫ ਪੂਰਾ, ਨਾ ਕੋਈ ਸਹੂਲਤਾਂ, ਨਾ ਕਮਰੇ ਬੈਠਣ ਨੂੰ। ਸਕੂਲ ਤਾਂ ਚਾਹੀਦਾ ਸੀ ਉਹ ਪਿੰਡ ਦੇ ਆਪਣੇ ਘਰ ਨਾਲੋਂ ਵੀ ਵਧੀਆ ਹੁੰਦਾ, ਜਿੱਥੇ ਜਾ ਕੇ ਬੱਚੇ ਖੁਸ਼ੀ ਮਹਿਸੂਸ ਕਰਦੇ। ਇਹੋ ਜਿਹਾ ਵਾਤਾਵਰਨ ਬਣਦਾ ਵੀ ਜੇ ਗਰਮੀ ਹੈ ਤਾਂ ਉਹਨਾਂ ਨੂੰ ਗਰਮੀ ਨਾ ਲੱਗੇ, ਏਅਰ ਕੰਡੀਸ਼ਨ ਦਾ ਪ੍ਰਬੰਧ ਹੁੰਦਾ। ਜੇ ਸਰਦੀ ਹੈ ਤਾਂ ਹੀਟ ਦਾ ਪ੍ਰਬੰਧ ਹੁੰਦਾ। ਟੁੱਟੀਆਂ ਬਾਰੀਆਂ ਤੇ ਛਾਂ ਕਰਦੀ ਹਵਾ ਬੱਚਿਆਂ ਦੇ ਸਰੀਰਾਂ ਨੂੰ ਸੁੰਨ ਕਰ ਦਿੰਦੀ ਹੈ। ਤੇ ਪੜ੍ਹਾਈ ਦਾ ਸਕੋਪ ਜਿਹੜਾ ਹੈ ਉਹ ਦਾ ਕੋਈ ਐਡਾ ਮਨੋਰਥ ਵੱਡਾ ਜਿਹੜਾ ਰਹਿ ਨਹੀਂ ਸਕਦਾ। ਸੋ ਠੀਕ ਹੈ, ਸੰਤਾਂ ਮਹੰਤਾਂ ਦਾ ਜਿਹੜਾ ਮੁੱਖ ਕਾਰਜ ਹੈ ਉਹ ਇਹ ਹੈ ਵੀ ਜਿਹੜੇ ਗਰੀਬ ਨੇ, ਮਾੜੇ ਨੇ, ਲਤਾੜੇ ਨੇ, ਕਮਜ਼ੋਰ ਨੇ, ਉਹਨਾਂ ਦੀ ਡਿਵੈਲਪਮੈਂਟ ਵੱਲ ਧਿਆਨ ਦੇਣ। ਪਰ ਹੁਣ ਤੇ ਸੰਤਾਂ ਦਾ ਵੀ ਬਹੁਤਿਆਂ ਦਾ, ਕੋਈ ਥੋੜ੍ਹੇ ਹਾਲੇ ਵੀ ਚੰਗੇ ਨੇ, ਕੋਈ ਹਰਿਆ ਬੂਟਾ ਰਹਿ ਗਿਓ ਰੀ, ਤੇ ਉਹ ਕਰਦੇ ਨੇ। ਤੇ ਬਾਕੀਆਂ ਦਾ ਤੇ ਆਪਣੀਆਂ ਵੱਡੀਆਂ ਗੱਡੀਆਂ ਤੇ ਆਪਣੀ ਵੱਡੀ ਕੋਠੀ ਤੇ ਆਪਣੇ ਵੱਡੇ ਸੁੱਖ ਸਾਂਦ ਦੇ ਸੁਨੇਹੇ ਜਿਹੜੇ ਨੇ ਉਹ ਬਣਾਉਣ ਦੇ ਆਰ 'ਚ ਲੱਗੇ ਨੇ। ਮੈਂ ਸਮਝਣਾ ਬੜੂ ਸਾਹਿਬ ਦਾ ਵੱਡਾ ਉਪਰਾਲਾ ਹੈ ਜਿਨ੍ਹਾਂ ਨੇ ਜਿਹੜਾ ਗੁਰਮੁਖੀ ਦਾ ਜਿਹੜਾ ਸਾਡੇ ਗੁਰੂਆਂ ਦਾ ਮੇਨ ਉਪਦੇਸ਼ ਸੀ ਵੀ ਜਿਹੜੇ ਮਾੜੇ ਤਾੜੇ ਨੇ ਉਹਨਾਂ ਦੇ ਫਿਊਚਰ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ। ਮਿਆਰੀ ਸਕੂਲ ਖੋਲ੍ਹ ਕੇ, ਧਾਰਮਿਕ ਵਿਦਿਆ ਨਾਲ ਦੇ ਕੇ ਤੇ ਉਹਨਾਂ ਨੂੰ ਸਮੇਂ ਦੇ ਹਾਣੀ ਬਣਾਇਆ। ਔਰ ਇਹ ਸਮੇਂ ਦੇ ਮੈਂ ਸਮਝਣਾ ਵਕਤ ਦੂਰ ਨਹੀਂ, ਸਾਨੂੰ ਇਹ ਅਫਸੋਸ ਰਹਿੰਦਾ ਵੀ ਪੰਜਾਬ ਦੇ ਜਿਹੜੇ ਸਾਰੇ ਅਫਸਰ ਨੇ ਬਾਹਰਲੀਆਂ ਸਟੇਟਾਂ ਤੋਂ ਆਏ ਨੇ। ਜੇ ਇਹੋ ਜਿਹੀਆਂ ਸੰਸਥਾਵਾਂ ਲੰਮੇ ਸਮੇਂ ਤੱਕ ਕੰਮ ਕਰਦੀਆਂ ਰਹੀਆਂ ਤੇ ਲੋਕਾਂ ਨੇ ਇਹਨਾਂ ਦਾ ਸਹਿਯੋਗ ਦਿੱਤਾ ਤੇ ਉਹ ਸਾਰੇ ਅਫਸਰ ਪੰਜਾਬ ਦੇ ਹੋਣਗੇ ਔਰ ਉਹਨਾਂ 'ਚੋਂ ਬਹੁਤੇ ਜਿਹੜੇ ਨੇ ਉਹ ਬੜੂ ਸਾਹਿਬ ਦੇ ਪੜ੍ਹੇ ਹੋਣਗੇ। ਜੀ ਬਿਲਕੁਲ ਬਿਲਕੁਲ। ਮਾਸਟਰ ਸਿੰਘ ਜੀ, ਤੁਸੀਂ ਇਸ ਚੀਜ਼ 'ਤੇ ਜ਼ਿਕਰ ਕੀਤਾ ਕਿ ਜੋ ਸਾਡੀ ਪੰਜਾਬ ਦੀ ਲੀਡਰਸ਼ਿਪ ਹੈ, IAS ਅਫਸਰਾਂ ਨੂੰ ਬਾਹਰਲੇ ਸਟੇਟਾਂ ਦੇ ਵਿੱਚ, ਮੈਂ ਤਾਂ ਇਹ ਵੀ ਕਹਾਂਗੀ ਤੁਸੀਂ ਆਪ ਦੀ ਬੇਟੀ ਦੀ ਗੱਲ ਕਰ ਰਹੇ ਹੋ ਕਿ ਪਹਿਲੇ ਉਹਨੂੰ ਬੈਂਗਲੋਰ ਜਾਣਾ ਪਿਆ, ਬਟ ਅੱਜ ਜਦੋਂ ਅਸੀਂ ਇਸ ਉਪਰਾਲੇ ਦੀ ਗੱਲ ਕਰਦੇ ਹਾਂ ਕਿ ਉਹੋ ਜਿਹੇ ਸਕੂਲ ਪੰਜਾਬ 'ਚ ਕਿਉਂ ਨਹੀਂ ਸੀਗੇ, ਕਿ ਬਾਹਰਲੀ ਸਟੇਟਾਂ 'ਚ ਜਾਣਾ ਕਿਉਂ ਪਿਆ, ਭਾਵੇਂ ਉਹ ਇੱਕ ਪਿੰਡ ਦੀ ਅਕੈਡਮੀ ਹੋਏ ਜਾਂ ਇੱਕ ਯੂਨੀਵਰਸਿਟੀ ਲੈਵਲ ਦੀ ਅਸੀਂ ਗੱਲ ਕਰ ਰਹੇ ਹਾਂ, ਇਸ ਐਜੂਕੇਸ਼ਨ ਸਿਸਟਮ ਨੂੰ ਵਾਪਸ ਪੰਜਾਬ ਦੇ ਵਿੱਚ ਲੈ ਕੇ ਆਉਣ ਦੀ ਗੱਲ ਕਰ ਰਹੇ ਹਾਂ। ਪ੍ਰਧਾਨ ਸਾਹਿਬ ਗਿਲਜੀਆਂ ਜੀ, ਤੁਸੀਂ ਇੱਥੇ ਬਾਬਾ ਮੱਖਣ ਸ਼ਾਹ ਲੁਬਾਣੇ ਗੁਰਦੁਆਰੇ ਦੇ ਇੱਕ ਲੀਡਰਸ਼ਿਪ ਤੌਰ 'ਤੇ ਸਾਡੇ ਨਾਲ ਅੱਜ ਜੁੜੇ ਹੋ।
ਇਸ ਗੁਰਦੁਆਰੇ ਦੇ ਨਾਲ ਸਾਡਾ ਜਸ ਪੰਜਾਬੀ ਦਾ ਇੱਕ ਖਾਸ ਲਗਾਵ ਹੈ। ਸਾਡੇ ਇਸ ਚੈਨਲ ਦਾ ਜਦੋਂ ਹੁਕਮਨਾਮਾ ਕੱਢਿਆ ਸੀ ਬਾਬਾ ਮੱਖਣ ਸ਼ਾਲੂਬਾ ਨੇ ਗੁਰਦੁਆਰੇ ਤੋਂ, ਵਾਹਿਗੁਰੂ ਦੀ ਮਿਹਰ ਦੇ ਨਾਲ ਇਹ ਕਾਰਜ ਸ਼ੁਰੂ ਹੋਇਆ। ਅੱਜ ਜਦੋਂ ਅਸੀਂ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਗੁਰਦੁਆਰੇ ਵੱਲੋਂ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵਿਊਅਰਸ ਨੂੰ? ਕਿਸ ਤਰ੍ਹਾਂ ਉਹਨਾਂ ਨੂੰ ਵੀ ਇਸ ਕਾਜ਼ ਨੂੰ, ਇਸ ਬੇੜੇ ਨੂੰ ਚੁੱਕਣਾ ਚਾਹੀਦਾ ਹੈ, ਇਹਦੇ ਉੱਤੇ ਇਸ ਵੇਲੇ ਹੀ ਐਕਟ ਕਰਨਾ ਚਾਹੀਦਾ ਹੈ? ਅਸਮਾਨ ਜੀ, ਸਭ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੇ ਮਾਸਟਰ ਜੀ ਨਾਲ ਪਹਿਲਾਂ ਸਭ ਕੁਝ ਦੱਸਿਆ। ਮੇਰੇ ਤੋਂ ਪਹਿਲਾਂ ਵੀ ਜਿਹੜੇ ਜਿੰਨੇ ਵੀ ਬੁਲਾਰਿਆਂ ਨੇ ਬੋਲੇ ਹਨ ਉਹਨਾਂ ਸਭ ਤੋਂ ਇਹੀ ਦੱਸਿਆ ਹੈ। ਸਭ ਤੋਂ ਜ਼ਿਆਦਾ ਜਿਹੜੀ ਗੱਲ ਹੈ ਸਾਨੂੰ ਇਫੈਕਟ ਕਰਦੀ ਆ ਉਹ ਇਹੀ ਆ ਵੀ ਅਸੀਂ ਬੱਚਿਆਂ ਆਪਣਿਆਂ ਨੂੰ ਐਜੂਕੇਸ਼ਨ ਨਹੀਂ ਦਿੰਦੇ। ਸਾਨੂੰ ਜਿੱਦਾਂ ਬੜੂ ਸਾਹਿਬ ਬਾਬਾ ਜੀ ਨੇ ਬਹੁਤ ਸਾਰੇ ਸਕੂਲ ਖੋਲ੍ਹੇ, 129 ਸਕੂਲ ਖੋਲ੍ਹੇ ਨੇ। ਸਾਨੂੰ ਪੰਜਾਬ ਦੇ ਜਿੰਨੇ ਸਾਡੇ ਵੀਰ ਨੇ, ਮੈਂ ਪਰਸਨਲੀ ਗਿਆ ਨਹੀਂ ਉੱਥੇ, ਪਰ ਮੈਂ ਭਾਈ ਸਾਹਿਬ ਗੁਰਚਰਨ ਸਿੰਘ ਹਰਾਂ ਨੇ ਸਾਨੂੰ ਇੱਥੇ ਦੱਸਿਆ। ਬਾਬਾ ਜੀ ਨੂੰ ਮਿਲੇ ਆ, ਬਾਬਾ ਜੀ ਮੇਰੇ ਘਰ ਵੀ ਆਏ ਨੇ ਇੱਕ ਵਾਰ। ਅਸੀਂ ਜਦੋਂ ਇੱਥੇ ਕਾਫੀ ਲੰਮੇ ਸਮੇਂ ਤੋਂ ਇੱਥੇ ਪਹਿਲਾਂ ਆਏ ਹਾਂ, 40 ਸਾਲ ਹੋ ਗਏ ਸਾਨੂੰ ਇੱਥੇ ਆਉਣ ਨੂੰ। ਮੈਂ ਛੋਟੀ ਉਮਰ 'ਚ ਇੱਥੇ ਆ ਗਿਆ ਸੀ, ਮੈਂ ਹਾਈ ਸਕੂਲ 'ਚ ਪੜ੍ਹਦਾ ਜਦੋਂ ਮੈਂ ਇੱਥੇ ਆ ਗਿਆ। ਮੈਂ ਖੁਦ ਆਪਣੀ ਐਜੂਕੇਸ਼ਨ ਨਹੀਂ ਲੈ ਸਕਿਆ। ਅਸੀਂ ਪਿੰਡਾਂ ਦੇ ਲੋਕ ਪਾਕਿਸਤਾਨ ਤੋਂ ਆਏ ਹਾਂ ਅਤੇ ਸਾਡੇ ਬਜ਼ੁਰਗ ਜਿਹੜੇ ਉੱਧਰੋਂ ਉੱਜੜ ਕੇ ਇੱਧਰ ਆਏ, ਸਾਨੂੰ ਕਈ ਕਿਸਮ ਦੀ ਮਾਰ ਪੈ ਗਈ ਅਤੇ ਅਸੀਂ ਨਹੀਂ ਜ਼ਿਆਦਾ ਕਰ ਸਕੇ। ਪਰ ਮੈਂ ਆਪਣੀ ਲਾਈਫ ਦੇ ਵਿੱਚ ਇੱਥੇ ਮਾਸਟਰ ਜੀ ਸਾਡੇ ਰਿਸ਼ਤੇਦਾਰ ਵੀ ਨੇ ਹਨ। ਅਸੀਂ ਇੱਥੇ ਸਾਨੂੰ ਇਹਨਾਂ ਦੀ ਬਹੁਤ ਸੇਧ ਰਹਿੰਦੀ ਹੈ। ਅਸੀਂ ਜਦੋਂ ਗੁਰਦੁਆਰਾ ਸਾਹਿਬ ਬਣਾਇਆ ਹੈ, ਮਾਸਟਰ ਜੀ ਸਾਡੇ ਫਾਊਂਡਰ ਪ੍ਰੈਜ਼ੀਡੈਂਟ ਹਨ ਅਤੇ ਸਾਨੂੰ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਦੇ ਹਨ। ਹੁਣ ਅਸੀਂ ਇਸ ਚੀਜ਼ ਦੀ, ਮੇਰੇ ਦੋਨੇ ਬੇਟੇ ਇੱਥੇ ਆਏ ਹਨ। ਮੈਂ ਸ਼ੁਰੂ ਤੋਂ ਹੀ ਜਦੋਂ ਅਸੀਂ ਗੁਰਦੁਆਰਾ ਸਾਹਿਬ ਬਣਾਇਆ ਹੈ, ਅਸੀਂ ਇੱਕੋ ਹੀ ਸੋਚ ਰੱਖੀ ਹੈ ਵੀ ਬੱਚਿਆਂ ਨੂੰ ਐਜੂਕੇਸ਼ਨ ਦਈਏ। ਸਾਡੀ ਘਾਟ ਇਹੀ ਹੈ, ਪੰਜਾਬ ਦੇ ਵਿੱਚ ਸਾਡੀ ਇਹੀ ਘਾਟ ਹੈ। ਕਿਉਂਕਿ ਜੇ ਅੱਜ ਸਾਡੇ ਨਾਲ ਇਹ ਵਾਰਦਾਤਾਂ ਜੋ ਹੋ ਰਹੀਆਂ ਹਨ, ਜੋ ਕੱਲ੍ਹ ਹਰਿਮੰਦਰ ਸਾਹਿਬ 'ਚ ਹੋਈ ਹੈ, ਉਹਦੀ ਇਹੀ ਘਾਟ ਹੈ। ਅਸੀਂ ਐਜੂਕੇਸ਼ਨ ਤੋਂ ਦੂਰ ਹਾਂ, ਅਸੀਂ ਬਾਹਰ ਆ ਗਏ ਹਾਂ। ਉੱਥੇ ਵੀ ਬੱਚੇ ਸਾਡੇ ਪੜ੍ਹ ਨਹੀਂ ਰਹੇ। ਅੱਜ ਸਾਡੇ ਜੋ ਅਫਸਰ ਹਨ ਉਹ ਸਾਰੇ ਬਾਹਰ ਦੇ ਉੱਥੇ ਆਣ ਕੇ ਲੱਗੇ ਹਨ। ਹੀ ਡੋਂਟ ਕੇਅਰ। ਉਹ ਇਸ ਚੀਜ਼ ਨੂੰ ਸਾਡੇ ਸੰਸਥਾ ਤੇ ਬਹੁਤੀ ਕੇਅਰ ਨਹੀਂ ਕਰਦੇ। ਅਗਰ ਉਹ ਫੜਦੇ ਹਨ, ਇਸ ਵੀ ਵਾਰਦਾਤ ਕਰਦਾ, ਉਹਨੂੰ ਫੜ ਲੈਂਦੇ ਹਨ, ਉਹਨੂੰ ਇਹ ਮੈਂਟਲੀ ਹੈ ਕੁਛ ਹੈ, ਉਹਨੂੰ ਛੱਡ ਦਿੰਦੇ ਆ। ਕਿਉਂਕਿ ਉਹ ਸਿੱਖ ਸਰਦਾਰ ਨਹੀਂ ਹੈ, ਉਹਨਾਂ ਨੂੰ ਪਤਾ ਨਹੀਂ ਹੈ, ਉਹ ਇਸ ਨੂੰ ਕੰਟਰੋਲ ਨਹੀਂ ਕਰਦੇ। ਸਾਨੂੰ ਜੋ ਸਕੂਲ ਹਨ ਉਹਨਾਂ ਦੀ ਬਿਲਕੁਲ ਬਾਹਰ ਅਸੀਂ NRI ਬੈਠੇ ਹਾਂ, ਸਾਡੇ ਕੋਲ ਹੁਣ ਸੋਰਸ ਹਨ, ਸਾਡੇ ਬੱਚੇ ਇੱਥੇ ਪੜ੍ਹ ਲੱਗੇ ਹਨ, ਜੋਬਾਂ 'ਤੇ ਹਨ। ਅਸੀਂ ਵੀ ਜੋ ਕਮਾਉਣਾ ਸੀ ਵਧੀਆ ਮਿਹਨਤ ਕਰਕੇ, ਆਪਣੀ ਮਿਹਨਤ ਕਰਕੇ ਕਮਾਇਆ। ਸਾਨੂੰ ਸਕੂਲਾਂ 'ਤੇ ਜ਼ੋਰ ਦੇਣਾ ਚਾਹੀਦਾ। ਇੱਥੇ ਸਾਨੂੰ ਬਿਲਕੁਲ ਪੈਸਾ ਅਸੀਂ ਬਹੁਤ ਸਾਰੇ ਇਸ ਕੰਟਰੀ ਬੈਠਿਆ ਸਾਰਿਆਂ ਨੇ ਕਮਾ ਲਿਆ, ਪਰ ਸਾਨੂੰ ਇਹੋ ਜਿਹੀਆਂ ਸੰਸਥਾ ਜਿੱਦਾਂ ਬਾਬਾ ਜੀ ਨੇ ਚਲਾਈਆਂ ਨੇ, ਸਾਨੂੰ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ। ਮੈਂ ਆਪਣੇ ਪਰਿਵਾਰ ਵੱਲੋਂ ਜਿੰਨੀ ਵੀ ਭਾਈ ਸਾਹਿਬ ਇੱਥੇ ਬੈਠੇ ਨੇ, ਜੋ ਵੀ ਮੈਨੂੰ ਸੇਵਾ ਲਾਉਣਗੇ ਮੈਂ ਜ਼ਰੂਰ ਕਰਾਂਗਾ। ਮੈਂ ਆਪਣੇ ਬੇਟਿਆਂ ਨੂੰ ਮੈਂ ਪਹਿਲਾਂ ਆਪ ਕਲੀਨ ਸ਼ੇਪ ਸੀ, ਕਿਉਂ ਆਏ ਪ੍ਰੋਬਲਮ ਮੈਂ ਤੁਹਾਨੂੰ ਦੱਸ ਦਿੱਤੀ ਵੀ ਅਸੀਂ ਇੱਥੇ ਆਣ ਕੇ ਮਿਹਨਤ ਕਰਨੀ ਪਈ। ਪਰ ਮੈਂ ਹੁਣ ਇਸ ਚੀਜ਼ ਨਾਲ ਬਹੁਤ ਜੁੜਿਆ ਹਾਂ ਵੀ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਚਾਹੀਦੀ ਹੈ। ਅਸੀਂ ਆਪਣੇ ਗੁਰੂ ਘਰ ਦੇ ਵਿੱਚ ਵੀ ਜਦੋਂ ਮਾਸਟਰ ਜੀ ਸਾਡੇ ਫਾਊਂਡਰ, ਅਸੀਂ ਉਸ ਤੋਂ ਕਲਾਸਾਂ ਚਲਾਉਂਦੇ ਸੀ। ਹੁਣ ਅਸੀਂ ਕੁਛ ਇਸ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ, ਬੱਚਿਆਂ ਨੂੰ ਪੰਜਾਬੀ ਕਲਾਸਾਂ ਲਗਾ ਰਹੇ ਹਾਂ। ਕਿਉਂਕਿ ਜੇ ਸਾਡੇ ਬੱਚੇ ਪੰਜਾਬੀ ਪੜ੍ਹਨਗੇ ਤਾਂ ਉਹ ਇਸ ਸੋਚ ਨੂੰ ਗੁਰੂ ਗ੍ਰੰਥ ਸਾਹਿਬ ਨਾਲ, ਗੁਰਬਾਣੀ ਨਾਲ ਜੁੜਨਗੇ। ਅਗਰ ਅਸੀਂ ਗੁਰਬਾਣੀ ਪੰਜਾਬੀ ਉਹਨਾਂ ਨੂੰ ਨਹੀਂ ਪੜ੍ਹਾਉਂਦੇ, ਉਹ ਕਿਸ ਤਰ੍ਹਾਂ ਗੁਰਬਾਣੀ ਨਾਲ ਜੁੜਨਗੇ? ਮੈਂ ਆਪ ਆਪਣੇ ਬੱਚਿਆਂ ਨੂੰ ਘਾਟ ਮਹਿਸੂਸ ਕਰਦਾ ਹਾਂ। ਉਹ ਪੰਜਾਬੀ ਬੋਲਦੇ ਹਨ, ਪਰ ਕੁਛ ਕਾਰਨਾਂ ਕਰਕੇ ਮੈਂ ਉਹਨਾਂ ਨੂੰ ਪੰਜਾਬੀ ਨਹੀਂ ਪੜ੍ਹਾ ਸਕਿਆ। ਪਹਿਲਾਂ ਸਾਡੇ ਕੋਲ ਸਕੂਲ ਵੀ ਨਹੀਂ ਸੀ, ਲੇਕਿਨ ਹੁਣ ਉਹੀ ਮੇਰੇ ਬੱਚੇ ਆਪਣੇ ਬੱਚਿਆਂ ਨੂੰ ਲੈ ਕੇ ਹਰ ਸੈਟਰਡੇ ਸੰਡੇ ਸਕੂਲੇ ਜਾਂਦੇ ਹਨ, ਉੱਥੇ ਗੁਰੂ ਘਰ ਜਾਂਦੇ ਹਨ, ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾ ਰਹੇ। ਮੈਂ ਇਸ ਚੀਜ਼ 'ਤੇ ਬਹੁਤ ਖੁਸ਼ ਹਾਂ। ਮੈਨੂੰ ਸੰਗਤ ਨੇ ਸੇਵਾ ਦਿੱਤੀ ਆ, ਅਸੀਂ ਇਸ ਚੀਜ਼ 'ਤੇ ਪੁਰਜੋਰ ਹੈਲਪ ਕਰ ਰਹੇ ਹਾਂ ਸਾਰੇ ਆਪਣੇ ਗੁਰੂ ਘਰ ਸੰਗਤ ਨੂੰ। ਸੰਗਤ ਬਹੁਤ ਜੁੜੀ ਆ, ਆਪਣੇ ਬੱਚੇ ਛੋਟੇ ਛੋਟੇ ਬੱਚੇ ਲੈ ਕੇ ਗੁਰੂ ਘਰ ਦੇ ਲੈ ਕੇ ਆ ਕੇ ਪੰਜਾਬੀ ਪੜ੍ਹਾਉਂਦੇ ਹਨ, ਔਰ ਪੰਜਾਬੀ ਉਹ ਬੱਚੇ ਸੁਣਦੇ ਹਨ, ਕੀਰਤਨ ਕਰਦੇ ਹਨ। ਇਸੇ ਤਰ੍ਹਾਂ ਸਾਨੂੰ ਜੋ ਪੰਜਾਬ ਦੇ ਵਿੱਚ, ਠੀਕ ਅਸੀਂ ਉੱਥੇ ਨਹੀਂ ਹੁਣ ਜਾਣਾ, ਨਹੀਂ ਜਾ ਸਕਦੇ,
ਪਰ ਅਸੀਂ ਸੰਤਾਂ ਦੇ ਨਾਲ ਜੋ 129 ਸਕੂਲ ਖੋਲ੍ਹੇ ਹਨ ਸੰਤਾਂ ਮਹਾਰਾਜ ਜੀ ਨੇ, ਜਿਹਦਾ ਭਾਈ ਸਾਹਿਬ ਦੱਸਿਆ, ਕੁਝ ਸਕੂਲ ਹੋਰ ਖੋਲ੍ਹ ਕੇ ਸਾਨੂੰ ਆਪਣੀ ਅਥਾਰਟੀ ਮਿਲ ਜਾਂਦੀ ਹੈ। ਸਾਨੂੰ ਬਾਹਰ NRI ਨੂੰ ਇਹ ਚੀਜ਼ ਦਾ ਜ਼ਰੂਰ ਕਰਨਾ ਚਾਹੀਦਾ। ਅਸੀਂ ਕਰ ਸਕਦੇ ਹਾਂ, ਇਹ ਨਹੀਂ ਵੀ ਨਹੀਂ ਕਰ ਸਕਦੇ, ਅਸੀਂ ਕਰ ਸਕਦੇ ਹਾਂ। ਅਸੀਂ ਸਾਲ ਦਾ 1,000 2,000 ਡਾਲਰ 3,000 ਡਾਲਰ ਪਾ ਕੇ ਅਸੀਂ ਉਹ ਸਕੂਲ ਵਿਦਨ 5 ਸਾਲ ਦੇ ਵਿੱਚ ਇਹ ਸਾਰੇ ਕੰਪਲੀਟ ਕਰ ਸਕਦੇ ਹਾਂ। ਇਹ ਸਾਡੇ ਵਿੱਚ ਹੋਣੀ ਚਾਹੀਦੀ ਆ। ਮੈਂ ਸਾਰੇ ਜੋ ਜਸ ਪੰਜਾਬੀ ਦੇ ਸਰੋਤੇ ਹੁਣ ਇਹ ਸੁਣ ਰਹੇ ਨੇ, ਮੈਂ ਇਹ ਸਾਰਿਆਂ ਨੂੰ ਇਸ ਗੱਲ ਦੀ ਤੁਸੀਂ ਸੇਵਾ ਦਿੱਤੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਆਓ ਇਸ ਮਾਂ ਬੋਲੀ ਨੂੰ ਸੰਭਾਲੀਏ। ਜਿੱਦਾਂ ਸੰਤਾਂ ਨੇ ਸਕੂਲ ਖੋਲ੍ਹੇ ਨੇ, ਇਹਨਾਂ ਦੇ ਨਾਲ ਸੇਵਾ ਕਰੀਏ, ਸੇਵਾ ਕਰਕੇ ਇਹਦੀ ਅਥਾਰਟੀ ਪ੍ਰਾਪਤ ਕਰੀਏ, ਕਰਕੇ ਇਹ ਇੰਨੇ ਸਕੂਲ ਜਿਹੜੇ ਨੇ ਉਹਨੂੰ ਕਰਕੇ ਫਿਰ ਅਸੀਂ ਆਪਣਾ ਇਹ ਆਪ ਕਰ ਸਕਦੇ ਹਾਂ। ਜੋ ਅੱਜ ਸਿਲੇਬਸ ਕੱਟਿਆ ਜਾ ਰਿਹਾ, ਅੱਜ ਸਾਡੇ ਗੁਰੂਆਂ ਸਾਹਿਬਾਨਾਂ ਦੇ ਵਿੱਚੋਂ ਕੁਛ ਵੀ ਲੈਂਗੁਏਜ ਜਾਂ ਕੁਝ ਜਿਹੜੀ ਕੋਈ ਵੀ ਜਗ੍ਹਾ ਕੱਟੀ ਜਾ ਰਹੀ ਹੈ, ਪੰਜਾਬੀ ਉਹਨੂੰ ਹੋਰ ਕੱਟ ਦਿੰਦੇ ਨੇ, ਕੁਝ ਹੋਰ ਕਰ ਦਿੰਦੇ ਨੇ। ਅਗਰ ਸਾਡੇ ਕੋਲ ਇਹ ਅਥਾਰਟੀ ਹੋ ਜਾਏਗੀ, ਸਾਡਾ 250 ਸਕੂਲ ਆਪਣਾ ਹੋ ਜਾਏਗਾ, ਆਪਣਾ ਸਿਲੇਬਸ ਹੋ ਜਾਏਗਾ, ਅਸੀਂ ਸਾਡੇ ਬੱਚਿਆਂ ਆਪਣਿਆਂ ਨੂੰ ਬਿਲਕੁਲ ਜੋ ਸਾਡੇ ਗੁਰੂ ਦਰਸਾ ਗਏ ਹਨ ਉਹੀ ਦਾ ਉਹੀ ਪੜ੍ਹ ਸਕਦੇ ਹਨ। ਅਤੇ ਮੈਂ ਇਸ ਚੀਜ਼ ਦੇ ਮੇਰੇ ਪਰਿਵਾਰ ਨੂੰ ਜੋ ਭਾਈ ਸਾਹਿਬ ਮੈਨੂੰ ਸੇਵਾ ਲਾਉਣਗੇ, ਮੈਂ 21,000 ਡਾਲਰ ਗੁਰੂ ਭਾਈ ਸਾਹਿਬ ਆਪਣੇ ਇਸ ਪੜੂ ਸਾਹਿਬ ਸੰਸਥਾ ਨੂੰ ਵਾਹ ਜੀ ਵਾਹ ਡੋਨੇਟ ਕਰਦਾ। ਸਤਿ ਸ੍ਰੀ ਅਕਾਲ। ਤੇ ਮੈਂ ਅਰਦਾਸ ਕਰਦਾ ਹਾਂ ਸੰਤ ਮਹਾਰਾਜ ਜੀ ਇਕਬਾਲ ਸਿੰਘ ਜੀ ਉਹਨਾਂ ਨੂੰ ਮੈਨੂੰ ਪਰਸਨਲੀ ਮਿਲੇ ਵੀ ਹਨ। ਮੈਂ ਆਪ ਸੰਗਤ ਨੂੰ ਵੀ ਇਹੀ ਬੇਨਤੀ ਕਰਦਾ ਹਾਂ, ਸੰਗਤ ਮਿਹਰਬਾਨ ਹੈ, ਅਰਦਾਸ ਕਰਨ ਸਾਡੇ ਵੀ ਬੱਚੇ ਇਸੇ ਤਰ੍ਹਾਂ ਗੁਰੂ ਸਾਹਿਬ ਨਾਲ ਜੁੜੇ ਰਹਿਣ, ਮੇਰੇ ਵੀ ਪੁੱਤਰੇ ਪੁੱਤਰੀਆਂ ਇਸੇ ਤਰ੍ਹਾਂ ਇਸ ਸੰਸਥਾ ਦੇ ਨਾਲ ਜੁੜੇ ਰਹਿਣਾ। ਅਸੀਂ ਰਲ ਕੇ ਸਾਰੇ ਕੰਮ ਕਰੀਏ ਔਰ ਪੰਜਾਬ ਦੇ ਜਿਹੜੇ ਸਾਡੇ ਬੱਚੇ ਹਨ ਜਿਹੜੇ ਹੁਣ ਡਰੱਗ ਨਾਲ ਜੁੜ ਗਏ, ਉਹ ਇਸੇ ਕਰਕੇ ਸਾਡੇ ਅਫਸਰ ਨਹੀਂ ਆ, ਸਾਡੇ ਸਿੱਖ ਅਫਸਰ ਨਹੀਂ ਆ, ਉਹ ਸਾਰੇ ਬਾਹਰ ਜਾਣ ਕੇ ਲੱਗੇ। ਉਹ ਮੇਰਾ ਵੀ ਬਹੁਤ ਅਫਸਰਾਂ ਨਾਲ ਵਾਹ ਪੈਂਦਾ ਰਹਿੰਦਾ ਹੈ, ਇਸ ਕਰਕੇ ਕਿਉਂਕਿ ਉਹ ਸਿੱਖ ਨਹੀਂ ਹਨ, ਉਹਨਾਂ ਨੂੰ ਹੈ ਨਹੀਂ ਹੈ। ਜਿਹੜਾ ਕਰ ਗਿਆ ਠੀਕ ਹੈ। ਜੋ ਕੁਝ ਹੋਇਆ ਕੱਲ੍ਹ ਦਾ ਮੈਂ ਉਸ 'ਤੇ ਉਹਦੀ ਨਿੰਦਾ ਕਰਦਾ, ਅਤੇ ਜੋ ਇਹ ਸੋਧਾ ਲਾਇਆ ਗਿਆ ਇਹ ਬਿਲਕੁਲ ਚੰਗੀ ਗੱਲ ਹੈ। ਜੋ ਵੀ ਸਾਡੇ ਗੁਰੂ ਘਰਾਂ ਦੇ ਵਿੱਚ ਇਹੋ ਜਿਹਾ ਕੰਮ ਕਰੇ ਉਹਨੂੰ ਬਿਲਕੁਲ ਛੱਡਣਾ ਜਾਵੇ। ਮੈਂ ਫਿਰ ਦੁਬਾਰਾ ਤੁਹਾਡਾ ਜਸ ਪੰਜਾਬੀ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਸੀਂ ਸਾਰੇ ਸਾਡੇ ਗੁਰੂ ਘਰ ਦੇ ਔਰ ਇੱਥੇ ਦੇ ਜਿਹੜੇ ਇੱਦਾਂ ਦੇ ਮੁੱਦੇ ਲੈ ਕੇ ਆਉਂਦੇ ਹੋ ਅਤੇ ਸਾਨੂੰ ਜਾਗਰੂਕ ਕਰਦੇ ਰਹਿੰਦੇ ਹੋ। ਫਿਰ ਦੁਬਾਰਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ, ਤੁਸੀਂ ਕਿਹਾ ਤੁਸੀਂ ਉੱਥੋਂ ਉਜੜ ਕੇ ਇੱਥੇ ਆਏ ਹੋ, ਬਟ ਬਾਬਾ ਨਾਨਕ ਨੇ ਜਿਨ੍ਹਾਂ ਨੂੰ ਉਜੜਨ ਦਾ ਵਚਨ ਦਿੱਤਾ ਸੀ, ਅਸੀਂ ਉਹਨਾਂ ਸਾਰਿਆਂ ਵਿੱਚੋਂ ਅਸੀਂ ਇੱਥੇ ਬੈਠੇ ਹਾਂ। ਇਹ ਸਾਡੀ ਖੁਸ਼ਕਿਸਮਤੀ ਹੈਗੀ ਕਿ ਸਾਨੂੰ ਉਜੜਨ ਦਾ ਉਹਨਾਂ ਨੇ ਇੱਕ ਮੌਕਾ ਦਿੱਤਾ ਕਿ ਅਸੀਂ ਇੱਥੇ ਆ ਕੇ ਕੁਛ ਨਾ ਕੁਛ ਕਰ ਸਕੀਏ। ਜੋ ਪੰਜਾਬ 'ਚ ਬੈਠੇ ਹੈ ਸ਼ਾਇਦ ਉਹ ਪੰਜਾਬ ਦਾ ਕੁਛ ਨਹੀਂ ਕਰ ਸਕਦੇ, ਬਟ ਅਸੀਂ ਇੱਥੇ ਬੈਠੇ ਹਾਂ, ਅਸੀਂ ਬਹੁਤ ਕੁਛ ਕਰ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ। ਅਤੇ ਸਾਡੇ ਉੱਤੇ ਇਹ ਜ਼ਿੰਮੇਵਾਰੀ ਵੀ ਬਣਦੀ ਹੈ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵੱਲੋਂ ਫਾਊਂਡਰ ਪ੍ਰੈਜ਼ੀਡੈਂਟ, ਆਫ ਕੋਰਸ ਕਰੰਟ ਪ੍ਰੈਜ਼ੀਡੈਂਟ, ਤੁਸੀਂ ਇਹ ਸਾਨੂੰ ਇੱਕ ਮੈਂ ਕਹਾਂਗੀ ਇੱਕ ਜੋਸ਼ ਦੇ ਨਾਲ ਜੋ ਇਹ ਉਪਰਾਲਾ ਇੱਕ ਵਾਰੀ ਫਿਰ ਰਿਮਾਈਂਡ ਕਰਾਇਆ ਕਿ ਜਿਸ ਤਰ੍ਹਾਂ ਗੁਰਦੁਆਰੇ ਦੇ ਵਿੱਚ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਇੱਥੇ ਜੋ ਆਪਣੇ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਹੈ, ਉਸੇ ਤਰ੍ਹਾਂ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਬੱਚੇ ਹਨ ਉਹਨਾਂ ਨੂੰ ਵੀ ਪੜ੍ਹਾਈ ਲਿਖਾਈ ਅਤੇ ਸਿੱਖੀ ਦੇ ਨਾਲ ਜੋੜਨ ਦਾ ਜੋ ਇਹ ਮਿਸ਼ਨ ਹੈਗਾ ਉਹਦੇ ਵਿੱਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਮਿਸ਼ਨ ਨੂੰ ਲੈ ਕੇ ਅਸੀਂ ਗੱਲ ਕਰ ਰਹੇ ਹਾਂ, ਰਿਚਮੰਡ ਹਿੱਲ ਵਿਖੇ ਪਹੁੰਚੇ ਹਾਂ। ਸਾਡੇ ਇਸ ਪੈਨਲ ਨੂੰ ਮੈਂ ਇੱਕ ਵਾਰੀ ਫਿਰ ਫਤਿਹ ਬੁਲਾਉਣਾ ਚਾਹਾਂਗੀ। ਗੁਰਚਰਨ ਸਿੰਘ ਜੀ, ਪ੍ਰਧਾਨ ਸਾਹਿਬ ਗਿਲਜੀਆਂ ਜੀ, ਐਂਡ ਆਫ ਕੋਰਸ ਮਾਸਟਰ ਮੋਹਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਲਦੇ ਹਾਂ ਬ੍ਰੇਕ ਤੋਂ ਉਸ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਸਾਡਾ ਸਪੈਸ਼ਲ ਐਕਸਟੈਂਡਡ ਪ੍ਰੋਗਰਾਮ। ਅੱਜ ਦਾ ਮੁੱਦਾ ਰਾਇਲ ਇੰਡੀਆ ਪੈਲੇਸ ਰਿਚਮੰਡ ਹਿੱਲ ਤੋਂ ਇਹ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਪੰਜਾਬ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ, ਬਟ ਜੋ ਇਹ ਕੌਜ਼ ਹੈਗਾ ਉਹ ਕਿਸੇ ਇੱਕ ਦਾ ਕੌਜ਼ ਨਹੀਂ ਹੈ, ਸਾਡੇ ਸਾਰਿਆਂ ਦਾ ਸਾਂਝਾ ਕੌਜ਼ ਹੈ। ਜਿਸ ਤਰ੍ਹਾਂ ਕਿਸਾਨ ਮੋਰਚੇ ਦੇ ਵਿੱਚ ਕਿਹਾ ਜਾਂਦਾ ਸੀ ਬਜ਼ੁਰਗਾਂ ਦਾ ਹੋਸ਼ ਤੇ ਨੌਜਵਾਨਾਂ ਦਾ ਜੋਸ਼, ਇਸ ਕੌਜ਼ ਦੇ ਵਿੱਚ ਵੀ ਜਦੋਂ ਪੰਜਾਬ ਨੂੰ ਬਚਾਉਣ ਦੀ ਅਸੀਂ ਗੱਲ ਕਰਦੇ ਹਾਂ, ਇਹ ਸਿਰਫ ਸਾਡੇ ਬਜ਼ੁਰਗਾਂ ਦਾ ਕੰਮ ਨਹੀਂ ਹੈਗਾ, ਇਹਦੇ ਵਿੱਚ ਯੂਥ ਨੂੰ ਇੱਕ ਬਹੁਤ ਵੱਡੇ ਲੈਵਲ ਤੇ ਇਨਵੋਲਵ ਹੋਣਾ ਪੈਣਾ ਹੈ। ਸੋ ਮੈਨੂੰ ਹੁਣ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੋ ਇੱਥੇ ਸਾਡੇ ਨਾਲ ਲਾਈਵ ਆਡੀਅנס ਪਹੁੰਚੀ ਹੋਈ ਸੀ ਉਹਨਾਂ ਦੇ ਵਿੱਚੋਂ
ਕੁਝ ਨੌਜਵਾਨ, ਕੁਝ ਲੋਕਲ ਕਮਿਊਨਿਟੀ ਲੀਡਰਸ ਜੋ ਛੋਟੀ ਉਮਰ ਦੇ ਵਿੱਚ ਇੱਕ ਵੱਡਾ ਇੰਪੈਕਟ ਇੱਥੇ ਰੱਖ ਰਹੇ ਹੈ, ਖਾਸ ਕਰਕੇ ਪੰਜਾਬੀ ਕੌਮ ਨੂੰ ਅੱਗੇ ਵਧਾਉਣ ਲਈ, ਉਹ ਮੇਰੇ ਨਾਲ ਹੁਣ ਜੁੜੇ ਹੈ। ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਆਰ ਨੈਕਸਟ ਸੈਟ ਆਫ ਪੈਨਲਿਸਟ। ਸਭ ਤੋਂ ਪਹਿਲੇ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਜੁੜੇ ਹਨ ਇਸ ਵੇਲੇ, ਆਮ ਸੋ ਹੈਪੀ ਟੂ ਹੈਵ ਯੂ ਗਾਇਜ਼, ਸਿਮਰਜੀਤ ਸਿੰਘ ਗਿੱਲ ਜੀਆਂ, ਜਸਪ੍ਰੀਤ ਸਿੰਘ ਗਿੱਲ ਜੀਆਂ, ਤੁਹਾਡੇ ਫਾਦਰ ਸਾਹਿਬ ਪ੍ਰਧਾਨ ਬਾਬਾ ਮੱਖਣ ਸ਼ਾਲੂਬਾਨਾ ਗੁਰਦੁਆਰੇ ਤੋਂ ਹੁਣੇ ਸਾਡੇ ਨਾਲ ਜੁੜੇ ਸੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਜਪਨੀਤ ਸਿੰਘ ਜੋ ਕਿ ਇੱਥੇ ਲੋਕਲ ਨਿਊਯਾਰਕ ਦੀ ਜੋ ਸਿਟੀ ਕਾਉਂਸਲ ਰੇਸ ਹੋਈ ਸੀ, ਤੁਸੀਂ ਫਾਰਮਲੀ ਕੈਂਡੀਡੇਟ ਉਹਦੇ ਵਿੱਚ ਖੜੇ ਹੋਏ ਸੀ, ਐਂਡ ਵੀ ਆਰ ਸੋ ਐਕਸਾਈਟਿਡ ਟੂ ਸੀ ਕਿ ਤੁਹਾਡਾ ਜੋ ਪੋਲੀਟੀਕਲ ਇਸ ਮੁਲਕ ਦੇ ਵਿੱਚ ਕਰੀਅਰ ਹੈ ਕਿੱਥੇ ਤੁਹਾਨੂੰ ਲੈ ਕੇ ਜਾਂਦਾ, ਕਮਿਊਨਿਟੀ ਤੁਹਾਡੇ ਨਾਲ ਖੜੀ ਹੈ। ਐਂਡ ਆਫ ਕੋਰਸ ਲਾਸਟ ਬਟ ਨਾਟ ਲੀਸਟ ਅਮਨਦੀਪ ਸਿੰਘ, ਤੁਹਾਡੇ ਫਾਦਰ ਸਾਹਿਬ ਡਾਕਟਰ ਚੀਮਾ ਇੱਕ ਇਸ ਕਮਿਊਨਿਟੀ ਦੇ ਵਿੱਚ ਲੀਡਰ ਮੰਨੇ ਜਾਂਦੇ, ਤੁਸੀਂ ਆਪ ਇੱਕ ਲਾਇਰ ਹੈਗੇ ਬਾਈ ਪ੍ਰੋਫੈਸ਼ਨ। ਇਟਸ ਸੋ ਗੁੱਡ ਟੂ ਸੀ ਸਚ ਏ ਵੈਲ ਐਜੂਕੇਟਡ ਐਂਡ ਐਕਟਿਵ ਗਰੁੱਪ ਆਫ ਯੰਗ ਮੈਨ ਜੋ ਕਿ ਨਾ ਕਿ ਸਿਰਫ ਸਾਡੇ ਬਜ਼ੁਰਗਾਂ ਦੇ ਨਾਲ ਮੋਢੇ ਨਾਲ ਮਿਲਾ ਕੇ ਇਸ ਕਮਿਊਨਿਟੀ ਦੇ ਕਾਜ਼ਸ ਨੂੰ ਅੱਗੇ ਲੈ ਕੇ ਆ ਰਹੇ, ਬਟ ਜੋ ਇੱਥੇ ਦੀ ਯੂਥ ਹੈਗੀ ਉਹਨਾਂ ਨੂੰ ਤੁਸੀਂ ਐਗਜ਼ਾਮਪਲ ਸੈੱਟ ਕਰ ਰਹੇ ਹੋ ਕਿ ਕਿਸ ਤਰ੍ਹਾਂ ਭਾਵੇਂ ਅਸੀਂ ਪੰਜਾਬ 'ਚ ਨਹੀਂ ਰਹਿ ਰਹੇ ਬਟ ਪੰਜਾਬੀਅਤ ਸਾਡੇ ਵਿੱਚ ਵਸਦੀ ਹੈ ਇੱਥੇ ਵੀ। ਸਿਮਰਜੀਤ, ਆਈਡ ਲਾਈਕ ਟੂ ਸਟਾਰਟ ਵਿਦ ਯੂ ਬਿਕੋਜ਼ ਐਜੂਕੇਸ਼ਨ ਸਾਡਾ ਅੱਜ ਮੇਨ ਮੁੱਦਾ ਹੈਗਾ। ਐਜੂਕੇਸ਼ਨ ਨੂੰ ਲੈ ਕੇ ਖਾਸ ਕਰਕੇ ਅਸੀਂ ਪੰਜਾਬ ਦੀ ਗੱਲ ਕਰੀਏ, ਜੋ ਯੂਥ ਹੈਗੀ ਉਹਨਾਂ ਦਾ ਕੀ ਗੋਲ ਹੋਣਾ ਚਾਹੀਦਾ ਹੈ ਪੰਜਾਬ ਦੀ ਐਜੂਕੇਸ਼ਨ ਨੂੰ ਲੈ ਕੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਵਾਲ ਦੇ ਅਸ਼ਮਤ ਜੀ ਮੈਂ ਜ਼ਰੂਰ ਆਵਾਂਗਾ, ਪਰ ਉਸ ਤੋਂ ਪਹਿਲਾਂ ਮੈਂ ਬੈਕ ਟਰੈਕ ਕਰਨਾ ਚਾਹਾਂਗਾ। ਆਪਣੇ ਜੋ ਸਰੋਤੇ ਦੇਖ ਰਹੇ ਹਨ ਉਹਨਾਂ ਵਿੱਚ ਸਾਡੇ ਭੈਣ ਭਰਾ ਵੀ ਹੈਗੇ ਨੇ ਜਿਹੜੇ ਇੰਗਲਿਸ਼ 'ਚ ਜ਼ਿਆਦਾ ਸਮਝਣਗੇ, ਸੋ ਉਹਨਾਂ ਨਾਲ ਮੈਂ ਇੰਗਲਿਸ਼ 'ਚ ਗੱਲਬਾਤ ਕਰਨਾ ਚਾਹਾਂਗਾ। ਸੋ ਆਮ ਪ੍ਰਾਊਡ ਟੂ ਬੀ ਅ ਸਿੱਖ ਅਮਰੀਕਨ। I'm proud to be a Sikh American for many reasons, and one of the reasons is that this country has given us the freedom of speech, freedom of religion, freedom of press. We are openly able to express our feelings, express how we want to practice our religion without any dictatorship. When we look back at our Guruji's time, at that time there was not democracy, it was only dictatorship. It was a time where kings controlled the government and the people. During that time, there was a lot of oppression. As you can see, and you know, starting from Guru Arjan Dev Ji, we had to take martyrdoms to save our Sikhi, up to our Char Sahibzade, and all the sacrifices we had to do, all because they wanted to protect the freedom of religion, that every human being should never be denied. Mir Manu di jaiਲਾਂ 'ਚ ਮਾਵਾਂ ਦੇ ਬੱਚੇ ਬਹੁਤ ਬੁਰੇ ਤਰੀਕੇ ਨਾਲ ਮਾਰੇ ਜਾਂਦੇ ਸੀ, ਪਰ ਉਹ ਮਾਵਾਂ ਨੇ ਉਦੋਂ ਵੀ ਨਹੀਂ ਆਪਣਾ ਸਿੱਧਕ ਹਾਰਿਆ, ਸਿੱਖੀ ਆਪਣੀ ਕਾਇਮ ਕੀਤੀ। ਉਹ ਟਾਈਮ 'ਚ ਕਾਇਮ ਕੀਤੀ ਜਦੋਂ ਡਿਕਟੇਟਰਸ਼ਿਪ ਸੀ। We're living in a country, we're living in a world where it's mostly democratic now. There is no oppression of religion. ਸੋ ਮੇਰੀ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਕਿ ਹੁਣ ਸਾਡੇ ਕੋਲ ਕੋਈ ਬਹਾਨਾ ਨਹੀਂ ਹੈਗਾ, ਸਾਡੇ ਸਿਰ 'ਤੇ ਕਿਸੇ ਨੇ ਤਲਵਾਰ ਨਹੀਂ ਰੱਖੀ ਕਿ ਤੁਹਾਨੂੰ ਆਪਣੀ ਰਿਲੀਜਨ ਚੇਂਜ ਕਰਨੀ ਪਏਗੀ। ਸੋ ਇਟਸ ਵੈਰੀ ਸੈਡ ਟੂ ਸੀ brothers and sisters that are not following the path of Sikhi, that are using drugs, alcohol as a way for temporary satisfaction and relief from many problems. And I believe that this Badu Sahib organization, which has been working very hard for many, many years, is the only way that we can spread our Sikhi, that we can save our Sikhi. So I'm very proud to be part of this panel. I'm proud of all the members that are gathered here, are promoting this. I thank Just Punjabi for organizing such a great event. And I appeal to all my brothers and sisters that where we donate money to many different organizations, mostly are good because in New York City, all our families are tied with some type of Gurdwara Sahib. So mostly our donations are going for good causes. But there's also some young youth that promote, and donate to causes that have nothing to do with Sikhi.
such as shows and lecture kalakars and programs like that, which we go to these programs, we donate to these programs, but we learn nothing from them. So this is a great initiative taken by the entire Badu Sahib Academy. And where we do, if you do donate to other organizations that we can never learn from, please take out some money and donate to this great cause. I am proud that my father Sahib has taken initiative, and he is, I'm very proud that he is going to be raising $21,000 from our family to donate to this great cause. And I appeal to every single person, all my brothers and sisters, we are very well settled here. We can definitely take out $500 at least and donate to this cause. So I appeal to everyone once again, please be part of this initiative. Waheguru Ji Ka Khalsa, Waheguru Ji Ki Fateh. ਜਪਨੀਤ ਤੁਸੀਂ ਇੱਥੇ ਦੇ ਸਿਸਟਮ ਦੇ ਨਾਲ ਬਹੁਤ ਵਾਕਿਫ ਹੋ once again you recently ran a very inspiring campaign for city council. You're a young Sikh American. ਅਮਰੀਕਾ ਦੇ ਵਿੱਚ ਹਰ ਇੱਕ ਸ਼ਹਿਰ ਭਾਵੇਂ ਛੋਟੇ ਤੋਂ ਛੋਟਾ ਸ਼ਹਿਰ ਹੋਏ ਉਹਦੇ ਵਿੱਚ ਇੱਕ ਪਬਲਿਕ ਪ੍ਰਾਇਮਰੀ ਸਕੂਲ ਹੁੰਦਾ ਹੈ, ਪਬਲਿਕ ਮਿਡਲ ਸਕੂਲ, ਹਾਈ ਸਕੂਲ ਹੁੰਦਾ ਹੈ। ਹਾਈ ਸਕੂਲ ਤੱਕ ਇੱਥੇ ਦੀ ਸਰਕਾਰ ਮੈਂਡੇਟ ਕਰਦੀ ਹੈ ਕਾਨੂੰਨੀ ਤੌਰ ਤੇ ਹਰ ਇੱਕ ਬੱਚੇ ਨੂੰ ਹਾਈ ਸਕੂਲ ਦੀ ਐਜੂਕੇਸ਼ਨ ਗੈਰੰਟੀਡ ਹੋਏ। Unfortunately, that is not the case for India, not the case for Punjab. ਅਗਰ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਉਸ ਲੈਵਲ ਤੱਕ ਪਹੁੰਚਾਉਣਾ ਹੈ, maybe we can't rely on the government right now. But ਜੋ ਸੰਸਥਾਵਾਂ ਤੋਂ ਇਹ ਕੰਮ ਆਲਰੇਡੀ ਹੋ ਰਿਹਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਸਾਨੂੰ ਸਪੋਰਟ ਕਰਨਾ ਚਾਹੀਦਾ, ਖਾਸ ਕਰਕੇ ਯੂਥ ਨੂੰ, so we can get closer to that goal ਕਿ ਛੋਟੇ ਤੋਂ ਛੋਟੇ ਪਿੰਡ ਦੇ ਵਿੱਚ ਅਕੈਡਮੀ ਹੋਏ, ਕੋਈ ਵੀ ਇਹੋ ਜਿਹਾ ਬੱਚਾ ਨਾ ਹੋਏ ਜਿਹਨੂੰ ਐਜੂਕੇਸ਼ਨ ਨਹੀਂ ਮਿਲ ਰਹੀ ਪੰਜਾਬ ਦੇ ਵਿੱਚ। ਦੋਸਤੋ ਆਓ ਮਿਲ ਕੇ ਗੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। First and foremost, I want to thank the entire JUST team for always raising awareness on these deeper issues. I think this problem is a very systemic problem, first and foremost. I think ਜੇ ਆਪਾਂ ਕੁਝ ਭਲਾ ਚਾਹੁੰਦੇ ਆ and we want progress, ਸਾਨੂੰ ਸਾਰਿਆਂ ਨੂੰ ਪਹਿਲਾਂ ਉੱਠਣਾ ਪੈਣਾ ਹੈ। Those days of supporting organizations or individuals based on family connections or just knowing that person, even though they may be corrupt, that needs to stop first, whether it's here, whether it's in India. If a person is doing good work that's going to increase youth progress for the future, we need to support that work. This organization here, honestly speaking, this is the only organization I see right now that's on the path to do that. I haven't seen much, especially in Punjab. Je aapa Punjab the education system sahi kar diye, the kids don't got to come out here. ਅਸੀਂ ਇੱਥੇ ਆਏ ਕਿਉਂ, ਸਾਡੇ ਮਾਂ ਪਿਓ ਕਿਉਂ ਆਏ ਇੱਥੇ? For a better future for their kids. You know, ਉਹਨਾਂ ਤੇ ਆਪਣੀ ਪੂਰੀ ਜ਼ਿੰਦਗੀ ਕੰਮ ਕਰਕੇ ਗੁਜ਼ਾਰ ਲਈ. But for us, look, we got a lawyer, we have entrepreneurs here. With the grace of God, I have my master's in accounting. So, you know, this is why we came out here. But if we give proper education, proper resources in India, in Punjab especially, the kids don't got to go to Canada or the US. And on top of that, ਜੇ ਆਪਾਂ ਉਹਨਾਂ ਨੂੰ ਸਕੂਲ ਪੜ੍ਹਾ ਕੇ ਟ੍ਰੇਡ ਸਿਖਾਈਏ ਕਿ ਜੋ ਅਸੀਂ ਬਾਹਰ ਜਾ ਕੇ ਟ੍ਰੇਡ ਕਰਦੇ ਹਾਂ ਉਹੀ ਤੁਸੀਂ ਜੋਬਾਂ ਸਾਡੇ ਮਾਰਕੀਟ ਨੂੰ ਦੇਵੋ। ਕੈਨੇਡਾ ਕਿੰਨੀਆਂ ਸਬਜ਼ੀਆਂ ਬਾਏ ਕਰਦਾ from India? Why can't it be from Punjab's mandis? It can be, but the thing is, this is a systemic problem. Until ਸਾਡੇ ਲੀਡਰ ਪੰਜਾਬ ਦੇ ਉੱਠਦੇ ਨਹੀਂ ਹੈਗੇ ਤੇ ਸਾਡੇ ਲੋਕੀ ਜਿਹੜੇ ਵੋਟਾਂ ਪਾ ਕੇ ਭਾਵੇਂ for ਸ਼ਰਾਬਾਂ or money, this is a very big problem that we know. Even though I came here when I was 1 year old, I know that this is what's going on in India. My conversation with my Padi here, with Jimmy Pai, Aman, as well as our fathers, we know this is still going on. And if we want change for our youth, we need to support organizations like this that want to help the youth through education. That's the only way. So we're going to continue supporting. I think the call to action would be to support organizations like this one. Like my pai said here, whether it's $500, whether it's even $10, $20, this is a grassroots campaign. And this is not just for tomorrow. This is for the next 10, 20, 30, 40 years. So, let's continue supporting the cause and let's continue supporting our kids. Yeah. Thank you so much. Thank you so much, Jaspreet Singh Giljian. Your older brother, your father, before you guys came on, ਉਹਨਾਂ ਨੇ ਇਸ cause ਦੇ ਵਿੱਚ support ਪਾਈ ਹੈ. It's so great to hear
from both of these individuals कि youth ਨੂੰ ਕਿਸ ਤਰ੍ਹਾਂ ਖੜੇ ਹੋਣਾ ਪੈਣਾ ਹੈ। You know, we're young now, but ਅਸੀਂ ਵੀ ਬਜ਼ੁਰਗ ਹੋਣਾ ਹੈ। ਸਾਡੇ ਅੱਗੇ ਆਉਣ ਵਾਲੀ generations ਨੂੰ ਅਸੀਂ ਕੀ ਛੱਡ ਕੇ ਜਾ ਰਹੇ ਹਾਂ, ਉਹਦੀ ਗੱਲ ਹੋ ਰਹੀ ਹੈ। I love what she said, ਜਪਨੀਤ, ਕਿ ਪੰਜਾਬ ਬੱਚੇ ਛੱਡਦੇ ਕਿਉਂ ਹੈ। ਉਹ ਵੀ ਇੰਨੇ ਔਖੇ ਤਰੀਕੇ ਦੇ ਨਾਲ ਬਾਰਡਰਾਂ ਨੂੰ ਟੱਪ ਕੇ ਕਿੰਨੇ the guys, the people that don't have the good fortune to come here legally, the struggles they go through to come here, and they're leaving Punjab. Why? What do you have to say to our viewers? Agar asi Punjab nu bachana, we have to create those situations so kids don't leave. What can we give to kids? How does education play a role in that? Jaspreet? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. It's very important for our elders in Punjab to understand that for them to have their children to come overseas, they're selling their land and they're going in debt and sending their children here to the States. And then when they come here, their parents are not here to watch what they're doing in these states. We live in this state. We see the youth come, and the amount of the situations that they encounter here, they end up living a very harsh lifestyle. They end up in doing drugs. They end up not following the path that they're supposed to be path from the roots of Punjab. My request to them is that before sending your children out to our states or even to the European countries or anywhere to the world, we first must set a base for them in the state of Punjab. Punjab doesn't lack anything, whether it's in education, whether it's in any other field. India is a very progressive country, and we need them to support their children, to put them in education first. The initiative that Baru Sahib is addressing and the amount of schools that they have opened shows that we do have the resources in Punjab. We just need to have our kids in the school systems. They can definitely make a very great financial wealth in Punjab itself, whether it's in any field, whether it's in the medicine, in the engineering fields, or even in law. So my request to them in Punjab is to have their kids in these schools that set the standards for Sikhi, set the standards for rehab centers for the youth, set the standards for top-notch education for children. And we must, as the foreigners, whether we're in New York State, whether we're from the other states, I request everyone to please look into Baru Sahib's school academies. Please do donate, because they do need this help to have the children in Punjab not get into situations in the state that they're in now. We need drug rehab programs. We need our Punjabi people to step forward, the Sikh people to step forward in the positions that we want. We do not want to work with politicians that are not going to support our Qawm. We want politicians. We want those seats in the politics that have our people, that understand our issues, and that know what our kids need and deserve. My brother Japneet Singh here, we ran, my brother Amandeep Singh and my brother Simranjeet, we ran a political event, a political rally in New York for New York State City Council. And our initiative was for our people. We wanted to have a star in any position in the New York State political level. We did not win the election, but we did win the most votes in the Sikh history of New York for a Sikh to get, and that's a great victory already. And we are going to continue to do this and make sure that the Sikh face comes in, and this is only done through education, and this is how we will be represented with our faces in any political or any other field. Waheguru Ji Ka Khalsa, Waheguru Ji Ki Fateh. Jaspreet Singh Giljian, thank you so much. The most important thing here, I have to reiterate this point. Japneet ran this campaign. ਤੁਸੀਂ ਸਾਰਿਆਂ ਨੇ ਰਲ ਕੇ support ਕੀਤੀ ਇਸ candidate ਦੀ, but ਕਿਤੇ ਨਾ ਕਿਤੇ Japneet would not have been there if he himself and his team did not have a level of education to know what to do and how to lead. ਅੱਜ ਨਹੀਂ ਜਿੱਤੇ ਕੱਲ ਜਿੱਤ ਜਾਓਗੇ. That's not the issue here. The issue is ਕਿ ਸਾਨੂੰ ਚਾਹੀਦੇ ਇਹੋ ਜਿਹੇ leaders ਜੋ educated ਹੋਣ. The current problem right now, ਖਾਸ ਕਰਕੇ ਪੰਜਾਬ ਦੇ ਵਿੱਚ, ਕਿਉਂਕਿ leaders educated
ਐਜੂਕੇਟਿਡ ਨਹੀਂ ਹੈਗੇ ਐਂਡ ਉਹ ਦੂਜਿਆਂ ਨੂੰ ਵੀ ਨਹੀਂ ਐਜੂਕੇਟ ਕਰਨਾ ਚਾਹੁੰਦੇ। ਅਮਨਦੀਪ, ਵੀ ਆਰ ਟਾਕਿੰਗ ਅਬਾਊਟ ਥੀਸ ਇਸ਼ੂਜ਼, ਭਾਵੇਂ ਸਰਕਾਰਾਂ ਵੱਲੋਂ ਸਾਡੀ ਕੀ ਉਮੀਦ ਹੈਗੀ ਨਹੀਂ ਹੈਗੀ, ਖਾਸ ਕਰਕੇ ਪੰਜਾਬ ਦੇ ਵਿੱਚ there's not much we can do right now about that, talking about it. ਉਹਦੇ ਉੱਤੇ ਇੱਕ ਵੱਡੇ ਲੈਵਲ ਤੇ ਐਕਸ਼ਨ ਹੋਣਾ ਪੈਣਾ ਹੈ। ਬਟ ਫਰਮ ਅ ਨਾਨ ਪ੍ਰੋਫਿਟ ਸਟੈਂਡ ਪੁਆਇੰਟ, ਜਿੱਥੇ ਅਸੀਂ ਨੋਟ ਉਨ ਪੋਲੀਟੀਸ਼ੀਅਨਸ ਨੂੰ ਦਿੰਦੇ ਆ ਜੋ ਕੁਛ ਨਹੀਂ ਕਰ ਰਹੇ, ਉਹੀ ਅਗਰ ਡੋਨੇਸ਼ਨਸ ਇਹੋ ਜਿਹੇ ਕਾਜ਼ਸ ਦੇ ਵਿੱਚ ਲੱਗਦੀਆਂ, how do you feel that can make a difference, and what appeal do you have for the viewers, ਖਾਸ ਕਰਕੇ ਯੂਥ ਲਈ? Sure. First of all, Vaheguru Ji Ka Khalsa, Vaheguru Ji Ki Fateh. Thank you to the whole Just Punjabi team for putting this event together. Thank you to the organization. Now, there's a very well-known phrase. It is, insanity is doing the same thing over and over again and expecting different results. Baru Sahib is the change of course that we need, the change of course that Punjab needs, the change of course that our community needs. Now, this sets an example for people everywhere. Ashmita Di, you said something something that really hit earlier in the show, and that was that we need to empower our weakest link. And to do that, we need to empower whoever has an idea, whoever wants to move forward. Instead of pulling their legs, we need to get behind them, we need to encourage them, we need to brainstorm, we need to have a brain trust, we need to sit in a circle and think about how we can move that idea forward. I know for a fact, me and my brothers here, we recently ran a toy drive in the memory of the Char Sahibzadeh. It was an idea that we had. We weren't backed by any larger organization. It literally happened in our garage. We went together and we had a great time, and honestly, it felt really good. But through that drive, through everything, we also wanted to bring our community forward, show that what we are doing is not only for us, but it is for the rest of the community as well. Now, I encourage everybody, anybody who has an idea, inspire to inspire, empower to empower. If you have an idea, don't think about it, don't just talk about it, execute. That is the only way we will move forward. Execute and let other people execute. बस यही मेरी बेनती है। वाहिगुरू जी का खालसा, वाहिगुरू जी की फतेह। ਸੋਨਿਆ, ਸਤਿ ਸ੍ਰੀ ਅਕਾਲ। ਦੇਖੋ, ਇਹ ਜੋ ਕਾਜ਼ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਦਿਸ ਇਜ਼ ਦ ਪ੍ਰੂਫ that this cause is something ਜੋ ਸਾਨੂੰ ਸਿਰਫ ਸਾਡੇ ਬਜ਼ੁਰਗਾਂ ਤੱਕ ਨਹੀਂ ਛੱਡਣਾ ਚਾਹੀਦਾ। ਕੱਲ ਅਸੀਂ ਵੀ ਉਸ ਲੈਵਲ ਤੇ ਪਹੁੰਚਣਾ, ਅਸੀਂ ਬਜ਼ੁਰਗ ਹੋਵਾਂਗੇ ਤੇ ਅਸੀਂ ਖੁਸ਼ ਫੀਲ ਕਰਾਂਗੇ ਕਿ ਜੋ ਅਸੀਂ ਅਗਲੀ ਜਨਰੇਸ਼ਨ ਨੂੰ ਇਕੁਇਪ ਕੀਤਾ, ਇੰਪਾਵਰ ਕੀਤਾ, ਜਾਂ ਅਸੀਂ ਰੋਵਾਂਗੇ ਕਿ ਅਸੀਂ ਕੁਛ ਨਹੀਂ ਛੱਡਿਆ ਉਹਨਾਂ ਲਈ ਜੋ ਸਾਡੇ ਬਾਅਦ ਆਏ ਹੈ। ਇਹਨਾਂ ਦੇ ਨਾਲ ਗੱਲ ਕਰਕੇ ਅਫਕੋਰਸ ਸਿਮਰਜੀਤ ਸਿੰਘ ਗਿੱਲ ਜੀਆਂ, ਜਪਨੀਤ ਸਿੰਘ, ਜਸਪ੍ਰੀਤ ਸਿੰਘ ਗਿੱਲ ਜੀਆਂ, ਅਮਨਦੀਪ ਸਿੰਘ ਚੀਮਾ ਜੀ, ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਲੱਗਦਾ ਹੈ ਨੋ, we are working to do something for our next generation. ਬੜੂ ਸਾਹਿਬ ਕਲਗੀਧਰ ਟਰਸਟ ਕੰਮ ਕਰ ਰਿਹਾ ਸਾਡੀ ਅਗਲੀ ਪੀੜ੍ਹੀ ਲਈ, ਤੇ ਤੁਸੀਂ ਵੀ ਇਸ ਕਾਜ਼ ਦੇ ਨਾਲ ਜੁੜੋ। ਇੱਥੇ ਇੱਕ ਹੋਰ ਛੋਟੇ ਜਿਹੇ ਵਕਫੇ ਲਈ ਰੁਕਦੇ ਹਾਂ, ਤੁਸੀਂ ਕਿਤੇ ਨਾ ਜਾਓ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਇਸ ਬਹੁਤ ਹੀ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਆ। ਪੰਜਾਬ ਤੇ ਪੰਜਾਬੀਅਤ ਦੀ ਗੱਲ ਹੋ ਰਹੀ ਹੈ, ਕਿਸ ਤਰ੍ਹਾਂ ਪੰਜਾਬ ਦਾ ਦਰਦ ਸਾਡੇ ਬਜ਼ੁਰਗਾਂ ਦੇ, ਇੱਥੇ ਰਹਿਣ ਵਾਲੇ ਬਜ਼ੁਰਗਾਂ ਦੇ ਦਿਲ ਦੇ ਵਿੱਚ ਹਲੇ ਵੀ ਗੂੰਜਦਾ ਹੈ, ਤੇ ਕਿਸ ਤਰ੍ਹਾਂ ਉਸ ਪੰਜਾਬ ਦੇ ਦਰਦ ਨੂੰ ਲੈ ਕੇ ਉਸ ਪੰਜਾਬ ਨੂੰ ਸੁਧਾਰਨ ਦਾ ਮਿਸ਼ਨ ਬੇੜਾ ਚੁੱਕਿਆ ਹੈ ਇੱਥੇ ਦੇ ਰਹਿਣ ਵਾਲੀ ਯੂਥ ਨੇ। ਰਾਇਲ ਇੰਡੀਆ ਪੈਲੇਸ ਰਿਚਮੰਡ ਹਿੱਲ ਤੋਂ ਇਹ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਵੱਖ ਕਮਿਊਨਿਟੀ ਤੋਂ ਲੀਡਰਸ ਤੇ ਸੰਗਤਾਂ ਵੱਲੋਂ ਤੁਸੀਂ ਸੁਣ ਚੁੱਕੇ ਹੋ। ਮੈਂ ਇਸ ਅਖੀਰ ਦੇ ਪੋਰਸ਼ਨ ਦੇ ਵਿੱਚ ਦੋ ਮੁੱਖ ਸੇਵਾਦਾਰਾਂ ਨੂੰ ਸਵਾਗਤ ਕਰਨਾ ਚਾਹਾਂਗੀ, ਜੋ ਕਿ ਉਸ ਸੰਸਥਾ ਦੀ ਗੱਲ ਸਾਡੇ ਨਾਲ ਥੋੜੀ ਜਿਹੀ ਹੋਰ ਕਰਨਗੇ, ਜੋ ਇਸ ਪੰਜਾਬ ਦੇ ਦਰਦ ਨੂੰ ਲੈ ਕੇ ਪੰਜਾਬ ਨੂੰ ਸੁਧਾਰਨ ਲਈ ਇੱਕ ਬਹੁਤ ਹੀ ਇੰਪੋਰਟੈਂਟ ਕਾਜ਼ ਦੀ ਆਵਾਜ਼ ਤੁਹਾਡੇ ਨਾਲ ਪਹੁੰਚਾ ਰਹੇ ਹੈ। Please join me in welcoming ਪ੍ਰੀਤੀ ਕੌਰ ਜੀ ਤੇ ਰਵੀਦੀਪ ਕੌਰ ਮੁਕਤਾ ਜੀ। ਤੁਹਾਨੂੰ ਦੋਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੀਤੀ ਜੀ, ਤੁਸੀਂ
ਮੁਕਤਾ ਜੀ ਨੇ ਪਹਿਲੇ ਵੀ ਤੁਹਾਨੂੰ ਸਾਡੇ ਨਾਲ ਜਦੋਂ ਮਿਲਾਇਆ ਸੀ ਕਾਫੀ ਚਿਰ ਪਹਿਲੇ ਕਿਹਾ ਸੀ ਕਿ ਜਦੋਂ ਤੁਸੀਂ ਇੱਕ ਬਹੁਤ ਹੀ ਨਿੱਕੀ ਉਮਰ ਦੇ ਵਿੱਚ ਵਿਆਹ ਹੋਇਆ ਸੀ ਤੁਹਾਡਾ, ਹਾਂਜੀ, ਤੁਸੀਂ ਚੂੜਾ ਲੈ ਕੇ ਇਸ ਸੇਵਾ ਦੇ ਵਿੱਚ ਲੱਗ ਗਏ। ਹਲੇ ਵੀ ਤੁਹਾਡੀ ਜਿੱਦਾਂ ਕਹਿੰਦੇ ਨਾ ਵਿਆਹ ਦੀ ਨਵੀਂ ਤੁਹਾਡੀ ਮੈਰਿਜ ਸੀਗੀ ਕਿ ਤੁਸੀਂ ਸੇਵਾ ਦੇ ਵਿੱਚ ਲੱਗ ਗਏ। ਤੁਸੀਂ ਉਸ ਟਾਈਮ ਤੋਂ ਇਸ ਸੰਸਥਾ ਦੇ ਨਾਲ ਜੁੜੇ। 92 ਦੀ ਇਹ ਗੱਲ ਹੈਗੀ। ਹਾਂਜੀ, ਤੁਸੀਂ ਉਸ ਟਾਈਮ ਬਾਬਾ ਜੀ ਨੂੰ ਬੱਚਿਆਂ ਨੂੰ ਥਾਂ ਤੇ ਲੈ ਕੇ ਗਏ ਤੇ ਅੱਜ ਤੁਸੀਂ ਥਾਂ ਤੇ ਇਸ ਮਿਸ਼ਨ ਦੀ ਗੱਲ ਲੈ ਕੇ ਜਾ ਰਹੇ ਹੋ। ਪ੍ਰੀਤੀ ਜੀ, ਕਿਸ ਤਰ੍ਹਾਂ ਤੁਹਾਨੂੰ ਅੱਜ ਮਹਿਸੂਸ ਹੋਇਆ ਹੈ ਇਨ ਸੰਗਤਾਂ ਤੋਂ ਸੁਣ ਕੇ, ਕਾਫੀਆਂ ਬਾਰੇ ਜਿਨ੍ਹਾਂ ਨੂੰ ਤੁਹਾਨੂੰ ਆਪ ਨੂੰ ਨਹੀਂ ਪਤਾ ਸੀ ਕਿ ਕਿੰਨੇ ਦਿਲੋਂ ਜੁੜੇ ਹੋਏ ਇਸ ਕਾਜ਼ ਦੇ ਨਾਲ, ਇਸ ਸੰਸਥਾ ਦੇ ਨਾਲ, ਕਿਸ ਤਰ੍ਹਾਂ ਤੁਹਾਨੂੰ ਲੱਗਿਆ? ਅਸ਼ਮਿਤਾ ਜੀ, ਪਹਿਲੇ ਤੇ ਸਾਰਿਆਂ ਦਰਸ਼ਕਾਂ ਨੂੰ ਤੇ ਸਾਰੇ ਜਿਹੜੇ ਇੱਥੇ ਲਾਈਵ ਬੈਠੇ ਨੇ ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਈਟ ਨਾਓ ਆਈ ਐਮ ਸਪੀਚਲੈਸ, ਆਈ ਐਮ ਜਸਟ ਸਪੀਚਲੈਸ ਕਿ ਜਿਹੜੀ ਫੁਲਵਾੜੀ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਲਗਾਈ ਸੀ, ਉਸਦਾ ਜਿਹੜਾ ਬੂਟਾ ਸੀ ਉਹ ਸੰਤ ਤੇਜਾ ਸਿੰਘ ਜੀ ਮਹਾਰਾਜ ਨੇ ਲਗਾਇਆ ਤੇ ਜਿਸ ਨੂੰ ਸਿੰਚਿਆ ਆਪਣੇ ਖੂਨ ਪਸੀਨੇ ਦੇ ਨਾਲ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਔਰ ਬਾਬਾ ਇਕਬਾਲ ਸਿੰਘ ਜੀ ਨੇ, ਬਾਬਾ ਜੀ ਨੇ, ਅੱਜ ਉਸ ਦੀ ਖੁਸ਼ਬੂ ਦੁਨੀਆ ਦੇ ਕੋਨੇ ਤੱਕ ਫੈਲੀ ਹੋਈ ਹੈ। ਐਂਡ ਆਈ ਐਮ ਜਸਟ ਸਪੀਚਲੈਸ। ਅਸੀਂ ਸਾਰਿਆਂ ਨੇ ਹੁਣੇ ਸੁਣਿਆ, ਦੇਖਿਆ ਕਿ ਈਵਨ ਆਰ ਯੂਥ ਇਜ਼ ਸੋ ਕਨੈਕਟਡ ਵਿਦ ਦਿਸ ਐਂਡ I just I'm speechless right now। ਮੇਰੇ ਕੋਲ ਸ਼ਬਦ ਨਹੀਂ ਨੇ to be thankful। ਜਦੋਂ ਅਸੀਂ ਸੇਵਾ ਕਰਦੇ ਹਾਂ, ਇਹ ਮਿਸ਼ਨ ਸੀ ਬਾਬਾ ਜੀ ਦਾ, ਇੱਕ ਵਿਜ਼ਨ ਸੀ ਕਿ ਸਕੂਲ ਖੋਲ੍ਹਣੇ ਨੇ, ਅਕੈਡਮੀਜ਼ ਖੋਲ੍ਹਣੀਆਂ ਨੇ, ਤੇ ਅਸੀਂ ਸਾਡੇ ਵਰਗੇ ਪਾਪੀ ਕਹਿੰਦੇ ਸੀ ਕਿ ਕਿਸ ਤਰ੍ਹਾਂ ਹੋ ਜਾਏਗਾ ਬਾਬਾ ਜੀ, 500 ਸਕੂਲ ਕਿੱਥੋਂ ਖੁੱਲ ਜਾਣਗੇ, ਇੱਕ ਸਕੂਲ ਵੀ ਨਹੀਂ ਖੁੱਲ ਸਕਦਾ। ਤੇ 129 ਸਕੂਲ ਖੁੱਲ ਗਏ, ਯੂਨੀਵਰਸਿਟੀਜ਼ ਖੁੱਲ ਗਈਆਂ, ਕਾਲਜਿਸ ਖੁੱਲ ਗਏ, ਸਭ ਕੁਝ ਹੋ ਗਿਆ। ਬਟ ਅਸੀਂ ਸਿਰ ਸੁੱਟ ਕੇ ਬਸ ਬਾਬਾ ਜੀ ਦੇ ਬਚਨ ਮੰਨਣ ਵਾਸਤੇ, ਬਾਬਾ ਜੀ ਦੀ ਖੁਸ਼ੀ ਲੈਣ ਵਾਸਤੇ ਲੱਗੇ ਰਹੇ, ਹੈ ਨਾ। ਬਟ ਅੱਜ ਦੇਖ ਕੇ ਇਸ ਤਰ੍ਹਾਂ ਲੱਗਦਾ ਅਸ਼ਮਿਤਾ ਜੀ ਕਿ ਬਾਬਾ ਜੀ ਦਾ ਜੋ ਮਕਸਦ ਸੀ ਉਹ ਅੱਜ ਕਾਮਯਾਬ ਹੋ ਰਿਹਾ ਹੈ। ਜਦੋਂ ਸਾਡਾ ਯੂਥ ਉੱਠ ਕੇ ਅੱਗੇ ਆ ਰਿਹਾ ਹੈ, then I know we are successful, So I feel so blessed right now ਕਿ we are all connected। ਤੇ all I want to say is ਕਿ ਗੁਰੂ ਸਾਹਿਬ ਨੂੰ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਜਿਹੜੀ ਸੇਵਾ ਸਾਡੇ ਸਾਰਿਆਂ ਕੋਲੋਂ ਲੈ ਰਹੇ ਨੇ ਉਹ ਲੈਂਦੇ ਰਹਿਣ। all I have is ਅਰਦਾਸ ਐਂਡ ਸ਼ੁਕਰ ਵਾਹਿਗੁਰੂ ਜੀ ਦਾ ਕਿ ਇਹ ਸੇਵਾ ਲੈਂਦੇ ਰਹਿਣ, ਸਾਨੂੰ ਜੋੜੀ ਰੱਖਣ ਤੇ ਹੋਰਾਂ ਨੂੰ ਵੀ ਜੋੜਨ ਨਾਲ, ਇਸ ਦੇ ਨਾਲ। that is the only message and thanks I have for now। ਥੈਂਕ ਯੂ ਪ੍ਰੀਤੀ ਜੀ। ਜਿਸ ਤਰ੍ਹਾਂ ਤੁਸੀਂ ਸਪੀਚਲੈਸ ਮਹਿਸੂਸ ਕਰ ਰਹੇ ਹੋ, ਸਾਡੇ ਵਿੱਚ ਵੀ ਇੰਨਾ ਇਸ ਵੇਲੇ ਮੈਂ ਤੁਹਾਨੂੰ ਡਿਸਕ੍ਰਾਈਬ ਨਹੀਂ ਕਰ ਸਕਦੀ ਇੱਥੇ ਕਿੰਨਾ ਮਾਹੌਲ ਬਣਿਆ ਹੋਇਆ ਹੈ ਇਸ ਕਾਜ਼ ਨੂੰ ਲੈ ਕੇ, ਇਸ ਮਿਸ਼ਨ ਨੂੰ ਲੈ ਕੇ। ਬਟ ਅਗਰ ਕੋਈ ਕਰ ਸਕਦਾ ਹੈ, ਉਹਨੂੰ ਜਸਟਿਸ ਦੇ ਸਕਦਾ ਹੈ। ਲਾਸਟ ਬਟ ਨਾਟ ਲੀਸਟ, ਰਵੀਦੀਪ ਕੌਰ ਮੁਕਤਾ ਜੀ, ਕੀ ਕੁਝ ਤੁਸੀਂ ਅੱਜ ਇੱਥੇ ਵੇਖਿਆ, ਕੀ ਤੁਸੀਂ ਅਖੀਰ ਦੇ ਵਿੱਚ ਕਹਿਣਾ ਚਾਹੋਗੇ ਇਸ ਸਾਰੇ ਪ੍ਰੋਗਰਾਮ ਬਾਰੇ, ਇਸ ਸੇਵਾ ਬਾਰੇ ਜੋ ਇਸ ਵੇਲੇ ਸੰਸਥਾ ਵੱਲੋਂ ਚੱਲ ਰਹੀ ਹੈ? ਐਗਜ਼ੈਕਟਲੀ, ਆਈ ਐਮ ਸਪੀਚਲੈਸ। ਅਸੀਂ ਉਹੀ ਕਿ ਸੇਵਾ ਕਰਦੇ ਜਾਂਦੇ ਹਾਂ, 10-11 ਸਾਲ ਹੋ ਗਏ, ਉਸ ਤੋਂ ਪਹਿਲੇ 20 ਸਾਲ ਬਾਬਾ ਜੀ ਨੂੰ ਆਉਂਦਿਆਂ ਹੋ ਗਏ। ਸੋ ਆਲਮੋਸਟ 30 ਇਅਰਸ ਨਾਓ ਕਿ ਇੱਥੋਂ ਪੈਨੀ ਇਕੱਠੀ ਕਰਕੇ ਬਾਬਾ ਜੀ ਲੈ ਕੇ ਜਾਂਦੇ ਸੀ ਇੰਡੀਆ। ਜਿਵੇਂ ਭੈਣ ਜੀ ਨੇ ਤੁਹਾਨੂੰ ਦੱਸਿਆ ਕਿ ਚੂੜਾ ਪਾ ਕੇ ਲੋਕੀ ਹਨੀਮੂਨ 'ਤੇ ਜਾਂਦੇ ਨੇ, ਭੈਣ ਜੀ ਤੇ ਹਸਬੈਂਡ ਇਹਨਾਂ ਨੇ ਵੈਨਾਂ ਚਲਾ ਕੇ ਜਾ ਕੇ ਘਰਾਂ 'ਚ ਪੈਸੇ ਇਕੱਠੇ ਕਰਦੇ ਸੀ, ਰਾਈਟ। ਸੋ ਬਟ ਅਸੀਂ ਵੀ 10 ਸਾਲ ਵਿੱਚ ਨਾ ਅੱਜ ਰਿਅਲਾਈਜ਼ ਹੋਇਆ ਕਿ ਅਸੀਂ ਕਾਫੀ ਸੰਗਤ ਜਿਨ੍ਹਾਂ ਨੂੰ ਘੱਟ ਮਿਲੇ ਜਾਂ ਨਾਮ ਉਹਨਾਂ ਦਾ ਬਹੁਤ ਸੁਣਿਆ, ਬਟ ਇੰਨਾ ਕੁਛ ਉਹਨਾਂ ਨੂੰ ਪਤਾ ਹੈ ਕਿ ਆਲਰੇਡੀ ਸੰਸਥਾ ਇੰਨਾ ਕੰਮ ਕਰ ਰਹੀ ਹੈ। ਬੱਚਿਆਂ ਨੇ ਆ ਕੇ ਦੱਸਿਆ, ਜਿਵੇਂ ਬਲਦੇਵ ਸਿੰਘ ਗਿਲਜੀਆ ਜੀ ਨੇ ਹੁਣੇ ਕਿਹਾ ਕਿ 2 ਕਮਰਿਆਂ ਦੀ ਸੇਵਾ $21,000 ਮੈਂ ਦੇ ਰਿਹਾ ਵਾਂ। ਉਹਨਾਂ ਨੇ ਤਾਰੀਫ ਕੀਤੀ ਕਿ ਬਾਬਾ ਜੀ ਦਾ ਕੰਮ। ਕਿਰਪਾਲ ਸਿੰਘ ਜੀ ਨੇ ਜਦੋਂ ਦੱਸਿਆ ਇੰਨਾ ਕੁਛ, ਲਘੂਬੀਰ ਸਿੰਘ ਜੀ ਨੇ ਦੱਸਿਆ, ਤੇ ਮੈਂ ਆਪ ਹੈਰਾਨ ਸੀ ਕਿ ਘਰ ਦੇ ਵਿੱਚ ਬਾਬਾ ਜੀ ਦੀ ਲਾਈਵ ਫੁਲਵਾੜੀ ਦੀ ਖੁਸ਼ਬੂ ਆਣੀ ਸ਼ੁਰੂ ਹੋ ਗਈ ਹੈ। ਸੋ ਆ ਰਹੀ ਹੈ, ਲੋਕ ਐਪਰੀਸ਼ੀਏਟ ਕਰ ਰਹੇ ਨੇ। ਅਸੀਂ ਤੇ ਨਾਰਮਲੀ ਕਹਿੰਦੇ ਹਾਂ ਕਿ ਫਿਊਚਰ ਵਿੱਚ ਪਤਾ ਚੱਲੇਗਾ ਬਾਬਾ ਜੀ ਦੇ ਜਿਹੜੇ ਰਿਜ਼ਲਟਸ ਨੇ ਅਕੈਡਮੀਜ਼ ਦੇ, ਬਟ ਨਹੀਂ, ਉਹ ਹੁਣੇ ਦਿਖ ਰਹੇ ਨੇ। ਸਾਰੇ ਕਦਰ ਕਰ ਰਹੇ ਨੇ ਉਹ ਅਕਾਲ ਅਕੈਡਮੀਜ਼ ਦੀ, ਬਾਬਾ ਜੀ ਦੀ ਘਾਲਨਾ ਦੀ। ਬਾਬਾ ਜੀ ਦਾ ਇੱਕ ਸਾਹ ਤੇ ਅਕਾਲ ਅਕੈਡਮੀ ਦੀ ਇੱਕ ਇੱਟ ਦੇ ਬਰਾਬਰ ਹੈਗਾ ਵੇ,
ਹੈ ਨਾ। ਬਾਬਾ ਜੀ ਤੇ ਇੱਥੇ ਤੱਕ ਕਹਿੰਦੇ ਹੁੰਦੇ ਸੀ ਕਿ ਮੈਨੂੰ ਤੁਸੀਂ ਆਪਣੇ ਘਰ ਮੇਰੇ ਕੋਲ ਝਾੜੂ ਮਰਵਾ ਲਓ, ਪੋਚੇ ਮਰਵਾ ਲਓ, ਸ਼ੂਜ਼ ਮੇਰੇ ਕੋਲ ਪੋਲਿਸ਼ ਕਰਵਾ ਲਓ, ਮੇਰੀ ਗੁਰੂ ਕਾਸ਼ੀ ਬਣਵਾ ਦਿਓ। ਮਤਲਬ ਬਾਬਾ ਜੀ ਜਦੋਂ ਮੰਗਦੇ ਸੀ ਤੇ ਨਾ ਮਨ ਨਾ ਪਸੀਜ ਜਾਂਦਾ ਸੀਗਾ। ਤੇ ਅਸੀਂ 2014 ਵਿੱਚ ਬਾਬਾ ਜੀ ਦੀ ਸਿਹਤ ਬਹੁਤ ਖਰਾਬ ਸੀਗੀ ਤੇ ਆਫਟਰ ਦੈਟ ਵੀ ਡਿਸਾਈਡਡ ਕਿ ਅਸੀਂ ਬਾਬਾ ਜੀ ਨੂੰ ਖੇਚਲ ਨਹੀਂ ਦੇਣੀ ਅਮਰੀਕਾ। ਦਿਲ ਕਰਦਾ ਸੀ ਕਿ ਬਾਬਾ ਜੀ ਆ ਜਾਓ। ਕਹਿੰਦੇ ਸੀ ਤੂੰ ਮੈਨੂੰ ਬੁਲਾ ਲੈ, ਮੈਂ ਆ ਜਾਵਾਂਗਾ ਜਦੋਂ ਤੂੰ ਬੁਲਾਏਂਗੀ। ਬਸ ਵਾਹਿਗੁਰੂ ਸਾਡੇ ਬਾਬਾ ਜੀ ਨੂੰ ਸਿਹਤ ਦੇਵੇ, ਉਹਨਾਂ ਨੂੰ ਹੋਰ ਬੜੀ ਲੰਬੀ ਉਮਰ ਦੇਵੇ ਤਾਂ ਕਿ ਬਾਬਾ ਜੀ 500 ਸਕੂਲ ਦੇਖਣ ਤੇ ਬਾਬਾ ਜੀ ਵਰਗੇ ਜੀਵਨ ਵਰਗੇ ਅਸੀਂ ਸਾਰੇ ਬਣੀਏ। ਸਾਰੇ ਆਪਣੇ ਘਰਾਂ 'ਚ ਅਸੀਂ ਬੈਠੇ ਹਾਂ, ਬੱਚੇ, ਧੀਆਂ, ਪੁੱਤਰ, ਪੈਸਾ ਪੈਸਾ ਪੈਸਾ। ਹੁਣ ਇਹ ਜਿਹੜੇ ਦਿਹਾੜੇ ਨੇ ਸ਼ਹੀਦੀ ਦੇ ਦਿਹਾੜੇ ਨੇ, ਲਾਈਕ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਇਹਨਾਂ ਦਿਨਾਂ ਦੇ ਵਿੱਚ ਹੀ ਸਾਡਾ ਖਾਲਸਾ ਪੰਥ ਉਸਾਰ ਕੇ ਦੁਨੀਆ ਤੋਂ ਚਲੇ ਗਏ, ਰਾਈਟ। ਹੁਣ ਅਸੀਂ ਕੀ ਕਰਦੇ ਰਹਿ ਗਏ? ਆਈ ਮਾਈ ਮੀ, ਜਸਟ ਮੀ, ਪੈਸਾ, ਮੇਰੇ ਬੱਚੇ, ਮੇਰਾ ਦੁੱਖ, ਮੇਰੀ ਤਕਲੀਫ। ਤੇ ਉਹ ਸਾਰਾ ਕੁਝ, ਸਾਰਾ ਸਰਬੰਸ ਵਾਰ ਕੇ ਸਾਨੂੰ ਇੰਨਾ ਉੱਚਾ ਸੁੱਚਾ ਜੀਵਨ ਬਖਸ਼ ਕੇ ਗਏ ਨੇ। ਤੇ ਮੈਂ ਕਹਾਂ ਕਿ ਅਸੀਂ ਵੀ ਆਪਣੇ ਕੌਮ ਵਾਸਤੇ, ਆਪਣੇ ਪੰਜਾਬ ਜਿੱਥੇ ਸਾਡੇ ਗੁਰੂਆਂ ਦੀ ਧਰਤੀ ਉੱਤੇ ਸਾਡੇ ਗੁਰੂਆਂ ਦੇ ਖੂਨ, ਬੱਚਿਆਂ ਦੇ ਲਾਲਾਂ ਦੇ ਡੁੱਲੇ, ਅੱਜ ਉਸ ਧਰਤੀ ਦੇ ਉੱਤੇ ਜੋ ਵੀ ਪਾਪ ਹੋ ਰਹੇ ਨੇ, ਪੁੰਨ ਹੋ ਰਹੇ ਨੇ ਜਾਂ ਗਲਤ ਮਿਨਿਸਟਰਸ ਆ ਗਏ ਨੇ, ਜੋ ਵੀ ਹੋਇਆ, ਇਹੋ ਜਿਹਾ ਯੂਥ ਜਿਵੇਂ ਹੁਣੇ ਬੱਚੇ ਆਏ, ਇਹੀਓ ਬਾਬਾ ਜੀ ਦਾ ਸੁਪਨਾ ਵੇ ਕਿ ਪੰਜਾਬ ਸਹੀ ਹੱਥਾਂ ਦੇ ਵਿੱਚ ਆਏ, ਪੰਜਾਬ ਦੇ ਡਿਸੀਜਨ ਮੇਕਰ ਸਾਡੇ ਗੁਰਸਿੱਖ ਬੱਚੇ ਬੱਚੀਆਂ ਹੋਣ ਤੇ ਸਾਡੇ ਪੰਜਾਬ, ਸਾਡੀ ਸਿੱਖੀ ਦਾ ਸਾਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਬੱਚੇ ਹੈਗੇ ਆ। ਸੋ ਉਹਨਾਂ ਦੀ ਜਿਹੜੀਆਂ ਕਾਲਨਾਵਾਂ, ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦੀ ਜਿਹੜੀ ਸੈਕਰੀਫਾਈਸਿਸ ਨੇ ਉਹ ਵਿਅਰਥ ਨਾ ਜਾਣ ਤੇ ਸਾਡੀ ਇੱਕ ਪਹਿਚਾਨ ਬਣੇ ਕਿ ਸਿੱਖ ਕੌਣ ਹੁੰਦੇ ਨੇ, ਗੁਰੂ ਗੋਬਿੰਦ ਸਿੰਘ ਜੀ ਵਰਗੇ ਹੁੰਦੇ ਨੇ। ਸੋ ਬਟ ਮੈਂ ਸਾਰੇ ਸੰਗਤ ਦਾ ਬਹੁਤ ਬਹੁਤ ਥੈਂਕ ਯੂ ਕਰਾਂਗੀ ਕਿ ਨਿਊਯਾਰਕ ਸੰਗਤਾਂ ਦਾ, ਸਪੈਸ਼ਲੀ ਜਿਵੇਂ ਮਸਤਾਨ ਵੀਰ ਜੀ, ਹਰਭਜਨ ਵੀਰ ਜੀ ਆਏ ਹੋਏ ਨੇ, ਗੁਰਚਰਨ ਸਿੰਘ ਬ੍ਰਿੰਗ ਵੀਰ ਜੀ ਤੇ ਆਲਵੇਸ ਕਹਿੰਦੇ ਹੁਣ ਮੈਂ ਯੂਥ ਲੈ ਕੇ ਆਉਣਾ, ਯੂਥ ਲੈ ਕੇ ਆਉਣਾ। ਪਤਾ ਨਹੀਂ ਅਗਲਾ ਸਾਲ ਸਾਡਾ ਆਉਂਦਾ ਕਿ ਨਹੀਂ ਆਉਂਦਾ। ਵਾਹਿਗੁਰੂ ਜੀ ਮੈਨੂੰ ਲੱਗ ਰਿਹਾ ਉਹਨਾਂ ਦੀ ਅਰਦਾਸ ਵੀ ਸੁਣ ਰਹੇ ਨੇ, ਆਈਓ ਬੱਚੇ ਸਾਡੇ ਅੰਬੈਸਡਰ ਬਣਨਗੇ। ਤੇ ਸੋ ਇਹ ਸੇਵਾ ਬਸ ਇਹ ਗੁਰੂ ਨਾਨਕ ਦੇ ਅੱਗੇ ਅਰਦਾਸ ਸੇ ਚੱਲਦੀ ਰਹੇ। ਬਾਕੀ ਅਸ਼ਮਿਤਾ ਜੀ ਦਿਲੋਂ ਤੁਹਾਡਾ ਬਹੁਤ ਥੈਂਕ ਯੂ। ਬਹੁਤ ਘੱਟ ਮੌਕਾ ਮਿਲਦਾ ਤੁਹਾਨੂੰ ਥੈਂਕ ਯੂ ਕਰਨ ਦਾ, ਬਟ ਪਤਾ ਨਹੀਂ ਆਈ ਡੋਂਟ ਨੋ, ਮੈਂ ਥੋੜ੍ਹਾ ਜਿਹਾ ਅੱਜ ਇਮੋਸ਼ਨਲ, ਵੈਸੇ ਸਵੇਰ ਦੇ ਹੋਏ ਪਏ ਸੀ ਅਸੀਂ। ਤੇ ਬਸ ਇਹ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਦਾ ਜਿਹੜਾ ਸੁਪਨਾ ਵੇ ਕਿ ਮੇਰੇ ਹਰ ਘਰ ਦਾ ਬੱਚਾ ਪੜ੍ਹਿਆ ਲਿਖਿਆ ਹੋਵੇ ਤੇ ਗੁਰਸਿੱਖ ਹੋਵੇ। ਤੇ ਇੱਕ ਬਾਬਾ ਜੀ ਕਹਿੰਦੇ ਨੇ ਕਿ ਜਿਹੜੇ ਬੱਚੇ ਦੇ ਅੰਦਰ ਲਾਈਕ ਉਹਨੇ ਸਿੱਖਣੀ ਮਾਂ ਦਾ ਦੁੱਧ ਪੀਤਾ ਤੇ ਸਿੱਖ ਵੀਰ ਦਾ ਉਹਦੇ ਅੰਦਰ ਖੂਨ ਦੌੜਦਾ, ਉਹ ਬੱਚਾ ਅਨਪੜ੍ਹ ਨਹੀਂ ਹੋਣਾ ਚਾਹੀਦਾ। ਤੇ ਉਹ ਬਾਬਾ ਜੀ ਦਾ ਸੁਪਨਾ ਜਿਹੜਾ ਕਿ ਪੂਰਾ ਹੋਵੇ। ਤੇ ਬਾਕੀ ਗੁਰਚਰਨ ਸਿੰਘ ਬ੍ਰਿੰਗ ਵੀਰ ਜੀ ਦਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਥੈਂਕ ਯੂ। ਅਸ਼ਮਿਤਾ ਜੀ ਦਾ, ਪੈਨੀ ਜੀ ਦਾ ਸਪੈਸ਼ਲੀ, ਤੇ ਬਹੁਤ ਬਹੁਤ ਥੈਂਕ ਯੂ। ਤੇ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸ਼ਮਿਤਾ ਜੀ ਇੱਕ ਚੀਜ਼ ਮੈਂ ਐਂਡ ਜ਼ਰੂਰ ਕਵਾਂਗੀ ਕਿ ਕਈ ਚੈਨਲਸ ਆਏ, ਕਈ ਚੈਨਲਸ ਗਏ, ਬਟ ਥੈਂਕਸ ਟੂ ਜਸਟ ਪੰਜਾਬੀ, you have always been there in our ups and downs, good and bad. You have always been there. I will call this a partnership. You know, this is our partnership. You trusted us in a bad time, bad in a good times. time. Thank you. ਵਾਹਿਗੁਰੂ ਦੇ ਨੇ ਕਿਤੇ ਨਾ ਕਿਤੇ ਉਹਦਾ ਹੀ ਪਲਾਨ ਹੈ। ਮੈਂ ਸਿਰਫ ਪ੍ਰੋਗਰਾਮ ਦੀ ਸਮਾਪਤੀ ਇਸ ਅਰਦਾਸ ਦੇ ਨਾਲ ਕਰਦੀ ਹਾਂ। ਮੁਕਤਾ ਜੀ ਤੁਸੀਂ ਅਰਦਾਸ ਦੀ ਗੱਲ ਕਹੀ ਹੈ, ਅਸੀਂ ਅਰਦਾਸ ਹਮੇਸ਼ਾ ਕਰਦੇ ਹਾਂ, ਭਾਵੇਂ ਗੁਰਦੁਆਰੇ ਦੇ ਵਿੱਚ ਹੋਏ, ਉੱਦਾਂ ਹੋਏ, ਦਿਲੋਂ ਹੋਏ, ਅਰਦਾਸ ਕਰਦੇ ਹਾਂ। ਕਿਤੇ ਨਾ ਕਿਤੇ ਅਰਦਾਸ ਵਿੱਚ ਜ਼ਰੂਰ ਕਹਿੰਦੇ ਹਾਂ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਰਾਜ ਕਰਿਆ ਖਾਲਸਾ। ਅਸੀਂ ਕਹਿੰਦੇ ਜ਼ਰੂਰ ਹਾਂ, ਅਰਦਾਸ ਜ਼ਰੂਰ ਕਰਦੇ ਹਾਂ, ਬਟ ਅੱਜ ਮੌਕਾ ਮਿਲਿਆ ਸਾਨੂੰ ਸਾਰਿਆਂ ਨੂੰ ਉਸ ਚੀਜ਼ ਨੂੰ ਕਾਇਮ ਕਰਨ ਦਾ, ਉਸ ਚੀਜ਼ ਤੇ ਐਕਟ ਕਰਨ ਦਾ, ਉਹਨੂੰ ਸੱਚਾਈ ਬਣਾਉਣ ਦਾ। ਇਹਦੇ ਕਾਫੀ ਹੱਲ ਹਨ, ਬਟ ਇੱਕ ਸੰਸਥਾ ਇਸ ਹੱਲ ਨੂੰ ਲੈ ਕੇ ਇੱਕ ਮਿਸ਼ਨ ਬਣਾ ਕੇ ਕੰਮ ਕਰ ਰਹੀ ਹੈ। ਤੇ ਅਖੀਰ ਦੇ ਵਿੱਚ ਸਾਰੀ ਸੰਗਤਾਂ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ, ਸਾਡੇ ਵੱਲੋਂ ਇਹੀ ਅਪੀਲ ਹੈ ਕਿ ਤੁਸੀਂ ਵੀ ਇਸ ਮਿਸ਼ਨ ਵਿੱਚ ਜੁੜੋ। ਤੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਰਾਜ ਕਰੇਗਾ ਖਾਲਸਾ, ਤੇ ਵਾਹਿਗੁਰੂ ਤੁਹਾਨੂੰ ਮੌਕਾ ਦੇ ਰਿਹਾ ਇਸ ਚੀਜ਼ ਨੂੰ ਸਫਲਤਾ ਦੇਣ ਦਾ, ਇਹਨੂੰ ਸੱਚ ਬਣਾਉਣ ਦਾ।
ਫੋਨ ਕਰੋ ਜ਼ਰੂਰ। ਰਵੀਦੀਪ ਕੌਰ ਮੁਕਤਾ ਜੀ ਨੂੰ ਸਕਰੀਨ ਤੇ ਲਿਖੇ ਹੋਏ ਨੰਬਰਸ ਨੂੰ ਜ਼ਰੂਰ ਨੋਟ ਕਰ ਲਓ ਤੇ ਇਸ ਕਾਜ਼ ਨੂੰ ਸਪੋਰਟ ਕਰੋ। ਤੇ ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।